ਅੱਜ ਮੈਨੂੰ ਫੁੱਲ ਦਿੰਦੇ ਝੂਟੇ ਨੇ ਆਵੀਂ ਕਦੀ ਸਾਡੇ ਬਗੀਚਿਆਂ ਦੇ ਵੱਲ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਧੰਨਵਾਦ ਇੱਕ ਵਾਰੀ ਹੋਰ ਕਰਾ ਦਈਏ ਇੱਕ ਲਾਈਨ ਠੀਕ ਆ ਤੇ ਤੁਸੀਂ ਵੀ ਸਾਰੇ ਜਾਣੇ ਨਾਲੇ ਦਾ ਸਾਥ ਦੇ ਸਕਦੇ ਹੋ ਤਿਤਲੀਏ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਇਹ ਦੋ ਲਾਈਨਾਂ ਸਾਰੇ ਜਾਣੇ ਨਾਲ ਬੋਲ ਸਕਦੇ ਆ ਠੀਕ ਹੈ ਹੌਲੀ ਹੌਲੀ ਬੋਲ ਠੀਕ ਹੈ ਤਿਤਲੀਏ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਮੈਨੂੰ ਸਾਰੇ ਹਾਣੀਆਂ ਦੀ ਢਾਣੀ ਚੋਂ ਪਛਾਣ ਕੇ ਛੇਤੀ ਨਾਲ ਬਹਿ ਜਾ ਮੇਰੇ ਮੋਢੇ ਉੱਤੇ ਆਣ ਕੇ ਅੱਜ ਮੇਰੇ ਨਾਲ ਤੂੰ ਸਕੂਲ ਮੇਰੇ ਚੱਲ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਤਿਤਲੀ ਨੇ ਹੋਠਾਂ ਵਿੱਚ ਨਿੰਮਾ ਜਿਹਾ ਹੱਸਿਆ ਕਹਿਣ ਲੱਗੀ ਆਪਣੇ ਮੈਂ ਕਰਨਾ ਹੀ ਦੱਸੇ ਜਾਵਾਂਗੀ ਜ਼ਰੂਰ ਪਰ ਅੱਜ ਨਹੀਂ ਕੱਲ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਤਿਤਲੀਏ ਐਵੇਂ ਪਿਆਨੇ ਨਹੀਂ ਬਣਾਈ ਦੇ ਅੱਜ ਵਾਲੇ ਕੰਮ ਕਦੀ ਕੱਲ ਨਹੀਂ ਪਾਈ ਦੇ ਅੱਜ ਹੁੰਦੀ ਅੱਜ ਤੇ ਕੱਲ ਹੁੰਦੀ ਕੱਲ ਅੱਜ ਵਾਲੀ ਤੇਜ਼ ਸਾਈਕਲ ਚਲਾਵਾਂਗਾ ਝੂਟੇ ਜਿੰਦ ਤੈਨੂੰ ਮੈਂ ਸਕੂਲ ਲੈ ਕੇ ਜਾਵਾਂਗਾ ਸੋਹਣੀਆਂ ਕਿਤਾਬਾਂ ਦੇ ਕੀ ਪੰਨੇ ਤਾਂ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਮੇਰੀਆਂ ਕਿਤਾਬਾਂ ਦਾ ਕਿਆਰੀਆਂ ਤੇ ਬੂਟੇ ਨੇ ਝੂਮਦੇ ਹਵਾ 'ਚ ਮੈਨੂੰ ਫੁੱਲ ਦਿੰਦੇ ਝੂਟੇ ਨੇ ਆਵੀਂ ਕਦੀ ਸਾਡੇ ਬਗੀਚਿਆਂ ਦੇ ਵੱਲ ਇਹ ਤਿਤਲੀਏ ਸੁਣ ਮੇਰੀ ਗੱਲ ਮੈਂ ਵੀ ਇੱਕ ਫੁੱਲ ਹਾਂ ਤੂੰ ਆ ਜਾ ਮੇਰੇ ਵੱਲ ਧੰਨਵਾਦ ਇਹ ਕਵਿਤਾ ਸੁਰਜੀਤ ਪਾਤਰ ਸਾਹਿਬ ਦੀ ਲਿਖੀ ਹੋਈ ਆ ਅੱਗੇ ਆ ਜਾਓ ਬਾਪੂ ਇੱਥੇ ਬੈਠੋ ਕਿਸੇ ਨੇ ਅਗਰ ਬੋਲਣਾ ਹੋਵੇ ਕਵਿਤਾ ਸੁਣਾਉਣੀ ਹੋਵੇ ਜਾਂ ਕਹਾਣੀ ਸੁਣਾਉਣੀ ਹੋਵੇ ਕੋਈ ਜਾਂ ਗੀਤ ਸੁਣਾਉਣਾ ਹੋਵੇ ਤਾਂ ਆਪਦਾ ਨਾਮ ਲਿਖਵਾ ਸਕਦੇ ਆ ਹਾਂ ਨਾਮ ਦੱਸ ਦਿਓ ਮੈਨੂੰ ਬੋਲ ਹੀ ਦਿਓ ਅੱਛਾ ਕੀ ਨਾਮ ਹੋਰ ਵੀ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਕਿਸੇ ਕਹਾਣੀਆਂ ਗੀਤ ਆਉਂਦੇ ਹੁੰਦੇ ਆ ਪਲੀਜ਼ ਲਿਖਵਾਓ ਨਾ ਹੁਣੇ ਲਿਖਵਾ ਸਕਦੇ ਬਾਅਦ ਚ ਨਹੀਂ ਮੌਕਾ ਮਿਲਦਾ ਤੇ ਅੱਜ ਆਪਾਂ ਸ਼ਹੀਦ ਭਗਤ ਸਿੰਘ ਦਾ ਇੱਕ ਨਾਟਕ ਵੀ ਪੜਾਂਗੇ ਬਾਪੂ ਜੀ ਨੇ ਲਿਖਵਾਉਣਾ हरियाणा में बोलती है सारा पूछा ना बोलती हरियाणा में
हरियाणा में बोलती है, कोई बात नहीं। हरियाणा में दोनों राज्यों ਸਾਰਿਆਂ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਮਜ਼ਦੂਰ ਦਿਵਸ ਆ ਉਹ ਮਨਾਇਆ ਕਿਉਂ ਜਾਂਦਾ ਹੈ। 1 ਮਈ ਨੂੰ ਹਰ ਸਾਲ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਹਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਫਿਰ ਮਈ ਦਿਵਸ ਵੀ ਕਿਹਾ ਜਾਂਦਾ। ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਗੱਲ ਆ ਵੀ ਮਜ਼ਦੂਰ ਕੌਣ ਹੁੰਦਾ। ਆਪਾਂ ਨੂੰ ਐਂ ਲੱਗਦਾ ਵੀ ਜਿਹੜਾ ਬੰਦਾ ਗਾਰੇ ਮਿੱਟੀ ਨਾਲ ਲਿਬੜਿਆ ਜਾਂ ਖੇਤ 'ਚ ਕੰਮ ਕਰਦਾ, ਧੁੱਪ 'ਚ ਫਿਰਦਾ, ਉਹ ਮਜ਼ਦੂਰ ਆ। ਚਾਹੇ ਕੋਈ ਸਰੀਰਕ ਕੰਮ ਕਰਦਾ, ਚਾਹੇ ਉਹ ਮਾਨਸਿਕ ਕਰਦਾ, ਆਪਾਂ ਸਾਰੇ ਹੀ ਮਜ਼ਦੂਰ ਆ। ਜਿੰਨਾ ਇੱਕ ਬੰਦਾ ਖੇਤ 'ਚ ਕੰਮ ਕਰਦਾ, ਮਿੱਟੀ ਨਾਲ ਲਿਬੜਿਆ, ਜਿੰਨਾ ਉਹ ਮਜ਼ਦੂਰ ਆ, ਓਨਾ ਹੀ ਦਫ਼ਤਰ 'ਚ ਫਾਈਲਾਂ ਦੇ ਭਾਰ ਨਾਲ ਲੱਦਿਆ ਬੰਦਾ ਵੀ ਮਜ਼ਦੂਰ ਆ। ਸੋ ਮਜ਼ਦੂਰ ਉਹਨੂੰ ਕਹਿੰਦੇ ਆ ਜਿਹੜਾ ਕੰਮ ਦੇ ਬਦਲੇ ਕਿਸੇ ਬੰਦੇ ਤੋਂ ਪੈਸੇ ਲੈਂਦਾ, ਉਹਨੂੰ ਮਜ਼ਦੂਰ ਕਹਿ ਦਿੰਦੇ ਆ। ਸੋ ਆਪਾਂ ਇਹ ਨਹੀਂ ਸੋਚਣਾ ਕਿ ਮਜ਼ਦੂਰ ਕਿਸੇ ਵਿਸ਼ੇਸ਼ ਜਾਤ ਵਾਲੇ ਬੰਦੇ ਨੂੰ ਕਹਿੰਦੇ ਆ ਜਾਂ ਫਿਰ ਬਹੁਤ ਹੀ ਗਰੀਬੜੇ ਨੂੰ ਕਹਿੰਦੇ ਆ ਜਾਂ ਕਿਹਨੂੰ ਕਹਿੰਦੇ ਆ। ਆਪਾਂ ਸਾਰੇ ਹੀ ਮਜ਼ਦੂਰ ਸ਼੍ਰੇਣੀ ਨਾਲ ਹੀ ਸੰਬੰਧ ਰੱਖਦੇ ਆ, ਕਿਉਂਕਿ ਆਪਣਾ ਘਰ ਦਾ ਜਿਹੜਾ ਰਾਸ਼ਨ ਪਾਣੀ ਆ ਸਾਰਾ ਉਹ ਕੰਮ ਦੇ ਬਦਲੇ ਆਉਂਦਾ। ਤੇ ਆਪਾਂ ਕਿਸੇ ਦੇ ਮਜ਼ਦੂਰ ਆ, ਫਿਰ ਅੱਗੇ ਆਪਾਂ ਥੱਲੇ ਮਜ਼ਦੂਰ ਰੱਖੇ ਹੁੰਦੇ ਆ ਉਹਨਾਂ ਦੇ ਅੱਗੇ, ਤੇ ਇਦਾਂ ਹੀ ਇੱਕ ਸਿਸਟਮ ਚੱਲਦਾ ਆ ਪੂਰਾ। ਮਜ਼ਦੂਰਾਂ ਬਾਰੇ, ਮਜ਼ਦੂਰ ਹਰ ਦੇਸ਼ ਦਾ ਜਿਵੇਂ ਕਹਿ ਲਓ ਨੀਂਹ ਹੁੰਦੀ ਆ। ਤੇ ਗਾਂਧੀ ਨੇ ਕਿਹਾ ਸੀਗਾ ਕਿ ਜਿਹੜਾ ਦੇਸ਼ ਆਪਦੇ ਮਜ਼ਦੂਰਾਂ, ਕਿਸਾਨਾਂ ਤੇ ਕਰਮਚਾਰੀਆਂ ਨੂੰ ਸਨਮਾਨ ਨਹੀਂ ਦੇ ਸਕਦਾ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਐਵੇਂ ਹੀ ਇੱਕ ਬਹੁਤ ਸੋਹਣੀ ਕਹਾਵਤ ਆ ਕਿ ਹਰ ਮਜ਼ਦੂਰ ਨੂੰ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਦਾ ਮਿਹਨਤਨਾਮਾ ਮਿਲ ਜਾਣਾ ਚਾਹੀਦਾ। ਤੇ ਜੇ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਨਹੀਂ ਮਿਲਦਾ, ਮਤਲਬ ਜੇ ਅਸੀਂ ਉਹਨੂੰ ਲੇਟ ਕਰਦੇ ਆ ਜਾਂ ਉਹਨੂੰ ਕੋਈ ਬਹਾਨੇਬਾਜ਼ੀਆਂ ਕਰਦੇ ਆ ਜਾਂ ਗੁੰਡਾਗਰਦੀ ਨਾਲ ਉਹਨੂੰ ਡਰਾਉਣੇ ਧਮਕਾਉਂਦੇ ਆ, ਤਾਂ ਉਹ ਜਿਵੇਂ ਧਰਮ ਦੀ ਭਾਸ਼ਾ 'ਚ ਆਪਾਂ ਕਹਿ ਦਿੰਦੇ ਆ ਵੀ ਪਾਪ ਆ। ਤੇ ਉਹ ਆਪਾਂ ਘਰਾਂ 'ਚ ਵੀ ਸੁਣਿਆ ਹੁੰਦਾ ਵੀ ਭਾਈ ਉਹਨੇ ਤਾਂ ਰੋਜ਼ ਆਪਦਾ ਕਮਾ ਕੇ ਖਾਣਾ, ਕਿਉਂਕਿ ਉਹਦੇ ਆਟੇ ਜੋਗੇ ਪੈਸੇ ਹੁੰਦੇ ਆ ਮਜ਼ਦੂਰ ਦੇ। ਤੇ ਇਸ ਲਈ ਇਹ ਕਿਹਾ ਗਿਆ ਕਿ ਵੀ ਹਰ ਮਜ਼ਦੂਰ ਨੂੰ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਜਾਂ ਆਪਣੇ ਐਂ ਵੀ ਕਹਿ ਦਿੰਦੇ ਆ ਵੀ ਨੌਂ ਉਹਦੀ ਮੈਲ ਨਿਕਲਣ ਤੋਂ ਪਹਿਲਾਂ, ਮਿੱਟੀ ਨਿਕਲਣ ਤੋਂ ਪਹਿਲਾਂ ਉਹਨੂੰ ਉਹਦੀ ਮਜ਼ਦੂਰੀ ਮਿਲ ਜਾਵੇ। ਹੁਣ ਜੇ ਆਪਾਂ ਗੱਲ ਕਰੀਏ ਵੀ ਇਸ ਦਿਨ ਇਹੋ ਜਿਹਾ ਕੀ ਹੋਇਆ ਕਿ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਿਆ। ਜਦੋਂ ਪੁਰਾਣਾ ਟਾਈਮ ਸੀਗਾ, ਮਤਲਬ ਜੇ 1850 ਜਾਂ 1870 ਦੇ ਵਿੱਚ ਕੀ ਹੋਇਆ ਕਿ ਅਮਰੀਕਾ ਦੇ ਵਿੱਚ ਸ਼ਿਕਾਗੋ ਸ਼ਹਿਰ ਆ, ਸਾਰਿਆਂ ਨੇ ਸੁਣਿਆ, ਆਪਣੇ ਰਿਸ਼ਤੇਦਾਰ ਵੀ, ਹੁਣ ਤਾਂ ਪੰਜਾਬੀ ਕਮਿਊਨਿਟੀ ਉੱਥੇ ਬਹੁਤ ਜ਼ਿਆਦਾ, ਪੰਜਾਬੀ ਬਹੁਤ ਨੇ। ਸੋ ਸ਼ਿਕਾਗੋ ਦੇ ਵਿੱਚ ਜਿਵੇਂ ਹੁਣ ਆਪਣੇ ਮੰਨ ਲਓ ਵੀ ਲੁਧਿਆਣੇ ਵਿੱਚ ਬਹੁਤ ਕਾਰਖਾਨੇ ਆ, ਉਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਬਹੁਤ ਸਾਰੇ ਕਾਰਖਾਨੇ ਤੇ ਫੈਕਟਰੀਆਂ ਤੇ ਸਾਰਾ ਕੁਝ ਸ਼ੁਰੂ ਹੋਇਆ। ਤੇ ਉਹਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਆ ਜਿਹੜੇ ਉਹ ਕੰਮ ਕਰਨ ਲਈ ਉੱਥੇ ਇਕੱਠੇ ਹੋਏ। ਤੇ 1870 ਤੱਕ ਉੱਥੇ ਇਦਾਂ ਦਾ ਮਾਹੌਲ ਸੀਗਾ ਵੀ ਉਹ ਪੂਰੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਮਜ਼ਦੂਰਾਂ ਦੀ ਹੋ ਗਈ ਜਿਹੜੇ ਉਹ ਫੈਕਟਰੀਆਂ 'ਚ ਕੰਮ ਕਰਦੇ ਸੀ। ਪਰ ਫੈਕਟਰੀਆਂ ਦੇ ਵਿੱਚ ਨਾ ਤਾਂ ਕੋਈ, ਫੈਕਟਰੀਆਂ ਕੀ ਮਤਲਬ ਈਵਨ ਦਫ਼ਤਰਾਂ ਦੇ ਵਿੱਚ ਨਾ ਤਾਂ ਕੋਈ ਕੰਮ ਕਰਨ ਦੇ ਘੰਟੇ ਨਿਰਧਾਰਿਤ ਸੀਗੇ ਤੇ ਨਾ ਹੀ ਉਹਨਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਜਾਂਦੀਆਂ ਸੀਗੀਆਂ। ਜਿਹੜੇ ਕੰਮ ਕਰਨ ਦੇ ਘੰਟੇ ਸੀਗੇ ਉਹ 10 ਤੋਂ 16 ਘੰਟੇ ਤੱਕ ਕੰਮ ਦਿੱਤਾ ਜਾਂਦਾ ਸੀ। ਤੇ ਜਿਵੇਂ ਹੁਣ ਆਪਾਂ ਕਹਿੰਦੇ ਨਾ ਕਿ ਓਵਰ ਟਾਈਮ ਮਿਲਦਾ ਜਾਂ ਆਪਾਂ ਕਹਿੰਦੇ ਡਬਲ ਓਵਰ ਟਾਈਮ ਮਿਲਦਾ, ਉਦੋਂ ਕੁਝ ਨਹੀਂ ਸੀ ਹੁੰਦਾ। ਜਿਹੜੇ ਉਹਨਾਂ ਦੇ ਫਿਕਸਡ ਪੈਸੇ ਆ ਵੀ ਇੰਨੇ ਹੀ ਮਿਲਨੇ ਆ, ਉਹ ਉਨੇ ਹੀ ਮਿਲਦੇ ਸੀ। ਕੰਮ ਉਹਨਾਂ ਤੋਂ ਇੰਨੇ ਘੰਟੇ ਕਰਵਾਇਆ ਜਾਂਦਾ ਸੀ। ਦੂਜੀ ਗੱਲ, ਜੇ ਕਿਸੇ ਦੇ ਸੱਟ ਫੇਟ ਵੱਜ ਜਾਂਦੀ ਸੀ ਜਾਂ ਮੌਤ ਹੋ ਜਾਂਦੀ ਸੀ, ਉਹਨਾਂ ਦਾ ਕੋਈ ਬੀਮਾ ਨਹੀਂ ਸੀ ਹੁੰਦਾ, ਉਹਨਾਂ ਨੂੰ ਕੋਈ ਭਰਪਾਈ ਨਹੀਂ ਮਿਲਦੀ ਸੀਗੀ। ਤਾਂ ਜਿਵੇਂ ਜਿਵੇਂ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ
ਉਹਨਾਂ ਨੇ ਕਿਹਾ ਵੀ ਆਪਣਾ ਵੀ ਇਹ ਤਾਂ ਸਹੀ ਨਹੀਂ ਗੱਲ ਵੀ ਟਾਈਮ ਹੋਵੇ ਜਾਂ ਤਾਂ ਨੌਕਰੀ ਦਾ ਜਾਂ ਆਪਣੇ ਪੈਸੇ ਵੱਧ ਦਿੱਤੇ ਜਾਣ ਜੇ ਜ਼ਿਆਦਾ ਟਾਈਮ ਕੰਮ ਕਰਵਾਉਂਦੇ ਆ, ਪਰ ਇਹੋ ਜਿਹੇ ਕੋਈ ਰੂਲ ਨਹੀਂ ਸੀਗੇ। ਉਸ ਤੋਂ ਵੀ ਜ਼ਿਆਦਾ ਭੈੜੀ ਗੱਲ ਇਹ ਸੀਗੀ ਕਿ ਕੋਈ ਵੀ ਮਜ਼ਦੂਰਾਂ ਦੀ ਕਮੇਟੀ ਨਹੀਂ ਸੀ ਬਣਾ ਸਕਦਾ। ਜਿਵੇਂ ਹੁਣ ਆਪਣੀ ਸਾਰਿਆਂ ਦੀਆਂ ਆਪਦੀਆਂ ਪਾਰਟੀਆਂ ਆ, ਤੇ ਉਸ ਤਰ੍ਹਾਂ ਮਜ਼ਦੂਰਾਂ ਦੀ ਉੱਥੇ ਕੋਈ ਵੀ ਪਾਰਟੀ ਬਣਾਉਣੀ ਅਲਾਉਡ ਨਹੀਂ ਸੀ। ਜੇ ਕੋਈ ਕੋਸ਼ਿਸ਼ ਕਰਦਾ ਸੀ ਤੇ ਉਹਨੂੰ ਨਾਲ ਦੀ ਨਾਲ ਜੇਲ੍ਹਾਂ 'ਚ ਫੜ ਕੇ ਡੱਕ ਦਿੱਤਾ ਜਾਂਦਾ ਸੀ। ਤੇ ਈਵਨ ਜਿਹੜੇ ਕਾਰਖਾਨਿਆਂ ਦੇ ਮਾਲਕ ਸੀ ਉਹਨਾਂ ਨੇ ਗੁੰਡੇ ਵੀ ਰੱਖੇ ਹੁੰਦੇ ਸੀ, ਉਹਨੂੰ ਕੁੱਟ ਮਾਰ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਪਰ ਜਦੋਂ ਇੰਨਾ ਜ਼ਿਆਦਾ ਜ਼ੁਲਮ ਵੱਧ ਗਿਆ ਤਾਂ 1886 ਤੱਕ ਇੱਕ ਉੱਥੇ ਪਾਰਟੀ ਬਣ ਗਈ ਜਿਹੜੀ ਕਿ ਅੰਡਰਗਰਾਉਂਡ ਹੀ ਸੀ, ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਸੀ ਉਹਦੇ ਬਾਰੇ। ਪਰ ਉਹ 2-3 ਸਾਲਾਂ 'ਚ ਇੰਨੀ ਜ਼ਿਆਦਾ ਵਧੀ ਕਿ ਉਹਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਬਣ ਗਏ ਤੇ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਮਤਲਬ ਆਪਾਂ ਕਿਵੇਂ ਸ਼ੁਰੂ ਕਰੀਏ ਜਾਂ ਕੀ ਕਰਨਾ ਚਾਹੀਦਾ। ਤਾਂ 2 ਗੱਲਾਂ ਉਹਦੇ ਵਿੱਚ ਪ੍ਰਵਾਨਿਤ ਹੋਈਆਂ। ਪਹਿਲੀ ਇਹ ਕਿ ਬਈ ਘੰਟੇ ਹੋਣੇ ਕੰਮ ਦੇ ਜ਼ਰੂਰੀ ਆ, ਵੀ ਪਤਾ ਹੋਵੇ ਵੀ ਦਿਨ 'ਚ ਇੰਨੇ ਘੰਟੇ ਕੰਮ ਕਰ ਸਕਦੇ ਆ ਤਾਂ ਕਿ ਆਪਾਂ ਆਰਾਮ ਕਰਕੇ ਦੂਜੇ ਦਿਨ ਉਨਾ ਹੀ ਕੰਮ ਫੇਰ ਕਰੀਏ। ਨਹੀਂ ਤੇ ਉਹ ਥੱਕੇ ਹਾਰੇ ਨੀਂਦਰੇ ਦੇ ਵਿੱਚ ਮਸ਼ੀਨਾਂ 'ਚ ਉਹਨਾਂ ਦੇ ਅੰਗ ਉੱਡੇ ਜਾਂਦੇ ਸੀਗੇ ਜਾਂ ਫਿਰ ਉਹਨਾਂ ਦਾ ਮਰ ਜਾਂਦੇ ਸੀ ਬਹੁਤ ਜ਼ਿਆਦਾ। ਤੇ ਹੌਲੀ ਹੌਲੀ ਖਾਸ ਕਰਕੇ ਔਰਤਾਂ ਤੇ ਛੋਟੀ ਉਮਰ ਦੇ ਬੱਚੇ ਜਿਹੜੇ ਆ ਜਾਂ ਬੰਦੇ ਵੀ, ਉਹਨਾਂ ਦੀਆਂ ਮੌਤਾਂ ਦੀ ਗਿਣਤੀ ਦੀ ਲਗਾਤਾਰ ਜਿਹੜੀ ਵੱਧ ਰਹੀ ਸੀ। ਤਾਂ ਉਹਨਾਂ ਦੀ ਆਪਸ 'ਚ ਗੱਲ ਹੋਈ ਕਿ ਆਪਾਂ ਇਹ 2 ਚੀਜ਼ਾਂ ਯਕੀਨੀ ਬਣਾਵਾਂਗੇ। ਇੱਕ ਕਿ ਘੰਟੇ ਹੋਣਗੇ ਦਿਨ 'ਚ ਰੋਜ਼ ਕੰਮ, ਦਿਹਾੜੀ ਦੇ ਘੰਟੇ, ਤੇ ਦੂਜੀ ਗੱਲ ਹੋਊਗੀ ਕਿ ਜੇ ਕੋਈ ਨੁਕਸਾਨ ਹੁੰਦਾ ਕਿਸੇ ਮਜ਼ਦੂਰ ਦਾ, ਚਾਹੇ ਉਹ ਜਾਨੀ ਹੈ ਚਾਹੇ ਉਹ ਸਿਹਤ ਦਾ ਆ, ਉਹਦੀ ਭਰਪਾਈ ਜਿਹੜਾ ਆ ਉਹ ਮਾਲਕ ਕਰਿਆ ਕਰੂਗਾ। ਤਾਂ ਉਹ ਸਾਰੇ ਜਣੇ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਆਪਾਂ ਇਦਾਂ ਕਰਦੇ ਹਾਂ, ਜਿਵੇਂ ਹੁਣ ਆਪਾਂ ਇੱਥੇ ਸੜਕਾਂ 'ਤੇ ਬੈਠੇ ਹਾਂ ਧਰਨਾ ਲਾ ਕੇ, ਉਹਨਾਂ ਨੇ ਕਿਹਾ ਕਿ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਧਰਨਾ ਮਾਰਦੇ ਹਾਂ। ਤਾਂ ਉਹ 1 ਮਈ ਜਿਹੜਾ ਅੱਜ ਦਾ ਦਿਨ ਆ, 1 ਮਈ 1886 ਦੇ ਵਿੱਚ ਜਾਂ 87 ਦੇ ਵਿੱਚ, 86 ਦੇ ਵਿੱਚ ਆਈ ਗਏ ਸਨ, ਉਹ ਇਕੱਠੇ ਹੋਏ ਤੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਇਕੱਠੇ ਹੋਏ। ਤੇ ਉਸ ਟਾਈਮ ਤੇ ਜਿੰਨੇ ਵੀ ਸਾਰੇ ਅਖਬਾਰ ਸੀ ਦੁਨੀਆ ਦੇ, ਖਾਸ ਕਰਕੇ ਅਮਰੀਕਾ ਦੇ, ਉਹਨਾਂ ਨੇ ਸਾਰਿਆਂ ਨੇ ਉਹਦੇ ਖਿਲਾਫ ਲਿਖਿਆ ਵੀ ਇਹ ਬਹੁਤ ਵੱਡਾ ਖਤਰਾ ਆ ਦੇਸ਼ ਦੇ ਆਰਥਿਕ ਸਿਸਟਮ ਨੂੰ ਕਿ ਮਜ਼ਦੂਰ ਇਕੱਠੇ ਹੋ ਗਏ। ਇਹ ਮਤਲਬ ਜਿਵੇਂ ਇਹ ਲੱਗਿਆ ਕਿ ਜਿਵੇਂ ਮਜ਼ਦੂਰ ਗੁੰਡਾਗਰਦੀ ਕਰ ਰਹੇ ਹੋਣ, ਪਰ ਉਹ ਹਟੇ ਨਹੀਂ ਮਜ਼ਦੂਰ। ਉਹ ਆਪਦਾ ਸ਼ਾਂਤਮਈ ਮੁਜ਼ਾਹਰਾ ਕਰਦੇ ਰਹੇ ਕਿ ਰੋਸ ਮੁਜ਼ਾਹਰਾ ਕਰਦੇ ਰਹੇ, ਜਿਵੇਂ ਆਪਾਂ ਇੱਥੇ ਬੈਠੇ ਹੋਏ ਆ ਉਹ ਵੀ ਇਦਾਂ ਹੀ ਬੈਠੇ ਰਹੇ। ਉੱਥੋਂ ਦੀ ਪੁਲਿਸ ਸੀ ਜਿਹੜੀ ਜਾਂ ਗਵਰਨਰ ਸੀ, ਉਹ ਆ ਕੇ ਦੇਖਦੇ ਰਹੇ ਵੀ ਇਦਾਂ ਚੱਲ ਰਿਹਾ। ਤੇ ਉਸ ਰਾਤ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ, ਬਹੁਤ ਖਰਾਬ ਮੌਸਮ ਸੀ। ਉਹਨਾਂ ਨੂੰ 2-3 ਵਾਰੀ ਵਾਰਨਿੰਗ ਦਿੱਤੀ ਗਈ ਵੀ ਤੁਸੀਂ ਇਹਨੂੰ, ਜਿਵੇਂ ਹੁਣ ਆਪਾਂ ਨੂੰ ਕਰੋਨਾ ਕਰਕੇ ਡਰਾਇਆ ਜਾ ਰਿਹਾ, ਸੇਮ ਤੁਸੀਂ ਇਹ ਦੇਖਿਓ ਵੀ ਕਿੰਨੀਆਂ ਸਮਾਨਤਾਵਾਂ ਆ, ਕਿੰਨੀਆਂ ਸਿਮਿਲੈਰਿਟੀਜ਼। ਤੇ ਉਹਨਾਂ ਨੂੰ ਕਿਹਾ ਵੀ ਮੌਸਮ ਬਹੁਤ ਖਰਾਬ ਆ, ਤੁਸੀਂ ਚੱਲ ਜਾਓ। ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਨਹੀਂ ਹਟੇ। ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਤਾਂ ਸ਼ਾਂਤਮਈ ਬੈਠੇ ਆ, ਅਸੀਂ ਨਹੀਂ ਹਿੱਲਣਾ ਇੱਥੋਂ। ਤਾਂ ਉਸ ਟਾਈਮ ਤੇ ਪੁਲਿਸ ਆਉਂਦੀ ਆ ਉੱਥੋਂ ਦੀ, ਤੇ ਜਦੋਂ ਪੁਲਿਸ ਨੇ ਆ ਕੇ ਥੋੜਾ ਉਹਨਾਂ ਨੂੰ ਦਬਕੇ ਮਾਰੇ ਤਾਂ ਮਜ਼ਦੂਰਾਂ ਵਾਲੇ ਪਾਸੇ ਤੋਂ ਕਿਸੇ ਨੇ ਬੰਬ ਸੁੱਟਤਾ ਛੋਟਾ ਜਿਹਾ, ਤੇ ਉਹ ਹਲੇ ਤੱਕ ਨਹੀਂ ਪਤਾ ਕਿ ਬੰਬ ਕਿਹਨੇ ਸੁੱਟਿਆ ਸੀ। ਹੋ ਸਕਦਾ ਕਿ ਪੁਲਿਸ ਦਾ ਹੀ ਬੰਦਾ ਹੋਵੇ। ਤੇ ਉਸ ਟਾਈਮ ਕੋਈ ਬੰਬ ਆਏ ਨਹੀਂ ਹੁੰਦੇ ਸੀਗੇ ਵੀ ਜਿਹੜੇ ਹੁਣ ਐਟਮੀ ਬੰਬ ਆ ਵੀ ਬਹੁਤ ਬੰਦੇ ਮਰ ਗਏ। ਬੰਬ ਕੀ ਹੁੰਦਾ ਸੀ, ਜਿਵੇਂ ਜਿੱਡੇ ਆਪਣੇ ਪਟਾਕੇ ਹੁਣ ਵੱਡੇ ਵੱਡੇ ਪਟਾਕੇ ਆ ਉਦਾਂ। ਪਰ ਉਹ ਬੰਬ ਦੇ ਨਾਲ ਜਿੰਨੀ ਭਗਦੜ ਮੱਚੀ ਤੇ ਪੁਲਿਸ ਵਾਲੇ 7 ਪੁਲਿਸ ਵਾਲੇ ਮਰ ਗਏ। ਉਹਦੇ ਨਾਲ ਉਹਨਾਂ ਨੇ ਕੀ ਕੀਤਾ, ਪੁਲਿਸ ਨੇ ਫਾਇਰਿੰਗ ਖੋਲਤੀ ਤੇ ਰਾਤ ਦਾ ਟਾਈਮ ਸੀ ਔਰ ਮੀਂਹ ਪੈ ਰਿਹਾ ਸੀਗਾ। ਤਾਂ ਉੱਥੇ ਇੰਨੇ ਕੁ ਜ਼ਿਆਦਾ ਲੋਕ ਜਿਹੜੇ ਨੇ ਉਹ ਸ਼ਹੀਦ ਹੋਏ ਮਜ਼ਦੂਰ ਕਿ ਰਾਤ ਨੂੰ ਤਾਂ ਉਸ ਟਾਈਮ ਸੜਕਾਂ ਤੇ ਨਹੀਂ ਪਤਾ ਲੱਗਿਆ ਕੀ ਹੋਇਆ। ਜਦੋਂ ਉਹਨੂੰ ਸਵੇਰ ਨੂੰ ਸ਼ਿਕਾਗੋ ਸ਼ਹਿਰ ਸੌਂ ਕੇ ਉੱਠਿਆ ਤਾਂ ਉੱਥੋਂ ਦੀਆਂ ਸੜਕਾਂ ਖੂਨ ਨਾਲ ਭਰੀਆਂ ਹੋਈਆਂ ਸੀਗੀਆਂ। ਤੇ ਜਿੰਨੇ ਲੋਕ ਸ਼ਹੀਦ ਹੋਏ ਉਹ ਤਾਂ ਸੜਕਾਂ ਤੇ ਪਏ ਸੀ, ਜਿਹੜੇ ਜ਼ਖਮੀ ਹੋਏ ਉਹ ਵੀ ਉੱਥੇ ਪਏ ਸੀਗੇ ਡਿੱਗੇ ਹੋਏ, ਤੇ ਜਿਹੜੇ ਬਾਕੀ ਮਜ਼ਦੂਰ ਵੀ ਸੀਗੇ ਉਹ ਵੀ ਉੱਥੋਂ ਨਹੀਂ ਗਏ। ਤੇ ਮਜ਼ਦੂਰਾਂ ਨੇ ਤਕਰੀਬਨ ਮੈਲੀਆਂ ਫਿੱਕੇ ਰੰਗਾਂ ਦੀਆਂ ਚਿੱਟੀਆਂ ਕਮੀਜ਼ਾਂ ਪਾਈਆਂ ਹੁੰਦੀਆਂ ਸੀਗੀਆਂ। ਤਾਂ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਕਮੀਜ਼ਾਂ ਸੀ ਸਵੇਰ ਨੂੰ ਉਹ ਲਾਲ ਰੰਗ 'ਚ ਲਹੂ ਦੇ ਵਿੱਚ ਲਾਲ ਹੋ ਚੁੱਕੀਆਂ ਸੀਗੀਆਂ। ਤਾਂ ਉਹਨਾਂ ਨੇ ਕੀ ਕੀਤਾ ਮਜ਼ਦੂਰਾਂ ਨੇ, ਉਹ ਜਦੋਂ ਆਪਦੀਆਂ ਬਸਤੀਆਂ ਦੇ ਵਿੱਚ ਗਏ ਜਿੱਥੇ ਉਹ ਰਹਿੰਦੇ ਸੀਗੇ, ਉਹਨਾਂ ਨੇ ਆਪਦੀਆਂ ਉਹ ਕਮੀਜ਼ਾਂ ਲਾ ਕੇ ਰੋਸ ਵਜੋਂ ਝੰਡੇ ਬਣਾ ਕੇ ਟੰਗ ਦਿੱਤੇ। ਤੇ ਜਦੋਂ ਸਵੇਰ ਨੂੰ ਸਾਰਿਆਂ ਨੇ ਦੇਖਿਆ ਤਾਂ ਮਜ਼ਦੂਰਾਂ ਦੀ ਬਸਤੀ ਦੇ ਵਿੱਚ ਸਾਰੇ ਲਾਲ ਝੰਡੇ ਸੀ। ਉੱਥੋਂ ਲਾਲ ਝੰਡਾ ਆਇਆ
ਤਾਂ ਉਹਨਾਂ ਨੇ ਲਾਲ ਕਮੀਜ਼ਾਂ ਆਪਦੀਆਂ ਉੱਚੀਆਂ ਕਰਕੇ ਡੰਡਿਆਂ ਦੇ ਉੱਤੇ ਟੰਗਤੀਆਂ ਰੋਸ ਵਜੋਂ, ਜਿੰਨੇ ਜਣੇ ਮਰੇ ਸੀ, ਜਿਹੜੇ ਉਹਨਾਂ ਦੇ ਖੂਨ ਨਾਲ ਲੱਥਪੱਥ ਹੋਈਆਂ ਸੀ। ਤੇ ਜਦੋਂ ਸਵੇਰੇ ਸਾਰਿਆਂ ਨੇ ਦੇਖਿਆ ਤਾਂ ਉੱਥੋਂ ਦੇ ਲੋਕਾਂ ਨੇ ਵੀ ਇਹ ਸਵਾਲ ਕੀਤਾ ਵੀ ਕੀ ਹੋਇਆ, ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਅੱਛਾ ਰਾਤ ਨੂੰ ਕੱਲ ਇਦਾਂ ਹੋਇਆ। ਤੇ ਉਹ ਫਿਰ ਲੜਾਈ ਇੰਨੀ ਲੰਮੀ ਚੱਲੀ, ਉਹਦੇ ਵਿੱਚ ਮਜ਼ਦੂਰਾਂ ਵੱਲੋਂ ਜਿਹੜੇ ਬੰਦੇ ਸਪੋਰਟ ਕਰਦੇ ਸੀ ਉਹਨਾਂ ਦੀ ਹਾਦੀ ਭਰਦੇ ਸੀਗੇ ਸ਼ਾਦੀ, ਤੇ ਉਹ 7 ਬੰਦਿਆਂ ਤੇ ਫਿਰ ਕੇਸ ਚੱਲਿਆ। ਤੇ ਉਹ ਕੇਸ ਦੇ ਵਿੱਚ ਉਹਨਾਂ 7 ਨੂੰ ਇੱਕ ਨੂੰ ਛੱਡ ਕੇ ਬਾਕੀਆਂ ਨੂੰ ਫਾਂਸੀ ਹੋਈ, ਇੱਕ ਨੂੰ ਉਮਰ ਕੈਦ ਹੋਈ ਅਗਸਤ 1986 ਦੇ ਵਿੱਚ। ਪਰ ਉਹਨਾਂ ਨੇ ਇੰਨੀ ਫਿਰ ਵੱਡੇ ਦੁਨੀਆ ਦੇ ਜਿਹੜੇ ਫਿਲਾਸਫਰ ਸੀ, ਥਿੰਕਰ ਸੀ, ਜਾਂ ਜਿਹੜੇ ਲੜਦੇ ਸੀਗੇ ਮਜ਼ਦੂਰਾਂ ਦੇ ਹੱਕਾਂ ਲਈ, ਉਹ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਹ ਗੱਲ ਸਹੀ ਆ ਕਿ ਮਜ਼ਦੂਰਾਂ ਦੇ ਕੰਮ ਦਾ ਟਾਈਮ ਨਿਸ਼ਚਿਤ ਹੋਣਾ ਚਾਹੀਦਾ ਆ। ਜੇ ਉਹਨਾਂ ਦੀਆਂ ਜਾਨਾਂ ਬਚਾਉਣੀਆਂ ਆ, ਜੇ ਉਹ ਆਰਾਮ ਨਹੀਂ ਕਰਨਗੇ ਤਾਂ ਉਹ ਕੰਮ ਨਹੀਂ ਕਰ ਪਾਉਣਗੇ। ਤਾਂ ਫਿਰ ਉਹ ਲੜਾਈ ਇੰਨੀ ਚੱਲੀ ਤੇ ਉਸੇ ਸਾਲ ਹੀ ਉਹਨਾਂ ਨੇ ਇਹ ਨਿਸ਼ਚਾ ਕੀਤਾ ਕਿ ਆਪਾਂ ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਜਾਂ ਫਿਰ ਮਈ ਦਿਵਸ ਕਰਕੇ ਮਨਾਇਆ ਕਰਾਂਗੇ, ਜਿਹਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੋਊਗੀ। ਤੇ ਆਪਾਂ ਯਕੀਨੀ ਬਣਾਵਾਂਗੇ, ਜਿਵੇਂ ਇੱਥੇ ਆ ਲੱਗਿਆ ਹੋਇਆ ਕਿ ਦੁਨੀਆ ਭਰ ਕੇ ਮਜ਼ਦੂਰੋ ਇੱਕ ਹੋ, ਕਿ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ। ਤੇ ਇਹ ਕਿਹਾ ਜਾਂਦਾ ਕਿ ਜੇ ਸਾਰੀ ਦੁਨੀਆ ਦੇ ਮਜ਼ਦੂਰ ਇਕੱਠੇ ਹੋ ਜਾਣ ਨਾ, ਤੇ ਕੋਈ ਤਾਕਤ ਦੁਨੀਆ ਦੀ ਉਹਨਾਂ ਤੋਂ ਵੱਡੀ ਨਹੀਂ ਹੈ, ਬਸ਼ਰਤੇ ਕਿ ਉਹ ਇਕੱਠੇ ਹੋ ਜਾਣ। ਸੋ ਫਿਰ ਉਹਦੀ ਜਿੱਤ ਇਹ ਹੋਈ ਕਿ ਹੁਣ ਆਪਾਂ ਵੀ ਜਿਵੇਂ ਸਾਰੇ ਜਿਹੜੇ ਇਵਨ ਸਰਕਾਰੀ ਨੌਕਰੀਆਂ ਵਾਲੇ ਵੀ ਜੇ 8 ਘੰਟੇ ਕੰਮ ਕਰ ਪਾਉਂਦੇ ਆ ਜਾਂ ਸਾਡੇ ਕੰਮ ਦਾ ਟਾਈਮ ਨਿਸ਼ਚਿਤ ਆ, ਤਾਂ ਉਹ ਉਹਨਾਂ ਸ਼ਹੀਦਾਂ ਕਰਕੇ ਜਿਹੜੇ ਸ਼ਿਕਾਗੋ ਦੇ ਵਿੱਚ ਹੋਏ ਸੀ। ਫਿਰ ਉਸ ਤੋਂ ਬਾਅਦ ਜਦੋਂ ਪਹਿਲਾਂ ਅਮਰੀਕਾ ਵਿੱਚ ਮਨਾਇਆ ਜਾਣ ਲੱਗਿਆ ਤੇ ਭਾਰਤ ਵਿੱਚ 1923 ਵਿੱਚ ਪਹਿਲੀ ਵਾਰੀ ਮਨਾਇਆ ਗਿਆ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਨੇ। ਤੇ ਆਜ਼ਾਦੀ ਤੋਂ ਪਹਿਲਾਂ ਲਾਲ ਝੰਡਾ ਭਾਰਤ ਵਿੱਚ ਉਸ ਟਾਈਮ ਲਹਿਰਾਇਆ ਗਿਆ, ਉਸ ਟਾਈਮ ਵਰਤਿਆ ਗਿਆ। ਸੋ ਇੱਕ ਮੇਰਾ ਦੱਸਣ ਦਾ ਮਤਲਬ ਇਹ ਵੀ ਸੀ ਕਿ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿਸੇ ਚੀਜ਼ ਦਾ, ਆਪਾਂ ਨੂੰ ਲਾਲ ਝੰਡੇ ਦੀ ਹਿਸਟਰੀ ਨਹੀਂ ਪਤਾ, ਆਪਾਂ ਨੂੰ ਜਿਹੜੇ ਆਪਾਂ ਕਾਮਰੇਡਾਂ ਦੇ ਖਿਲਾਫ ਹਾਂ, ਆਪਾਂ ਝੰਡੇ ਨੂੰ ਵੀ ਗਾਲ ਕੱਢਦੇ ਹਾਂ ਵੀ ਇਹ ਸਾਡੇ ਲਾਲ ਝੰਡੇ ਵਾਲੇ, ਹਨਾ। ਪਰ ਤੁਸੀਂ ਦੇਖੋ ਉਹਦਾ ਇਤਿਹਾਸ ਕਿੰਨਾ ਸੋਹਣਾ ਤੇ ਕਿੰਨਾ ਬਹਾਦਰ ਆ। ਤੇ ਮੈਨੂੰ ਲੱਗਦਾ ਕਿ ਮੈਂ ਅੱਜ ਜਦੋਂ ਸਾਰਾ ਇਹਦੇ ਬਾਰੇ ਪੜ੍ਹ ਰਹੀ ਸੀ ਜਾਂ ਸਾਰਾ ਪੁਰਾਣਾ ਦੇਖ ਰਹੀ ਸੀ, ਤੇ ਮੈਨੂੰ ਲੱਗਿਆ ਕਿ ਅੱਜ ਤੋਂ ਬਾਅਦ ਜੇ ਕੋਈ ਲਾਲ ਝੰਡੇ ਨੂੰ ਕੁਝ ਬੁਰਾ ਕਹੂਗਾ ਤੇ ਮੈਂ ਇਹਨੂੰ ਕਹਾਣੀ ਦੱਸੂਗੀ ਸਾਰੀ। ਤੇ ਮੈਨੂੰ ਆਸ ਆ ਕਿ ਤੁਸੀਂ ਵੀ ਅੱਜ ਤੋਂ ਬਾਅਦ ਆਪਾਂ ਲਾਲ ਝੰਡੇ ਦੀ ਇੱਜ਼ਤ ਕਰਾਂਗੇ ਸਾਰੇ, ਕਿਉਂਕਿ ਇਹ ਉਹਨਾਂ ਮਜ਼ਦੂਰਾਂ ਦੀ ਨਿਸ਼ਾਨੀ ਆ ਜਿਨ੍ਹਾਂ ਨੇ ਖੂਨ ਦੇ ਵਿੱਚ ਆਪਦੀਆਂ ਕਮੀਜ਼ਾਂ ਚਿੱਟੀਆਂ ਰੰਗ ਕੇ ਝੰਡਾ ਬਣਿਆ ਸੀ ਉਹਨਾਂ ਦਾ। ਇਹ ਕੋਈ ਆਮ ਝੰਡਾ ਨਹੀਂ। ਸੋ ਆਪਣਾ ਸਾਰਿਆਂ ਦਾ ਇਹੀ ਫਰਜ਼ ਬਣਦਾ ਮੈਨੂੰ ਲੱਗਦਾ ਕਿ ਜੇ ਆਪਾਂ ਇੱਥੇ ਆਪਾਂ ਭਾਗਾਂ ਵਾਲੇ ਆ, ਪਹਿਲੀ ਗੱਲ ਤਾਂ ਕਿ ਆਪਾਂ ਇਹੋ ਜਿਹੇ ਸੋਹਣੇ ਦਿਨ ਦੇ ਮੌਕੇ ਆਪਾਂ ਇੱਥੇ ਇਕੱਠੇ ਆ, ਤੇ ਕੁਦਰਤ ਕਰੇ ਕਿ ਮੋਦੀ ਦੇ ਮਨ ਮਿਹਰ ਪਵੇ, ਜੇ ਨਹੀਂ ਪਈ ਤੇ ਆਪਾਂ ਤਾਂ ਇੱਥੇ ਬੈਠੇ ਆ ਤੇ ਆਪਾਂ ਜਿੱਤ ਕੇ ਹੀ ਜਾਣਾ ਇੱਥੋਂ। ਤੇ ਜਦੋਂ ਵੀ ਆਪਾਂ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਆਪਾਂ ਸਾਰੀ ਉਮਰ ਲਈ ਆਪਾਂ ਤੇ ਜਾਗ ਹੀ ਚੁੱਕੇ ਆ, ਆਪਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਦੇ ਕੇ ਜਾਣੀਆਂ ਕਹਾਣੀਆਂ ਕਿ ਅਸੀਂ ਉੱਥੋਂ ਸਿੱਖੀਆਂ ਸੀਗੀਆਂ, ਅਸੀਂ ਆਹ ਕੀਤਾ ਸੀ। ਕਿਉਂਕਿ ਸਾਡੀਆਂ ਕਹਾਣੀਆਂ ਵੀ ਉਹਨਾਂ ਮਜ਼ਦੂਰਾਂ ਤੋਂ ਕੁਝ ਘੱਟ ਨਹੀਂ ਹੈਗੀਆਂ, ਸਾਡੀਆਂ ਵੀ ਉਨੀਆਂ ਵੱਡੀਆਂ ਕਹਾਣੀਆਂ ਆ, ਪਰ ਇਹਨਾਂ ਨੂੰ ਆਪਾਂ ਅੱਗੇ ਨਹੀਂ ਪਾਸ ਹੋਣ ਕਰਨਾ। ਸੋ ਇਹ ਸੀਗਾ ਵੀ ਆਪਾਂ ਕਾਹਤੋਂ ਮਨਾਉਂਦੇ ਆ। ਤੇ ਹੁਣ ਮੈਂ ਬੁਲਾਉਣੀ ਆ ਸਤੀਸ਼ ਧਵਨ ਜੀ ਨੂੰ, ਮੇਰੇ ਗੁਆਂਢੀ ਪਿੰਡ ਤੋਂ, ਭਲੂਰ ਤੋਂ। ਆਜੋ ਵੀਰੇ, ਕਰਤਾ ਸੁਣਦੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲੋ। ਸੋ ਇੱਕੋ ਮਿੰਟ ਵੀਰੇ, ਕਿ ਆਪਾਂ ਅੱਜ ਦੇ ਦਿਨ ਦਾ ਇਤਿਹਾਸ ਸੁਣ ਕੇ ਹਟੇ ਹਾਂ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਰਿਆਂ ਦਾ ਦਿਲ ਇੱਕ ਵਾਰੀ ਗਲੂੰਦਰਿਆ ਜਾ ਗਿਆ। ਸੋ ਕਿਉਂ ਨਾ ਆਪਾਂ 30 ਸਕਿੰਟ ਦਾ ਜਾਂ 1 ਮਿੰਟ ਦਾ ਉਹਨਾਂ ਮਜ਼ਦੂਰਾਂ ਲਈ ਮੌਨ ਰੱਖੀਏ ਜੋ ਉਹਨਾਂ ਨੇ ਕੀਤਾ ਸਾਡੇ ਲਈ, ਜਿਹੜੀ ਨੀਂਹ ਪੱਥਰ ਰੱਖਿਆ, ਉਹਦਾ ਧੰਨਵਾਦ ਕਰਨ ਲਈ। ਜਿਵੇਂ ਅਰਦਾਸ ਕਰੀਏ ਉਹਨਾਂ ਰੂਹਾਂ ਨੂੰ, ਉਹਨਾਂ ਤੋਂ ਜਿਹੜਾ ਰਾਹ ਬਣਿਆ ਅਗਲੀਆਂ ਰੂਹਾਂ ਤੱਕ, ਹੁਣ ਤੱਕ ਜਿਹੜੇ ਇੱਥੇ ਵੀ ਰੰਗੇ ਗਏ ਆਪਣੇ ਖੂਨ ਨੂੰ।
ਉਹਨਾਂ ਦੀ ਅਰਦਾਸ ਕਰੀਏ। ਅੱਜ ਦੇ ਇਸ ਸਮਾਗਮ ਦੇ ਵਿੱਚ ਇਸ ਪ੍ਰੋਗਰਾਮ ਦੇ ਸਟੇਜ ਸੰਚਾਲਕ ਸਤਿਕਾਰਯੋਗ ਮੈਡਮ ਜੱਸੀ ਸਿੰਘਾ ਜੀ, ਸਾਰੀ ਪ੍ਰਬੰਧਕ ਕਮੇਟੀ, ਸਾਰੇ ਪਹੁੰਚੇ ਹੋਏ ਕਿਸਾਨ ਵੀਰ ਮਾਤਾ ਭੈਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ, ਵਿਸਾਖੀ ਭਾਵੇਂ ਅਸੀਂ ਹਰ ਸਾਲ ਮਨਾਉਂਦੇ ਹਾਂ, ਪਰ ਜਿਹੜੀ ਵਿਸਾਖੀ ਆਪਾਂ ਇਸ ਸਾਲ ਬਾਰਡਰਾਂ ਦੇ ਬਹਿ ਕੇ ਮਨਾਈ ਹੈ, ਇਹ ਸਾਨੂੰ ਸਾਰੀ ਜ਼ਿੰਦਗੀ ਯਾਦ ਰਹੂਗੀ। ਤਾਂ ਇਸ ਵਿਸਾਖੀ ਦੇ ਮੁਤਾਲਕ ਮੈਂ ਇੱਕ ਗੀਤ ਲਿਖਿਆ ਸੀ, ਉਹ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰਾਂ। ਸਿਦਕਾਂ ਦੇ ਵੱਲ ਮੁੜੇ ਕਾਫਲੇ, ਸਬਰਾਂ ਦੇ ਨਾਲ ਜੁੜੇ ਕਾਫਲੇ, ਸਿਦਕਾਂ ਦੇ ਵੱਲ ਮੁੜੇ ਕਾਫਲੇ, ਸਬਰਾਂ ਦੇ ਨਾਲ ਜੁੜੇ ਕਾਫਲੇ, ਅਣਖਾਂ ਦੀ ਮੁਨਿਆਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਬਾਪੂ ਧਰਨਾ ਕਿਉਂ ਲਾਇਆ ਸੀ, ਐਸਾ ਵੇਲਾ ਕਿਉਂ ਆਇਆ ਸੀ, ਬਾਪੂ ਧਰਨਾ ਕਿਉਂ ਲਾਇਆ ਸੀ, ਐਸਾ ਵੇਲਾ ਕਿਉਂ ਆਇਆ ਸੀ, ਪੁੱਛਦੀ ਸਦਾ ਯਾਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਦਿੱਲੀ ਨੂੰ ਹੀ ਖੇਤ ਬਣਾ ਲਿਆ, ਮੰਜਾ ਪੀੜਾ ਸਭ ਕੁਝ ਡਾਲਿਆ, ਦਿੱਲੀ ਨੂੰ ਹੀ ਖੇਤ ਬਣਾ ਲਿਆ, ਮੰਜਾ ਪੀੜਾ ਸਭ ਕੁਝ ਡਾਲਿਆ, ਦੁਨੀਆ ਨਵੀਂ ਆਬਾਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਚੁੱਲ੍ਹਾ ਚੌਂਕਾ ਗੈਸ ਤੇ ਬਾਲਣ, ਘਰ ਦੇ ਵਾਂਗੂ ਆਏ ਸੰਭਾਲਣ, ਚੁੱਲ੍ਹਾ ਚੌਂਕਾ ਗੈਸ ਤੇ ਬਾਲਣ, ਘਰ ਦੇ ਵਾਂਗੂ ਆਏ ਸੰਭਾਲਣ, ਲੱਗਦੀ ਦਾਲ ਸਵਾਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਮਾਤਾ ਭੈਣਾਂ ਮੋਢਾ ਲਾਵਣ, ਜੰਗ 'ਚ ਆਪਣਾ ਹਿੱਸਾ ਪਾਵਣ, ਮਾਤਾ ਭੈਣਾਂ ਮੋਢਾ ਲਾਵਣ, ਜੰਗ 'ਚ ਆਪਣਾ ਹਿੱਸਾ ਪਾਵਣ, ਚੜ੍ਹਦੀ ਕਲਾ ਆਜ਼ਾਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਜਿੰਦ ਨੂੰ ਦੁੱਖੜੇ ਆਉਂਦੇ ਰਹਿਣੇ, ਖੇਤਾਂ ਦੇ ਪੁੱਤ ਗਾਉਂਦੇ ਰਹਿਣੇ, ਜਿੰਦ ਨੂੰ ਦੁੱਖੜੇ ਆਉਂਦੇ ਰਹਿਣੇ, ਖੇਤਾਂ ਦੇ ਪੁੱਤ ਗਾਉਂਦੇ ਰਹਿਣੇ, ਧਮਨਾ ਇਹ ਫਰਿਆਦ ਰਹੂਗੀ ਇਹ ਵਿਸਾਖੀ, ਇਹ ਵਿਸਾਖੀ ਯਾਦ ਰਹੂਗੀ, ਇਹ ਵਿਸਾਖੀ ਯਾਦ ਰਹੂਗੀ। ਸ਼ੁਕਰੀਆ ਜੀ। ਧੰਨਵਾਦ ਵੀਰੇ। ਇਸ ਤੋਂ ਬਾਅਦ ਕਿਰਨਪ੍ਰੀਤ, ਇਹ ਮੁੰਡੇ ਜੰਗੀ ਕਿਤਾਬ ਘਰ, ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਜੰਗੀ ਲਾਇਬ੍ਰੇਰੀ ਚਲਾਉਂਦੇ ਨੇ। ਕਬ ਤੱਕ
ਇਸੇ ਧਰਤੀ ਤੇ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਯਾਰੋ ਅਸੀਂ ਜੰਮੇ ਹਾਂ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਯਾਰੋ ਅਸੀਂ ਜੰਮੇ ਆ, ਨਾ ਹੀ ਪੀੜਾਂ ਥੰਮੀਆਂ ਯਾਰੋ, ਨਾ ਹੀ ਅਸੀਂ ਥੰਮੇ ਆ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਯਾਰੋ ਅਸੀਂ ਜੰਮੇ ਆ, ਨਾ ਹੀ ਪੀੜਾਂ ਥੰਮੀਆਂ ਯਾਰੋ, ਨਾ ਹੀ ਅਸੀਂ ਥੰਮੇ ਆ। ਅੰਮੀ ਹਰਦਮ ਬੁਣਦੀ ਰਹਿੰਦੀ, ਅੰਮੀ ਹਰਦਮ ਬੁਣਦੀ ਰਹਿੰਦੀ, ਕੋਟੀ ਮੇਰਿਆਂ ਚਾਵਾਂ ਦੀ। ਅੱਜ ਵਕਤਾਂ ਦੇ ਅੱਗੇ ਯਾਰੋ, ਹੱਥ ਵੇਖੇ ਉਸ ਦੇ ਕੰਬੇ ਆ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਯਾਰੋ ਅਸੀਂ ਜੰਮੇ ਆ। ਮੈਂ ਫੁੱਲਾਂ ਦੇ ਬਾਗ ਸੀ ਬੀਜੇ, ਮੈਂ ਫੁੱਲਾਂ ਦੇ ਬਾਗ ਸੀ ਬੀਜੇ, ਸਭ ਨੂੰ ਮਹਿਕਾਂ ਵੰਡਣ ਲਈ। ਪਰ ਰੁੱਤਾਂ ਨੇ ਹੱਥੀ ਯਾਰੋ, ਫੜ ਰੱਖੇ ਨੇਜੇ ਰੰਬੇ ਆ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਭੱਜ ਕੇ ਚੰਨ ਨੂੰ ਫੜ ਲੈਂਦੇ ਸਾਂ, ਐਨੀ ਹਿੰਮਤ ਹੁੰਦੀ ਸੀ। ਭੱਜ ਕੇ ਚੰਨ ਨੂੰ ਫੜ ਲੈਂਦੇ ਸਾਂ, ਐਨੀ ਹਿੰਮਤ ਹੁੰਦੀ ਸੀ। ਦਿਲ ਤੋਂ ਦਿਲ ਤੱਕ ਜਾ ਨਹੀਂ ਹੁੰਦਾ, ਰਾਹ ਹੋ ਗਏ ਦੂਣੇ ਲੰਬੇ ਆ। ਕੁੱਖ ਚੋਂ ਪੀੜਾਂ ਦਾ ਦੁੱਧ ਪੀ ਕੇ ਯਾਰੋ ਅਸੀਂ ਜੰਮੇ ਆ, ਨਾ ਹੀ ਪੀੜਾਂ ਥੰਮੀਆਂ ਯਾਰੋ, ਨਾ ਹੀ ਅਸੀਂ ਥੰਮੇ ਆ। ਦੂਜਾ ਕਵਿਤਾ ਹੈ। ਮੇਰੇ ਪਿੰਡੇ ਪੀੜ ਦੀ ਚਾਦਰ, ਮੇਰੇ ਪਿੰਡੇ ਪੀੜ ਦੀ ਚਾਦਰ, ਕਰਦਾ ਨਾ ਲੱਦੀਆਂ ਬਾਹਾਂ, ਕੋਈ ਮੈਨੂੰ ਵੀ ਦਿਓ ਦੁਆਵਾਂ। ਮੇਰੇ ਪਿੰਡੇ ਪੀੜ ਦੀ ਚਾਦਰ, ਦਰਦਾਂ ਨਾ ਲੱਦੀਆਂ ਬਾਹਾਂ, ਕੋਈ ਮੈਨੂੰ ਵੀ ਦਿਓ ਦੁਆਵਾਂ। ਅੱਖਾਂ ਮੇਰੀਆਂ ਹਰਦਮ ਤਿੜਕੇ, ਵੇਖਾਂ ਜਦ ਸਜਣਾ ਦੀਆਂ ਰਾਹਾਂ, ਕੋਈ ਮੈਨੂੰ ਵੀ ਦਿਓ ਦੁਆਵਾਂ। ਦਿਲ ਦੇ ਟੁਕੜੇ ਜੋੜ ਕੇ ਦੇਖਾਂ, ਦਿਲ ਦੇ ਟੁਕੜੇ ਜੋੜ ਕੇ ਦੇਖਾਂ, ਨਹੀਂ ਮਿਟਦਾ ਤੇਰਾ ਸਿਰਨਾਵਾ, ਕੋਈ ਮੈਨੂੰ ਵੀ ਦਿਓ ਦੁਆਵਾਂ। ਮੈਂ ਧੁੱਪਾਂ ਨਾਲ ਸਾਂਝ ਹੈ ਪਾਲੀ, ਉਹਦੀਆਂ ਯਾਦਾਂ ਮੇਰੀਆਂ ਛਾਵਾਂ, ਕੋਈ ਮੈਨੂੰ ਵੀ ਦਿਓ ਦੁਆਵਾਂ। ਵਿਛੋੜੇ ਦਾ ਰਸ ਪੀ ਚੱਲੇ ਹਾਂ, ਵਿਛੋੜੇ ਦਾ ਰਸ ਪੀ ਚੱਲੇ ਹਾਂ, ਹੁਣ ਚੜੀਆਂ ਮੌਤ ਘਟਾਵਾਂ, ਕੋਈ ਮੈਨੂੰ ਵੀ ਦਿਓ ਦੁਆਵਾਂ, ਕੋਈ ਮੈਨੂੰ ਵੀ ਦਿਓ ਦੁਆਵਾਂ। ਧੰਨਵਾਦ। ਬਹੁਤ ਵਧੀਆ। ਹੋਰ ਵੀ ਸੁਣਾਉਣੀ ਤਾਂ ਸੁਣਾ ਦਿਓ। ਬਾਅਦ ਸੁਣਾ ਦਿਓ। ਇਹਨੇ ਸੁਣਾਉਣਾ ਬੱਚੇ ਨੇ ਕੁਛ? ਹੋਰ ਜੇ ਕਿਸੇ ਨੇ ਵੀ ਕੋਈ ਸੁਣ ਕੇ ਕਈ ਵਾਰੀ ਦਿਮਾਗ 'ਚ ਆ ਜਾਂਦਾ ਵੀ ਮੈਨੂੰ ਵੀ ਐਸਾ ਕੁਛ ਆਉਂਦਾ, ਜੇ ਕਿਸੇ ਨੇ ਸੁਣਾਉਣਾ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ। ਗੁਰਜੰਟ ਸਿੰਘ ਧੂੜ ਇਕਾਈ ਪ੍ਰਧਾਨ ਕ੍ਰਾਂਤੀਕਾਰੀ। ਅੱਛਾ ਤੁਸੀਂ ਧੰਨਵਾਦ ਕਰਨਾ ਨਾ। ਅੱਛਾ ਤੇ ਤੋਂ ਬਾਅਦ ਜਾਲਾ ਰਾਮ ਛੋਟੇ ਧਾਰੀਵਾਲ ਵਾਲੇ ਤਿਆਰ ਰਹੇ ਆ। ਸਤਿ ਸ੍ਰੀ ਅਕਾਲ ਭਾਈ ਸਾਰੀ ਸੰਗਤ ਨੂੰ। ਮੈਂ ਤਾਂ ਸਾਰੀ ਸੰਗਤ ਦਾ ਹੀ ਧੰਨਵਾਦ ਹੀ ਕਰਨਾ ਜੀ। ਹੋਰ ਆਪਾਂ ਨੇ ਲੰਬਾ ਚੌੜਾ ਪ੍ਰੋਗਰਾਮ ਨਹੀਂ ਕਰਨਾ। ਕੋਈ ਇਕਾਈ ਦਾ ਪ੍ਰਧਾਨ ਹੈ ਜੀ, ਜ਼ਿਲ੍ਹਾ ਪਟਿਆਲਾ, ਬਲਾਕ ਪਾਤੜਾ, ਪਿੰਡ ਧੂੜ। ਵੀ ਸਭ ਤੋਂ ਵੱਡਾ ਆਪਾਂ ਇਕੱਠ ਕਰਕੇ ਰੱਖੋ, ਥੋੜ੍ਹਾ ਜਿਹਾ ਆਪਾਂ ਢਿੱਲ ਵਰਤ ਰੱਖੀਏ। ਹਾਂ, ਸਭ ਤੋਂ ਵੱਡਾ ਆਪਾਂ ਥੋੜ੍ਹੇ ਬੰਦੇ ਵਧਾ ਕੇ ਪੂਰੇ ਰੱਖੋ ਆਪਣੀ, ਆਪਾਂ ਢਿੱਲ ਕਰ ਰੱਖੀਏ ਹੁਣ। ਪਰ ਮੈਂ ਨਹੀਂ ਢਿੱਲ ਹੋਣ ਦਿੱਤੀ। 11 ਦੀ 26 ਦਾ ਹੋ ਰਿਹਾ। 15 ਬੰਦੇ ਮੇਰੇ ਆਪਣੇ ਮਹਾਰਾਜ ਲੰਗਰ ਦੇ ਨਾਲ ਲੱਗਦਾ ਧੂੜ ਦਾ ਟੈਂਟ ਹੈ ਜੀ। 15 ਬੰਦੇ ਇੱਕ ਦਿਨ ਵੀ ਨਹੀਂ 14 ਰਹੇ ਜੀ। ਬਾਬੇ ਤਰਨ ਤਾਰਨ ਦੇ ਲੰਗਰ ਦੇ ਵਿੱਚ ਮੇਰਾ ਨਾਲ ਟੈਂਟ ਹੈ ਵੀ 15 ਬੰਦੇ ਕਾਈ ਦੇ ਮੇਰੇ ਇਕੱਲੇ ਇੱਕ ਪਿੰਡ ਦੇ ਟੈਂਟ ਲੱਗਿਆ ਹੈ ਪੂਰਾ। ਵੀ ਪੂਰੇ ਥੋੜ੍ਹੇ ਜਿਹੇ ਕਾਫੀ ਸਾਰੇ ਥੋੜ੍ਹੇ ਜਿਹੇ ਜ਼ਰੂਰ ਧਿਆਨ ਦਿਓ ਕੋਈ ਘਟਾਓ ਨਾ ਬੰਦੇ। ਜੇ ਆਪਾਂ ਪੂਰਾ ਰੱਖੋਗੇ ਨਾ ਤਾਂ ਮਿਆਦ ਨਹੀਂ ਮੁੱਕਦੀ ਹੈਗੀ ਵੀ ਆਪਣੇ ਤੋਂ ਭੱਜੂਗਾ। ਜਾਂ ਆਪਾਂ ਸਾਰੇ ਸਮਝੋ ਇੱਕ ਬੰਦਾ ਹੁੰਦਾ ਕਦੇ ਕੋਈ ਦੋ ਰੱਖਦਾ, ਪਰ ਨਾ ਪੂਰੇ ਰੱਖੋ ਥੋੜ੍ਹੀ ਜਿਹੀ। 8ਵੇਂ ਦਿਨ ਗੱਡੀ ਆਉਂਦੇ ਜੀ 5000 ਰੁਪਈਆ ਗੱਡੀ ਕਿਰਾਇਆ ਲੈਂਦੀ ਹੈ। 15 ਦੇ ਮੇਰੇ ਆਉਂਦੇ ਨੇ, 15 ਹੀ ਲੈ ਜਾਂਦੇ ਨੇ। ਮੈਂ ਧੰਨਵਾਦ ਪਿੰਡ ਦਾ ਕਰਦਾ ਜੀ, ਜਿਹੜੇ ਉੱਥੇ ਭੇਜਦੇ ਨੇ। ਆ ਬੈਠੇ ਨੇ ਪੂਰੇ 15 ਬੰਦੇ ਉਰੀ ਨੇ ਜੀ ਮੇਰੇ ਕੋਲ। ਉਹਨਾਂ ਦਾ ਧੰਨਵਾਦ ਕਰਦਾ ਪਿੰਡ ਪੰਚਾਇਤ ਦਾ ਵੀ ਮੇਰੇ ਕੋਲ ਭੇਜਦਾ ਨੇ ਉਰੇ, ਮੈਂ ਰਾਖੀ ਰੱਖਦਾ ਵੀ। ਸਾਰੇ ਆਪਾਂ ਸਾਰਿਆਂ ਦੇ ਕੇ ਕੰਮ ਹੈ ਜੀ, ਇਕੱਲੇ ਤਾਂ ਨਹੀਂ ਕਿਸੇ ਦਾ ਹੈਗਾ। ਵੀ ਟੈਂਟ ਖਾਲੀ ਪਏ ਨੇ ਵੀ ਆਪ ਪਿੰਡ ਵਾਲੇ ਕੋਈ ਇੱਕ ਬੰਦਾ ਟਰਾਲੀ, ਕੋਈ ਦੋ ਬੰਦੇ ਨੇ।
ਵੀ ਜ਼ਰੂਰ ਆਪਾਂ ਇੰਨਾ ਕੁ ਖਿਚੜਾ ਕਰਿਆ ਕਰੋ ਵੀ ਕੰਮ ਤਾਂ ਆਪਣੇ ਮੁੱਕਣੀ ਨਹੀਂ ਹੈਗੀ। ਜੇ ਆਪਾਂ ਘਰੀ ਬੈਠੇ ਫਿਰ ਬੈਠੇ ਜਾਓ, ਘਰੇ ਜਾ ਕੇ ਉਰੇ ਆਉਣ ਦਾ ਲੋੜ ਨਹੀਂ ਹੈਗੀ ਕਿ ਝੂਠ ਹੈ ਜੀ ਗੱਲ ਇਹ। ਹਾਂ ਵੀ ਇਹ ਪੂਰੇ ਜਾ ਕੇ ਆਪਾਂ ਸਾਰੇ ਪੂਰਾ ਪਾਬੰਦ ਕਰੋ ਜੀ ਕੰਮ। ਮੈਂ ਧੰਨਵਾਦ ਪਿੰਡ ਦਾ ਕਰਦਾ ਜੀ। 14 ਬੰਦੇ ਭੇਜਦੇ ਨੇ ਮੇਰੇ ਕੋਲ, 14 ਲੈ ਜਾਂਦੇ। ਆਇਆ ਐਤਵਾਰ 14 ਬੰਦੇ ਆਉਣਗੇ, ਕੁਆਂਟਲ ਦੁੱਧ ਆਊਗਾ, ਸਬਜ਼ੀ ਭਾਜੀ ਆਊਗੀ, ਆਟਾ ਕੋਟਾ ਆਊਗਾ। ਮਹਾਰਾਜ ਵਾਲੇ ਲੰਗਰ ਦੇ ਨਾਲ ਲੱਗਦਾ ਤਰਨ ਤਾਰਨ ਨਾਲ ਲੰਗਰ ਹੈ ਜੀ, ਉੱਥੇ ਮੇਰਾ ਟੈਂਟ ਹੈ, ਉੱਥੇ ਅਸੀਂ ਰੋਟੀ ਖਾਂਦੇ ਹਾਂ ਤਰਨ ਤਾਰਨ ਦੇ ਲੰਗਰ 'ਚ। ਹਾਂਜੀ ਪਹਿਲਾਂ 26 ਤੋਂ ਲਾ ਕੇ ਚਾਹ ਵੀ ਅਸੀਂ ਨੇ ਬਹੁਤ ਚਿਰ ਚਲਾਈ, ਪਰ ਹੁਣ ਕਾਂਗਰੂ ਭਾਈਆਂ ਨੇ ਸਾਨੂੰ ਇੰਨਾ ਦੁੱਧ ਦਾ ਇੰਤਜ਼ਾਮ ਕਰਕੇ ਰੱਖਿਆ, ਚਾਹ ਦਾ ਲੰਗਰ ਵੀ ਚਲਾਇਆ। ਹੁਣ ਦੁੱਧ ਦਾ ਲੰਗਰ ਘੱਟ ਰਿਹਾ, ਚਾਹ ਦਾ ਲੰਗਰ ਸਾਡਾ ਬੰਦ ਹੋ ਗਿਆ ਥੋੜ੍ਹਾ, ਤਾਂ ਦੁੱਧ ਮਿਲਦਾ ਨਹੀਂ ਹੈਗਾ। ਵੀ ਸਾਰਿਆਂ ਤੋਂ ਵੱਡਾ ਧੰਨਵਾਦ ਮੈਂ ਸਾਰਿਆਂ ਨੂੰ ਕਰਦਾ ਵੀ ਬੰਦੇ ਥੋੜ੍ਹੇ ਵਧਾ ਕੇ ਰੱਖਿਆ ਕਰੋ। ਧੰਨਵਾਦ। ਅਸੀਂ ਅੱਜ ਬਾਪੂ ਕਈ ਦਿਨਾਂ ਤੋਂ ਇਹੀ ਗੱਲ ਕਰ ਰਹੇ ਹਾਂ ਵੀ ਮੈਨੂੰ ਇਹ ਲੱਗਦਾ ਕਿ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੱਗ ਗਈ ਵੀ ਆਪਾਂ ਇੱਥੇ ਖਾਣਾ ਪੂਰਤੀ ਲਈ ਨਹੀਂ ਆ ਰਹੇ। ਆਪਾਂ ਤੇ ਇਹ ਨਹੀਂ ਸਮਝਣਾ ਕਿ ਕੋਈ ਸਰਕਾਰੀ ਨੌਕਰੀ ਨੂੰ ਆਪਾਂ ਹਾਜ਼ਰੀ ਲਵਾਉਣ ਜਾਣਾ ਆ, ਆਪਾਂ ਇੱਥੇ ਲੜਨ ਲਈ ਆਏ ਹੋਏ ਆ ਤੇ ਸਾਡਾ ਦਿਖਣਾ ਇੱਥੇ ਜ਼ਰੂਰੀ ਆ। ਤੇ ਜਿੰਨੇ ਜਾਣੇ ਹੁਣ ਮੋਦੀ ਦੇ ਸਤਾਏ ਹੋਏ ਆ ਇਸ ਟਾਈਮ, ਜੇ ਉਹ ਸਾਰੇ ਸੜਕਾਂ ਤੇ ਆ ਗਏ ਤੇ ਮੋਦੀ ਦੀ ਔਕਾਤ ਨਹੀਂ ਉਹ ਇੱਕ ਦਿਨ ਵੀ ਟਿਕ ਜੇ। ਪਰ ਸਾਡੇ 'ਚ ਗਲਤੀ ਇਹ ਹੈ ਕਿ ਅਸੀਂ ਫੋਨ ਕਰਕੇ ਇੱਕ ਦੂਜੇ ਦੇ ਮਜ਼ੇ ਲੈਂਦੇ ਹਾਂ। ਪਿੰਡੋਂ ਫੋਨ ਆਉਂਦੇ ਆ ਵੀ ਕਿਵੇਂ ਫਿਰ ਮੋਦੀ ਜਿੱਤ ਜੂ, ਤਾਂ ਮੂਹਰੋਂ ਇਹ ਕਿਹਾ ਕਰੋ ਵੀ ਸੜਕ ਤੇ ਆਓ ਇੱਥੇ ਨਾਲ, ਤਾਂ ਆਪਾਂ ਜਿੱਤਾਂਗੇ, ਤੇ ਨਹੀਂ ਤਾਂ ਫਿਰ ਮੋਦੀ ਤਾਂ ਜਿੱਤ ਹੀ ਜਾਂਦਾ। ਸੋ ਇਹ ਖਾਸ ਕਰਕੇ ਨੌਜਵਾਨ ਜਿੰਨੇ ਵੀ ਇੱਥੇ ਆ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਾਂ ਦੇਖੋ ਬਾਪੂ ਜੀ ਚਾਹੇ ਉਹ ਵਿਚਾਰੇ ਧੰਨਵਾਦ ਕਰ ਰਹੇ ਸੀ, ਪਰ ਉਹ ਸੱਚੀ ਤਰਲਾ ਉਹਨਾਂ ਦੀ ਆਵਾਜ਼ 'ਚ ਕਿੱਡਾ ਆ ਹਨਾ। ਤੇ ਅਸੀਂ ਜੇ ਉਹਨਾਂ ਦੇ ਉਹ ਤਰਲੇ ਨੂੰ ਸਮਝ ਜੀਏ, ਜਿਹੜੇ ਉਹ ਬੇਨਤੀ ਜਿੰਨੇ ਉਹ ਮਨੋਂ ਕਰ ਰਹੇ ਆ, ਤੇ ਆਪਾਂ ਨੂੰ ਸੋਸ਼ਲ ਮੀਡੀਆ ਸਾਰਿਆਂ ਨੂੰ ਆਉਂਦਾ ਚਲਾਉਣਾ। ਤੇ ਜੇ ਅਸੀਂ ਓਨੇ ਚਿਰ ਲਈ ਇਹ ਮੰਨ ਲਈਏ ਨਾ ਕਿ ਅਸੀਂ ਸੋਸ਼ਲ ਮੀਡੀਆ ਤੇ ਕੋਈ ਇੱਧਰਲੀਆਂ ਉੱਧਰਲੀਆਂ ਗੱਲਾਂ ਨਹੀਂ ਕਰਨੀਆਂ, ਸਿਰਫ ਅਸੀਂ ਸੋਸ਼ਲ ਮੀਡੀਆ ਨੂੰ ਇਹਦੇ ਲਈ ਵਰਤਣਾ ਕਿ ਅਸੀਂ ਲੜਾਈ ਲੜ ਰਹੇ ਹਾਂ ਆਨਲਾਈਨ ਇੱਕ, ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਆ ਸਟੇਟਸ ਪਾਉਣ ਦੇ, ਪਰ ਆਪਣੇ ਕੋਲ ਜਜ਼ਬਾ ਹੈਗਾ ਆ। ਤੇ ਜੇ ਆਪਾਂ ਨੌਜਵਾਨ ਜਿੰਨੇ ਆ ਸਾਰੇ ਜੇ ਇਕੱਲਾ ਇਸ ਪਾਸੇ ਡਟ ਕੇ ਬਹਿ ਜਾਈਏ ਤੇ ਆਪਾਂ ਕਿਸੇ ਨੇੜੇ ਨਹੀਂ ਲੱਗਣ ਦਿੰਦੇ। ਤੇ ਆਪਾਂ ਇਹ ਪ੍ਰੂਵ ਕਰ ਚੁੱਕੇ ਆ, ਆਪਾਂ ਰਿਹਾਨਾ ਵਰਗਿਆਂ ਤੋਂ ਵੱਡਿਆਂ ਤੋਂ ਟਵੀਟ ਕਰਵਾ ਲਿਆ, ਤਾਂ ਇਹਦਾ ਮਤਲਬ ਸਾਡੇ 'ਚ ਤਾਕਤ ਹੈਗੀ ਆ, ਬਸ ਆਪਾਂ ਮੱਠੇ ਨਹੀਂ ਪੈਣਾ। ਸੋ ਇਹ ਯਾਦ ਰੱਖਣਾ ਆ। ਆਪਦੇ ਪਿਛਲਿਆਂ ਨੂੰ ਵੀ ਕਹਿਣਾ, ਜਦੋਂ ਕੋਈ ਫੋਨ ਆਉਂਦਾ, ਜਦੋਂ ਕੋਈ ਟਾਂਚ ਲਾ ਕੇ ਫੋਨ ਕਰਦਾ ਦੀ ਬੇਇੱਜ਼ਤੀ ਕਰਿਆ ਕਰੋ ਹੈਂਡ ਟਿਕਾ ਕੇ ਵੀ ਭਾਈ ਆਓ ਇੱਥੇ, ਤੇ ਵੀ ਮੈਂ ਨਹੀਂ ਫੋਨ ਚੱਕਣਾ ਜੇ ਤੁਸੀਂ ਆਹੀ ਗੱਲਾਂ ਕਰ ਰਹੇ ਹੋ। ਸੋ ਧੰਨਵਾਦ ਬਾਪੂ, ਬੜਾ ਹੌਸਲਾ ਚਾਹੀਦਾ। ਠੀਕ ਆ, ਤੁਹਾਡਾ ਧੰਨਵਾਦ ਬਹੁਤ ਬਹੁਤ। ਤੁਸੀਂ 15 ਬੰਦੇ ਲੈ ਕੇ ਉਹਨੇ ਤੇ ਦੱਸਿਆ ਇੱਥੇ, ਔਰ ਇਕਾਈ ਤੇ ਇੰਨਾ ਸੋਹਣਾ ਕੰਮ ਕਰ ਰਹੇ ਹੋ। ਮੈਨੂੰ ਲੱਗਦਾ ਮੈਂ ਦੋ ਗੱਲਾਂ ਕਰਨੀਆਂ ਬਸ। ਇੱਕ ਤਾਂ ਜਿਹੜਾ ਆਪਾਂ ਨੂੰ ਸ਼ਿਕਾਇਤਾਂ ਮਿਲਦੀ ਕਿ ਜਥੇਬੰਦੀਆਂ ਦੀ ਇਕਾਈਆਂ ਤੇ ਕਈ ਬੰਦੇ ਬਹੁਤ ਮਾੜੇ ਆ, ਉਹ ਏਦਾਂ ਦੇ ਬੰਦਿਆਂ ਦੀ ਸੇਧ ਦੇਣੀ ਹੈ ਕਿ ਏਦਾਂ ਦੇ ਬੰਦੇ ਵੀ ਹੈਗੇ ਆ। ਤੇ ਜੇ ਇਕਾਈਆਂ ਆਪਾਂ ਅੱਜ ਸੋਧ ਲਾਂਗੇ ਨਾ, ਆਪਾਂ ਨੂੰ ਪਤਾ ਵੀ ਇਹਨਾਂ ਨੇ ਗਾਂਹ ਜਾ ਕੇ ਵੱਡੇ ਲੀਡਰ ਬਣਨਾ। ਜੇ ਆਪਾਂ ਅੱਜ ਇਕਾਈਆਂ ਸੋਧ ਲਾਂਗੇ, ਜੇ ਅੱਜ ਉਹਨਾਂ ਦੇ ਨੱਥਾਂ ਪਾ ਕੇ ਅੱਜ ਹੀ ਉਹਨਾਂ ਨੂੰ ਬਦਲ ਦਾਂਗੇ, ਜੇ ਨਹੀਂ ਜੁੱਟਣ ਵਾਲੇ ਨਾ ਗੱਡੀ, ਤੇ ਉਹਨਾਂ ਨੂੰ ਨੱਥਾਂ ਲਾ ਦਈਏ ਵਿੱਚ ਚਾਉ ਡਿੱਬਿਆਂ 'ਚ ਭੱਜੋ, ਤੁਹਾਨੂੰ ਅਸੀਂ ਵਿਹਲਿਆਂ ਨੂੰ ਚਾਰਾ ਪਾ ਦਾਂਗੇ, ਪਰ ਗੱਡੀ ਨਹੀਂ ਜੋੜਨਾ ਤੁਹਾਨੂੰ, ਤੁਹਾਡੀ ਨਸਲ ਨਹੀਂ ਸੋਹਣੀ। ਅੱਜ ਉਹਨਾਂ ਦੇ ਆਪਾਂ ਕੱਢੀਏ ਉਹਨਾਂ ਨੂੰ, ਤੇ ਬਾਬੇ ਵਰਗੇ ਜਿਹੜੇ ਇਕਾਈ ਦੇ ਬੰਦੇ ਬੈਠੇ ਆ ਉਹਨਾਂ ਦਾ ਹੱਲਾਸ਼ੇਰੀ ਨਾਲ ਇੱਕ ਵਾਰੀ ਸਾਥ ਦਈਏ, ਤੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਇੱਕ ਵਾਰੀ ਤਾੜੀ ਮਾਰ ਦਈਏ ਖੁੱਲ ਕੇ। ਬੋਲੇ ਸੋ ਨਿਹਾਲ, ਇਨਕਲਾਬ ਇਨਕਲਾਬ ਇਨਕਲਾਬ। ਦੂਸਰੀ ਗੱਲ ਇਹ ਕਿ ਮੈਨੂੰ ਅੰਗਰੇਜ਼ੀ ਦੀ ਕਹਾਵਤ ਅੰਗਰੇਜ਼ੀ 'ਚ ਨਹੀਂ ਕਹਿਣੀ ਹੁੰਦੀ, ਪਰ ਇੰਨਾ ਕੁ ਪਤਾ ਵੀ ਉਹਨਾਂ ਦੇ, ਉਹ ਕਹਿੰਦੇ ਨਾ ਵੀ ਜਿਹੜੀਆਂ ਝਾੜੀਆਂ 'ਚ ਬੈਠੇ ਦੋ ਬਟੇਰੇ ਤੇ ਹੱਥ 'ਚ ਇੱਕ ਬੈਠਾ, ਇੱਕ ਤੇ ਨਿਗਾਹ ਰੱਖੋ। ਸੋ ਮੈਨੂੰ ਇਹ ਆ ਕਿ ਜਿੰਨੇ ਕੁ ਜਾਣੇ ਆਪਾਂ ਇੱਥੇ ਬੈਠੇ ਆ, ਅੱਜ ਮੇਰਾ ਵੀ ਕੰਮ ਵਜੇ ਗਿਆ ਸੀਗਾ ਜਦੋਂ ਕਿਸੇ ਨੇ ਮੇਰੇ ਤੋਂ ਪੁੱਛਿਆ WhatsApp ਤੇ ਵੀ ਕਿੰਨੇ ਕੁ ਲੋਕ ਆ, ਮੈਂ ਕਿਹਾ 5000 ਤੋਂ ਵੱਧ ਹੋਣਗੇ। ਤੇ ਕਹਿੰਦਾ ਪਹਿਲੋਂ ਕਿੰਨੇ ਕੁ ਸੀ, ਮੈਂ ਕਿਹਾ 50000 ਤੋਂ ਵੱਧ। ਘਟੀ ਤਾਂ ਜ਼ੀਰੋ ਹੀ ਆ, ਹੈ ਨਾ। ਤੇ ਪਰ ਮੈਂ ਹਿੱਲ ਜੇ ਗਿਆ,
ਜਦੋਂ ਮੈਂ ਲਿਖਿਆ ਨਾ। ਸੋ ਜਿੰਨੇ ਆਪਾਂ ਹੈਗੇ ਆ, ਜਿਵੇਂ ਜਦੋਂ ਆਪਾਂ ਇੱਥੇ ਦੇਖਦੇ ਆ ਇਕੱਠ ਇੰਨਾ ਕੀ, ਚਾਹੇ ਆਪਾਂ 100 ਬੰਦਾ ਹੀ ਆ, ਜਦੋਂ ਇੱਥੇ ਦੇਖਦੇ ਆ ਨਾ ਤਾਂ ਥੋੜਾ ਜਿਹਾ ਹੌਸਲਾ ਮਿਲਦਾ। ਸੋ ਕਿਉਂ ਨਾ ਆਪਾਂ ਇਕੱਠੇ ਹੋਣ ਦਾ ਕੋਈ ਨਾ ਕੋਈ ਇੱਥੇ ਢੰਗ ਬਣਾਈਏ। ਜਿਹੜੇ ਜਿਹੜੇ ਬੰਦੇ 15 ਤੇ ਆਉਂਦੇ ਜਾਂ 37 ਦਿਨੀ ਵੱਟਦੇ ਆ, ਜਿੱਦਾਂ ਇੱਥੇ ਵਿਹੜਾ ਹੈਗਾ, ਮੇਰਾ ਤਾਂ ਇਹ ਵਿਚਾਰ ਆ ਕਿ ਹਰ ਕਿਲੋਮੀਟਰ ਤੇ ਇੱਕ ਸਾਂਝੀ ਜਗ੍ਹਾ ਹੋਣੀ ਚਾਹੀਦੀ, ਚਾਹੇ ਸੱਥਾਂ ਦੇ ਰੂਪ, ਚਾਹੇ ਵਿਹੜੇ ਦੇ ਰੂਪ ਚ, ਕਿਸੇ ਵੀ ਰੂਪ ਚੋਂ ਕਿਲੋਮੀਟਰ ਤੇ ਹੋ ਜਾਵੇ, ਤਾਂ ਕਿ ਆਪਾਂ ਆਪਸ ਵਿੱਚ ਮਿਲਦੇ ਜੁਲਦੇ ਰਹੀਏ। ਕਿਉਂਕਿ ਆਪਸ ਵਿੱਚ ਬੰਦੇ ਨੂੰ ਬੰਦੇ ਤੋਂ ਵੱਡਾ ਕੋਈ ਨਸ਼ਾ ਨਹੀਂ ਹੁੰਦਾ। ਇੱਥੇ ਆ ਕੇ ਉਹਨਾਂ ਕੋਲ ਆਪਾਂ ਹੱਡ ਨਹੀਂ ਜੁੜਾਉਣਾ ਜਾਂ ਗੋਡੀ ਨਹੀਂ ਕਰਾਉਣੀ ਯਾਰ, ਬਸ ਦੇਖ ਲਓ, ਤੁਹਾਨੂੰ ਦੇਖ ਕੇ ਨਸ਼ਾ ਆ ਜਾਂਦਾ, ਆ ਜਾਓ ਯਾਰ। ਸੋ ਬੰਦੇ ਨੂੰ ਬੰਦੇ ਦਾ ਨਸ਼ਾ ਹੁੰਦਾ। ਆਪਾਂ ਵੀ ਜਿੰਨਾ ਵੀ ਜਿੱਦਾਂ ਜਗ੍ਹਾ ਵਾ, ਇਹ ਸਿਰਫ ਬਣਾਈ ਤਾਂ ਕਿ ਮੇਲ ਜੋਲ ਆਪਣਾ ਵੱਧਦਾ ਰਵੇ। ਆਪਾਂ ਅੱਡ ਅੱਡ ਬੈਠੇ ਹੁੰਦੇ, ਕਈ ਵਾਰ ਉੱਤੇ ਉਦਾਸ ਹੋ ਜਾਂਦਾ ਤੇ ਕਈ ਵਾਰ ਫਰਜ਼ੀ ਕੰਮ ਵੀ ਕਰ ਲਈਦਾ ਹੁੰਦਾ। ਕੱਲ ਜਿੱਦਾਂ ਮੈਂ ਬਾਹਲਾ ਜ਼ਿਆਦਾ ਉਦਾਸ ਸੀਗਾ ਤੇ ਮੇਰੇ ਕੋਲ ਹਿੱਲਿਆ ਵੀ ਨਹੀਂ ਜਾਂਦਾ ਸੀ, ਪਰ ਮੈਂ ਇੱਕ ਵਾਅਦਾ ਕਰ ਲਿਆ ਵੀ ਏਕਤਾ ਦਾ ਇੱਕ ਨਾਰਾ ਮੈਨੂੰ ਆਇਆ। ਮੈਂ ਕਿਹਾ ਯਾਰ ਏਕਤਾ ਚਾਹੀਦੀ ਆ, ਜਿਹੜੀ ਮੈਨੂੰ ਲੱਗ ਰਿਹਾ ਸੀ ਖੰਡਣ ਜਿਹਾ ਹੋ ਰਿਹਾ ਕਿਤੇ ਨਾ ਕਿਤੇ ਬਹੁਤ ਥਾਵਾਂ ਤੋਂ, ਵੀ ਮੈਂ ਤਾਂ ਇੱਕ ਬਣਾ ਸਕਦਾ ਨਾ। ਮੈਂ ਤਾਂ ਇਹ ਕਹਿ ਸਕਦਾ ਨਾ ਜਾ ਕੇ ਯਾਰ ਏਕਾ ਬਣਾਈ ਰੱਖੋ, ਵੀ ਏਕਾ ਤਾਂ ਜਿੱਤ ਆ। ਸੋ ਉਹ ਮੇਰਾ ਸੀਗਾ ਕਿ ਮੈਂ ਇੰਨਾ ਕਿਤੇ ਕਰ ਸਕਦਾ। ਮੈਂ ਆਪਦੇ ਸਾਈਕਲ ਤੇ ਫੱਟੀ ਲਾਈ ਤੇ ਸਾਰੇ ਮੋਰਚੇ 'ਚ ਵੀ ਮੇਰੇ ਕੋਲ ਬੋਲਿਆ ਨਹੀਂ ਗਿਆ, ਕਿ ਇਹਨੂੰ ਹੱਥ ਨਹੀਂ ਖੜਾ ਕੀਤਾ, ਕਿਉਂਕਿ ਜਾਨ ਹੈ ਹੀ ਨਹੀਂ ਸੀ। ਮੈਂ ਕਿਹਾ ਪੈਡਲ ਮਾਰ ਲੂੰਗਾ ਮੈਂ ਪਹਿਲਾ ਗੇਅਰ ਜਿਹਾ ਪਾ ਕੇ, ਤੇ ਉਹ ਮੈਂ ਆਪਦਾ ਵੀ ਫਰਜ਼ ਹੀ ਕੀਤਾ। ਪਰ ਉਹਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਉਹ ਸੁਨੇਹਾ ਮਿਲਿਆ, ਉਹਨਾਂ ਦੇ ਚਿਹਰੇ ਤੇ ਮੁਸਕਾਨ ਆਈ। ਤੇ ਕਈ ਵਾਰ ਕੁਝ ਵੀ ਨਹੀਂ ਹੁੰਦਾ, ਮੈਂ ਇੱਥੇ ਬੈਠੇ ਬਜ਼ੁਰਗਾਂ ਨੂੰ ਮੈਂ ਤੁਰਿਆ ਜਾਂਦਾ ਹੁੰਦਾ ਉੱਦਾਂ ਹੀ, ਤੇ ਮੈਂ ਕਹਿ ਦਿੰਦਾ ਕੀ ਹਾਲ ਆ ਬਜ਼ੁਰਗੋ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਚੋਂ, ਵੀ ਇੰਨਾ ਹੀ ਕਹੀ ਜਾਇਆ ਕਰੋ। ਹੁਣ ਨਾ ਆਪਾਂ ਥੋੜਾ ਜਿਹਾ ਅੰਗਰੇਜ਼ ਬਣ ਜਾਈਏ, ਵੀ ਜਿੱਦਾਂ ਉਹ ਹੱਸਦੇ ਨਹੀਂ ਹੁੰਦੇ ਐਵੇਂ ਕਹਿੰਦੇ ਹੈਲੋ ਹਾਊ ਯੂ ਡੂਇੰਗ, ਤੇ ਆਪਾਂ ਵੀ ਕਹਦੇ ਕਰੀਏ ਕੀ ਹਾਲ ਚਾਲ ਆ, ਹੈਨਾ ਚੜ੍ਹਦੀ ਕਲਾ ਚੋਂ, ਐਵੇਂ ਬਸ ਕਹਦੇ। ਆਪਾਂ ਜਾਣਦੇ ਹੀ ਆ ਸਾਰਿਆਂ ਨੂੰ, ਆਪਾਂ ਕਾਹਤੋਂ ਬੈਠੇ ਇੱਥੇ, ਬਸ ਇੰਨਾ ਹੀ ਆ। ਇੱਕ ਦੂਜੇ ਨੂੰ ਵੀ ਆਪਾਂ ਹਰਾ ਨਾਰਾ ਮਾਰ ਦਿਆ ਕਰੀਏ, ਸਤਿ ਸ਼੍ਰੀ ਅਕਾਲ ਕਹਿ ਦਿਆ ਕਰੀਏ, ਚੜ੍ਹਦੀ ਕਲਾ ਕਹਿ ਦਿਆ ਕਰੀਏ, ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਦਿਆ ਕਰੀਏ, ਕੁਛ ਨਾ ਕੁਛ ਕਹਿੰਦੇ ਰਹੀਏ, ਤਾਂ ਕਿ ਆਪਣੀਆਂ ਜਿਹੜੀਆਂ ਜਿੰਨੇ ਕਿ ਇੱਥੇ ਬੈਠੇ ਆ ਹੈਨਾ, ਵੀ ਉਹ ਇੱਕ ਵਾਰੀ ਯਾਦ ਕਰ ਲਿਆ ਕਰੀਏ ਕਿ 1.25 ਲੱਖ ਨਾਲ ਇੱਕ ਵੀ ਲੜ ਜਾਂਦਾ ਹੁੰਦਾ ਹੈਨਾ, ਤੇ ਆਪਣਾ 5000 ਨਹੀਂ, ਆਪਾਂ 50,000 ਹੀ ਆ। ਜਦੋਂ ਗਲਾ ਇੱਕ ਵਾਰੀ ਘੁੱਟ ਕੇ ਜੱਫੀ ਪਾਵਾਂਗੇ ਨਾ ਤਾਂ ਜ਼ੀਰੋ ਹੀ ਬਣ ਜਾਂਦੀ ਦੋ ਬਾਹਾਂ ਦੀ। ਸੋ ਆਪਾਂ ਗੰਡਾਸੇ ਤੋਂ ਨਹੀਂ, ਆਪਾਂ ਕਲਾਵੇ 'ਚ ਲੈ ਲੈਣਾ ਬੰਦਾ ਤੇ ਜ਼ੀਰੋ ਬਣਾ ਲੈਣੀ, ਉਹ 50,000 ਹੀ ਆ। ਸੋ ਇੰਨਾ ਹੀ ਮੈਂ ਕਹਿੰਦਾ, ਖਿਮਾ ਦਾ ਜਾਚਕ ਆ। ਸੋ ਬਾਬੇ ਫੋਲੇ ਦਾ, ਬਾਬੇ ਸਤਨਾਮ ਦਾ ਹਾਰਦਿਕ ਸਵਾਗਤ ਆ। ਸੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਗੇ ਆਪਾਂ ਸੁਣਦੇ ਹਾਂ। ਇੱਕ ਮੈਂ ਇਹਦੇ ਨਾਲ ਲੱਗਦੀ ਗੱਲ ਹੀ ਕਹਿ ਦਵਾਂ ਵੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰੇ ਇੱਕ ਟੀਮ ਆ ਤੇ ਆਪਾਂ ਲੜ ਰਹੇ ਆ, ਸਰਕਾਰ ਨਾਲ ਲੜ ਰਹੇ ਆ, ਤੇ ਆਪਾਂ ਆਪਸ 'ਚ ਨਹੀਂ ਲੜਨਾ, ਠੀਕ ਆ। ਤੇ ਕਈ ਵਾਰੀ ਆਪਾਂ ਭੁੱਲ ਜਾਂਦੇ, ਜਿਵੇਂ ਹੁਣ ਇੱਥੇ ਇੱਕ ਬਾਪੂ ਜੀ ਆਏ ਸੀ ਸ਼ਾਮੀ, ਗੱਲ ਤਾਂ ਹੁਣ ਕੱਲ ਨੂੰ ਕਰਨੀ ਸੀ, ਹੁਣ ਮੈਂ ਨਾਲ ਲੱਗਦੀ ਮੈਂ ਕਿਹਾ ਕਹਿ ਦਾਂ। ਉਹ ਨਾਲ ਦੇ ਟੈਂਟ ਵਾਲਿਆਂ ਦੇ ਉਹਨਾਂ ਦੇ ਪਲੱਗ ਲੱਗਾ ਹੁੰਦਾ, ਉਹ ਰਾਤ ਨੂੰ 1 ਵਜੇ ਪਲੱਗ ਹੀ ਕੱਢ ਦਿੰਦੇ ਆ, ਤੇ ਉਹ ਵਿਚਾਰੇ ਮੱਛਰ 'ਚ ਭਟਕਦੇ ਰਹਿੰਦੇ ਰਾਤ ਨੂੰ। ਸੋ ਇਹ ਮੈਂ ਕਹਿ ਤਾਂ ਹੱਸ ਕੇ ਰਹੀ ਹਾਂ, ਪਰ ਆਪਾਂ ਸੋਚ ਕੇ ਦੇਖੀਏ, ਜੇ ਵੀ ਬੰਦੇ ਦਾ 1 ਵਜੇ ਰਾਤ ਨੂੰ ਤੁਸੀਂ ਪੱਖਾ ਬੰਦ ਕਰ ਦੋ ਤੇ ਇਹ ਸਜ਼ਾ ਵਾਲੀ ਗੱਲ ਹੀ ਹੈ ਨਾ। ਸੋ ਆਪਾਂ ਆਪਸ ਨਹੀਂ ਲੜਨਾ, ਜਮਾਂ ਦਿਨੇ ਦਿਨੇ ਲੜ ਲਿਆ ਕਰੋ, ਰਾਤ ਨੂੰ ਨਹੀਂ, ਕਿਉਂਕਿ ਗਰਮੀ ਹੈ ਹੁਣ। ਆ ਬਾਪੂ ਹੋਰਾਂ ਦੇ ਤੰਬੂ ਦਾ ਹਨਾ, ਤੇ ਦੂਜੇ ਤੰਬੂ ਵਾਲੇ ਬਾਪੂ ਇੱਥੇ ਹੈਗੇ ਤਾਂ ਹੁਣੇ ਸੁਲ੍ਹਾ ਕਰਾ ਦਿੰਦੇ ਠੀਕ ਆ। 2 ਵਜੇ ਅੰਦਰ ਪੈਣਾ, ਬਾਹਰ ਵੀ ਆਦੇ ਵਿਚਾਰੇ ਨੇ ਰਾਤ ਸਾਰੀ ਤੇ ਇੱਥੇ ਆ ਕੇ ਸੌਂ ਜਾਓ ਜੇ ਏਦਾਂ ਲੱਗਿਆ, ਠੀਕ ਆ। ਹੁਣ ਸਾਨੂੰ ਪਤਾ ਨਹੀਂ ਸੀਗਾ, ਹੁਣ ਲੱਜ ਪਤਾ ਲੱਗ ਗਿਆ ਨਾ। ਬਾਈ ਫਿਰ ਚੋਰੀ ਹੋ ਜਾਂਦੀ ਆ, ਆਹੋ ਆ ਵੀ ਫਿਰ ਕਹਿੰਦੇ ਬੁੜੇ ਨੂੰ ਚਾਗਰ ਹੋ ਜਾਂਦੀ ਆ, ਫਿਰ ਜੇ ਪਲੱਗ ਕਰ ਦੋ ਤਾਂ ਬੁੜੇ ਨੂੰ ਮੱਛਰ ਜਾਗਦਾ ਰਹਿੰਦਾ ਹੈ। ਪਰ ਨਹੀਂ ਚੋਰੀ ਹੁੰਦੀ ਆ, ਚੋਰੀ ਹੁੰਦੀ। ਆਹੋ ਤੇ ਮੈਂ ਤਾਂ ਹੀ ਕਹਿੰਦੀ ਵੀ ਆਪਾਂ ਨਹੀਂ ਸਾਰਿਆਂ ਨੇ ਇੱਕ ਦੂਜੇ ਨਾਲ ਇੱਥੇ ਕੰਮ ਕਰਨੇ, ਕਿ ਜਿਹੜਾ ਸਗੋਂ ਬਾਹਰੋਂ ਆਵੇ ਕਰਦਾ ਉਹਨੂੰ ਦਬੋਚ ਕੇ ਉਹਦੀ ਸੇਵਾ ਕਰੀ ਚੋਰੀ ਕਰਨਾ। ਚੋਰੀ 2 ਵਜੇ ਤੋਂ ਬਾਅਦ ਹੁੰਦੀ ਆ ਬਾਈ, ਫਿਰ ਤਾਂ ਹੀ ਦਾ ਪਲੱਗ ਕਰਨੇ ਪੈਂਦੇ ਬੁੜੇ, ਫਿਰ ਟਾਈਮ ਤੇ ਨਹੀਂ ਕਿਹੜਾ ਉੱਠਦਾ ਫਿਰ। ਨਹੀਂ ਵਾਰੀਆਂ ਬਣ ਸਕਦੇ ਆ ਨਾ ਫਿਰ ਉਹਦੇ ਲਈ। ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਤੇ ਹਮੇਸ਼ਾ ਇਹ ਗੱਲ ਯਾਦ ਰੱਖਣੀ ਆ ਵੀ ਆਪਾਂ ਸਾਰੇ ਇੱਕ ਆ, ਪਹਿਲਾਂ ਤਾਂ ਹੀ ਲੜਿਆ ਜਾਊਗਾ। ਜੇ ਆਪਾਂ ਆਪਸ ਲੜਨ ਲੱਗ ਗਏ ਤੇ ਫਿਰ ਗਾਂ ਕਿੱਥੇ ਆਪਸ ਹੀ ਰਹਿ ਜਾਣਗੇ। ਪਰ ਇੱਕ ਆਪਾਂ ਕਰਨਾ
ਇਦਾਂ ਨਹੀਂ ਕਰਨਾ। ਜਿਹਨਾਂ ਨਾਲ ਲੜਾਂਗੇ ਆਪਾਂ ਜਿਹੜਾ ਪਾਗਲ ਬੰਦਾ ਉਹ ਜੇ ਮੈਂ ਕਹਿੰਦੀ ਨਹੀਂ ਚੰਗੀ ਲੱਗਦੀ ਮੈਂ ਥੋੜੀ ਪੋਤੀਆਂ ਵਰਗੀ ਆ ਨਹੀਂ ਇਦਾਂ ਨਹੀਂ ਕਰਨਾ। ਆਪਾਂ ਲੜੀ ਜਾਵਾਂਗੇ। ਹੁਣ ਤਾਂ ਤੈਨੂੰ ਕਮਰਾ ਸੰਭਾਲਦਾ ਤੇ ਜੇ ਆਪਾਂ ਆਪਸ ਚ ਇੱਕ ਨਹੀਂ ਹੋਵਾਂਗੇ ਤੇ ਫਿਰ ਲੜਾਈ ਔਖੀ ਹੋਊਗੀ ਹਨਾ। ਇੱਥੇ ਆਪਾਂ ਆਪਦਾ એનર્ਜੀ ਵੇਸਟ ਕਰੀ ਜਾਵਾਂਗੇ, ਆਪਣੀ ਇੱਥੇ ਲੱਗੀ ਰਹਿਣੀ ਸਾਰੀ। ਇਧਰੋਂ ਲਾਈਟ ਵਾਲਿਆ ਤੇ ਅੱਛਾ, ਇੱਕ ਮੈਂ ਹੋਰ ਗੱਲ ਦੱਸਣੀ ਸੀ। ਤੁਹਾਡੇ ਚੋਂ ਸਾਰਿਆਂ ਨੂੰ ਕਿੰਨੇ ਜਣਿਆਂ ਨੂੰ ਪਤਾ ਵੀ ਆ ਵਿਹੜੇ 'ਚ ਕੀ ਕੀ ਹੁੰਦਾ ਰੋਜ਼? ਹੱਥ ਖੜੇ ਕਰਕੇ ਦੱਸੋ ਕਿਹਨੂੰ ਕਿਹਨੂੰ ਪਤਾ। ਥੋੜੇ ਜਣਿਆਂ ਨੂੰ ਪਤਾ ਹਨਾ। ਬੁੱਧਵਾਰ ਦਾ ਫਿਲਮ ਦਾ ਪਤਾ, ਹੋਰ ਨਹੀਂ ਪਤਾ। ਹਾਂ, ਸੋ ਹਫ਼ਤੇ 'ਚ 2 ਵਾਰ ਫਿਲਮ ਦਿਖਾਈ ਜਾਂਦੀ ਹੈ, ਐਤਵਾਰ ਤੇ ਬੁੱਧਵਾਰ ਨੂੰ। ਇਹ ਉਹ ਬਾਪੂ ਹੋਰੀ ਸਾਰੇ ਪੱਕੇ ਆਉਂਦੇ ਆ ਦੇਖਣ। ਤੇ ਉਸ ਤੋਂ ਇਲਾਵਾ ਆ ਆਪਣੀ ਲਾਇਬ੍ਰੇਰੀ ਆ, ਜਿੰਨਾ ਕੁ ਪਤਾ ਹੀ ਉਹਨਾਂ ਦੇ ਰਲਤਾ। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਆ ਲਾਇਬ੍ਰੇਰੀ ਹੈ ਜਿਹਦੇ ਵਿੱਚ ਸੰਵਿਧਾਨ ਨਾਲ ਰਿਲੇਟਡ ਜਾਂ ਖੇਤੀ ਕਾਨੂੰਨਾਂ ਨਾਲ ਸੰਬੰਧਿਤ ਤੇ ਬਹੁਤ ਸਾਰੇ ਨਾਵਲ, ਕਹਾਣੀਆਂ, ਕਵਿਤਾਵਾਂ ਵਾਲੀਆਂ ਕਿਤਾਬਾਂ ਹੈਗੀਆਂ। ਸਾਰਾ ਦਿਨ ਲਾਇਬ੍ਰੇਰੀ ਖੁੱਲੀ ਹੁੰਦੀ ਹੈ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7-8 ਵਜੇ ਤੱਕ ਤੁਸੀਂ ਆ ਕੇ ਇੱਥੇ ਬਹਿ ਕੇ ਪੜ੍ਹ ਸਕਦੇ ਹੋ। ਉਸ ਤੋਂ ਇਲਾਵਾ ਸ਼ਾਮ ਨੂੰ ਜਿਮ ਹੁੰਦੀ ਆ ਇੱਥੇ। ਸਾਰੇ ਜਣੇ ਜਿਹਨੇ ਵੀ ਆ ਕੇ ਵਰਕਆਊਟ ਕਰਨਾ ਆ ਕੇ ਜਿਮ ਲਾ ਸਕਦੇ ਆ। ਤੇ ਜਿਹੜੇ ਜਣੇ ਜਿਮ ਲਾਉਂਦੇ ਆ ਉਹਨਾਂ ਨੂੰ ਸ਼ਰਦਾਈ ਵੀ ਉਹ ਰਗੜ ਕੇ ਆਪਦੀ ਪੀਂਦੇ ਆ, ਬਦਾਮ ਵਗੈਰਾ। ਉਸ ਤੋਂ ਇਲਾਵਾ ਇੱਕ ਸਕੂਲ ਇੱਥੇ ਚੱਲਦਾ ਜਿਹੜਾ ਕਿ ਬਜ਼ੁਰਗਾਂ ਲਈ ਆ। ਸਾਰੀਆਂ ਭਾਸ਼ਾਵਾਂ ਦੇ ਵਿੱਚ ਹੀ ਅੰਗੂਠਾ ਛਾਪ ਹੋਣਾ ਇੱਕ ਬੜੀ ਵੱਡੀ ਗਾਲ ਨੂੰ, ਜਿਹਨੂੰ ਸਾਈਨ ਨਹੀਂ ਕਰਨੇ ਹੁੰਦੇ ਨਾ, ਤੇ ਉਹਦੇ ਆਪ ਵਿੱਚ ਹੀ ਉਹਦਾ ਆਤਮ ਵਿਸ਼ਵਾਸ ਬਹੁਤ ਘਟਿਆ ਹੁੰਦਾ ਕਿਉਂਕਿ ਉਹਨੇ ਅੰਗੂਠਾ ਲਾਉਣਾ। ਬਹੁਤ ਔਖਾ ਬਾਈ, ਬਹੁਤ ਔਖਾ ਨਾ। ਹਾਂ ਬਹੁਤ ਔਖਾ ਹੈ। ਤੇ ਅਸੀਂ ਆ ਤੁਹਾਡੇ ਨਾਲ ਹੀ ਬਾਪੂ ਜੀ ਬੈਠੇ ਆ ਸੱਜੇ ਹੱਥ, ਇਹਨਾਂ ਨੇ ਉਡਾੜਾ ਸਾਰਾ ਸਿੱਖ ਲਿਆ 1 ਹਫ਼ਤੇ 'ਚ। ਠੀਕ ਆ। ਆ ਸਾਡੇ ਮੰਮੀ ਬੈਠੇ ਆ, ਹੱਥ ਖੜਾ ਕਰੋ ਮੰਮੀ। ਇਹਨਾਂ ਨੇ ਮਹੀਨਾ ਹੋ ਗਿਆ, ਹੁਣ ਤਕਰੀਬਨ ਮਹੀਨਾ ਹੋ ਗਿਆ। ਤੇ ਇਹ ਹੁਣ ਤਕਰੀਬਨ 4-5 ਮਾਤਰਾਵਾਂ ਵਾਲੇ ਤੇ 4-4 ਅੱਖਰਾਂ ਵਾਲੇ ਜਿਹੜੇ ਸ਼ਬਦ ਆ ਉਠਾਉਣ ਲੱਗ ਗਏ। ਮਸੌਖੀ ਬੱਚਿਆਂ ਵਾਲੀ ਕਿਤਾਬ ਦੇ ਅੱਖਰ ਪੜ੍ਹ ਲੈਂਦੇ। ਇੱਕ ਬਾਪੂ ਜੀ ਮੁਕੰਦ ਸਿੰਘ ਸੀਗੇ, ਮੁਕੰਦ ਸਿੰਘ ਵੀ ਸਿੱਖ, ਉਹ ਮੁਕੰਦ ਸਿੰਘ ਬਾਪੂ ਜੀ ਥੋੜਾ ਪੜਿਆ। ਇੱਕ ਬਾਪੂ ਜੀ ਮੋਹਨ ਸਿੰਘ ਸੀਗੇ, ਉਹਨਾਂ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਉਹਨਾਂ ਨੇ ਮੈਨੂੰ ਲੱਗਦਾ ਹਫ਼ਤੇ ਕੁ ਵਿੱਚ ਹੀ ਉਹਨਾਂ ਨੇ 35 ਸਿੱਖ ਕੇ ਤੇ ਉਹ ਵੀ ਆਪਦੇ ਅੱਖਰ ਉਠਾਉਣ ਲੱਗ ਗਏ ਸੀ। ਤੇ ਉਹਨਾਂ ਨੂੰ ਜਦੋਂ ਸਾਈਨ ਕਰਨੇ ਆਏ ਤੇ ਉਹਨਾਂ ਦੀ ਇਹੋ ਜਿਹੀ ਖੁਸ਼ੀ ਸੀਗੀ ਵੀ ਆਪਾਂ ਨੂੰ MA ਕਰਕੇ ਵੀ ਉਹ ਜਿਹੀ ਖੁਸ਼ੀ ਨਹੀਂ ਮਿਲ ਸਕਦੀ। ਹਾਂ, ਸੋ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਸਾਇੰਸ ਸਿਖਾਉਂਦੇ ਹਾਂ ਤੇ ਉਹ ਤੋਂ ਬਾਅਦ ਅਸੀਂ ਜਿਹਨੇ ਹੋਰ ਅੱਗੇ ਸਿੱਖਣਾ ਤੇ ਅਸੀਂ ਫਿਰ ਉਹ 35 ਵੀ ਤੇ ਗਿਣਤੀ ਸਾਰਾ ਕੁਝ ਸਿਖਾਉਂਦੇ ਹਾਂ। ਤੇ ਅੱਜ ਕੱਲ ਸਾਡੇ ਕੋਲੇ 2 ਰੈਗੂਲਰ ਸਟੂਡੈਂਟ ਆ, ਮੰਮੀ ਸਵਰਨ ਕੌਰ ਤੇ ਬਾਪੂ ਜੀ। ਬਾਪੂ ਤੁਹਾਡਾ ਨਾਮ ਕੀ ਆ? ਹਰਦਿਆਲ ਸਿੰਘ। ਤੇ ਇਹ ਰੋਜ਼ ਆਪਦਾ ਰੋਜ਼ਾਨਾ ਪੜ੍ਹਨ ਆਉਂਦੇ ਆ, ਹੋਮਵਰਕ ਲੈ ਕੇ ਜਾਂਦੇ ਆ। ਅਸੀਂ ਇਹਨਾਂ ਨੂੰ ਪੂਰਨੇ ਪਾ ਕੇ ਤੇ ਸਾਰੇ ਬਹੁਤ ਸੋਹਣੇ ਤਰੀਕੇ ਨਾਲ ਸਿਖਾਉਂਦੇ ਆ। ਸੋ ਜੇ ਤੁਸੀਂ ਵੀ ਪੜ੍ਹਨਾ ਹੋਵੇ ਤੇ ਸਾਡੇ ਕੋਲੇ ਆਪਦਾ ਨਾਮ ਲਿਖਵਾ ਸਕਦੇ ਆ। ਤੁਹਾਡੇ ਟਾਈਮ ਦੇ ਹਿਸਾਬ ਨਾਲ ਅਸੀਂ ਸ਼ਾਮ ਤੱਕ ਅਵੇਲੇਬਲ ਹੁੰਨੇ ਆ ਤੇ ਜਦੋਂ ਵੀ ਤੁਸੀਂ ਕਹੋਗੇ ਅਸੀਂ ਤੁਹਾਨੂੰ ਉਹ ਘੰਟਾ ਲਵਾ ਸਕਦੇ ਆ। ਤੇ ਜਿਹੜੇ ਆਪਾਂ ਪੜ੍ਹੇ ਲਿਖੇ ਆ, ਜਿਨ੍ਹਾਂ ਕੋਲੇ ਸਕੂਲ ਦੀ ਜਾਂ ਕਾਲਜ ਦੀ ਪੜ੍ਹਾਈ ਹੈਗੀ ਆ, ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਉਹਨਾਂ ਦੀ ਬੇਇੱਜ਼ਤੀ ਜਾਂ ਉਹਨਾਂ ਨੂੰ ਹੀਣ ਭਾਵਨਾ ਨਹੀਂ ਮਹਿਸੂਸ ਕਰਵਾਉਣੀ, ਜਾਂ ਉਹਨਾਂ ਨੂੰ ਇਹ ਨਹੀਂ ਮਹਿਸੂਸ ਕਰਵਾਉਣਾ, ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ, ਉਹਨਾਂ ਨੂੰ ਇਹ ਨਹੀਂ ਕਹਿਣਾ ਬਈ ਹੁਣ ਬੁੱਢੇ ਬਾਰੇ ਕੀ ਪੜ੍ਹ ਕੇ ਕਰੋਗੇ। ਕੋਈ ਨਹੀਂ ਪਤਾ ਕਿਸੇ ਨੂੰ ਕਦੋਂ ਕੋਈ ਗਿਆਨ ਦਾ ਸਮੁੰਦਰ ਮਿਲ ਜਾਣਾ, ਜਾਂ ਕੋਈ ਨਹੀਂ ਪਤਾ ਕਿਸੇ ਨੇ ਕਿਹੜੀ ਉਮਰ ਦੇ ਵਿੱਚ ਕੀ ਸਿੱਖ ਲੈਣਾ। ਤੇ ਇਹ ਜਿਹੜਾ ਸਕੂਲ ਦਾ ਆਈਡੀਆ ਇਹ ਅਸਲ ਦੇ ਵਿੱਚ ਸ਼ੁਰੂ ਵੀ ਆਈ ਹੋਇਆ ਸੀਗਾ ਵੀ ਜਦੋਂ ਅਸੀਂ ਵਿਹੜਾ ਸ਼ੁਰੂ ਕਰਨ ਲੱਗੇ ਨਾ ਤੇ ਅਸੀਂ ਸੋਚਿਆ ਵੀ ਉਦੋਂ ਤਾਂ ਕੁਝ ਵੀ ਨਹੀਂ ਸੀ ਹੁੰਦਾ, ਆ ਬਹੁਤ ਮਾੜੀ ਜਗ੍ਹਾ ਸੀ, ਭੈੜੀ ਜੀ। ਤੇ ਅਸੀਂ ਕਿਤਾਬਾਂ ਨਾ ਮੇਜ਼ ਤੇ ਲਾ ਕੇ ਰੱਖਣੀਆਂ ਸ਼ੁਰੂ ਕਰਤੀਆਂ ਵੀ ਜੇ ਕੋਈ ਸੜਕ ਤੇ ਆਉਂਦਾ ਜਾਂਦਾ ਬੰਦਾ ਵੀ ਤੇ ਜਿਹਨੇ ਪੜ੍ਹਨਾ ਜਾਂ ਲੈਣੀ ਕਿਤਾਬ ਤੇ ਲੈ ਜਾਵੇ। ਤੇ ਸਾਡੇ ਕੋਲੇ 25-30 ਕਿਤਾਬਾਂ ਹੀ ਸੀ ਹਨਾ ਸ਼ੁਰੂ 'ਚ ਤਾਂ। ਤੇ ਅਸੀਂ ਮੇਜ਼ ਤੇ ਐ ਰੱਖ ਦਿੰਦੇ ਸੀ ਖਿਲਾਰ ਕੇ ਤੇ ਮੰਮੀ ਦੀ ਡਿਊਟੀ ਲਾਤੀ ਵੀ ਕਿਉਂਕਿ ਅਸੀਂ ਸਾਰੇ ਉਦੋਂ ਕੰਮ ਤੇ ਲੱਗੇ ਹੁੰਦੇ ਸਾਫ਼ ਸਫਾਈ ਕਰਨ ਵੀ ਤੁਸੀਂ ਇੱਥੇ ਖੜ ਜਾ ਕਰੋ ਕਿਤਾਬਾਂ ਕੋਲ। ਤੇ ਹੁਣ ਉਹਨਾਂ ਦੀ ਇਹ ਸੀਗੀ ਬੇਵਸੀ ਵੀ ਉਹਨਾਂ ਨੂੰ ਪਤਾ ਹੀ ਨਹੀਂ ਕੀ ਲਿਖਿਆ ਸਾਰੀਆਂ ਤੇ ਵਿੱਚੋਂ ਕਈ ਵਾਰੀ ਆਵਾਜ਼ ਮਾਰ ਕੇ ਕਹਿੰਦੇ ਸੀ ਵੀ ਸਿੱਧੀਆਂ ਕਰ ਦੋ, ਪੁੱਠੀ ਪਈ ਕੋਈ ਕਿਤਾਬ, ਜਾਂ ਵੀ ਇਹਨੂੰ ਭਾਸ਼ਾ ਦੇ ਹਿਸਾਬ ਨਾਲ ਕਰ ਦੋ, ਹਿੰਦੀ ਵਾਲੀਆਂ ਅੱਡ ਤੇ ਪੰਜਾਬੀ ਵਾਲੀਆਂ ਅੱਡ। ਤਾਂ ਇੱਕ ਦਿਨ ਮਤਲਬ ਉਹ ਆਪਦੇ ਆਪ ਤੇ ਬਹੁਤ ਸ਼ਰਮ ਆਈ ਕਿ ਬਈ ਕੀ ਆਪਾਂ ਸਿਖਾ ਨਹੀਂ ਸਕਦੇ ਹੁਣ ਇਹਨਾਂ ਨੂੰ ਇਹ ਹਨਾ। ਤੇ ਜਦੋਂ ਕਿ ਉਹ ਸਿੱਖਣਾ ਵੀ ਚਾਹੁੰਦੇ ਆ, ਉਹਨਾਂ ਦੀ ਰੁਚੀ ਹੈਗੀ ਆ ਬਈ
ਉਹ ਹਮੇਸ਼ਾ ਤੋਂ ਚਾਹੁੰਦੇ ਸੀ ਕਿ ਉਹਨਾਂ ਨੂੰ ਪੜ੍ਹਨਾ ਆਉਂਦਾ ਹੋਵੇ। ਤਾਂ ਆਪਾਂ ਫਿਰ ਸ਼ੁਰੂ ਕੀਤਾ ਤੇ ਫਿਰ ਇਦਾਂ ਲੱਗਿਆ ਕਿ ਜੇ ਅਸੀਂ ਇੱਥੇ ਬੈਠੇ ਹੀ ਹਾਂ, ਜਦੋਂ ਇਹ ਧਾਰਿਆ ਹੋਇਆ ਕਿ ਜਿੰਨੀ ਦੇਰ ਨਹੀਂ ਜਿੱਤੇ ਵਾਪਸ ਨਹੀਂ ਜਾਣਾ, ਕਿਉਂ ਨਾ ਇਹੋ ਜਿਹੇ ਸਾਰੇ ਬਜ਼ੁਰਗਾਂ ਨੂੰ ਅਸੀਂ ਪੜ੍ਹਾਈਏ। ਤੇ ਜੋ ਕਿਉਂਕਿ ਆਪਾਂ ਸੇਵਾ ਆਪਦੇ ਹਿਸਾਬ ਨਾਲ ਕਰਨੀ ਹੁੰਦੀ ਜੋ ਆਪਾਂ ਨੂੰ ਆਉਂਦਾ। ਤੇ ਮੈਨੂੰ ਇਹ ਲੱਗਦਾ ਕਿ ਮੈਨੂੰ ਪੜ੍ਹਨ ਤੋਂ ਬਿਨਾਂ ਕੁਝ ਨਹੀਂ ਆਉਂਦਾ। ਤੇ ਆਪਾਂ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੇ ਤਕਰੀਬਨ BA ਕੀਤੀ ਹੈ, MA ਕੀਤੀ, ਤੇ ਆਪਾਂ ਬਹੁਤ ਸੋਹਣਾ ਪੜ੍ਹਾ ਸਕਦੇ ਹਾਂ ਬਜ਼ੁਰਗਾਂ ਨੂੰ। ਸੋ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਸ਼ਰਮ ਨਹੀਂ ਮਹਿਸੂਸ ਕਰਨੀ। ਕੋਈ ਆਸ-ਪਾਸ ਵਾਲਾ ਜੇ ਕੋਈ ਕਹਿੰਦਾ ਵੀ ਆ, ਪਹਿਲੇ 4 ਦਿਨ ਨਾ ਸੁਣੋ, ਉਦੋਂ ਬਾਅਦ ਤੁਹਾਨੂੰ ਆਪ ਨੂੰ ਹੀ ਇੰਨਾ ਨਸ਼ਾ ਹੋਣ ਲੱਗ ਜਾਣਾ ਵੀ ਤੁਸੀਂ ਆਪ ਹੀ ਨਹੀਂ ਹਟਣਾ। ਆ ਕੇ ਪੜੋ ਸਾਡੇ ਕੋਲੇ ਜਦੋਂ ਮਰਜੀ, ਜਦੋਂ ਤੁਹਾਡਾ ਟਾਈਮ ਲੱਗਦਾ, ਚਾਹੇ ਅੱਧਾ ਘੰਟਾ ਆਓ, ਘੰਟਾ ਆਓ। ਤੇ ਜੇ ਕੋਈ ਵੀਰ ਭਾਈ ਸੇਵਾ ਕਰਨੀ ਚਾਹੁੰਦਾ ਪੜਾਉਣ ਦੀ, ਉਹ ਵੀ ਆਓ। ਚਾਹੇ ਲਾਇਬ੍ਰੇਰੀ ਦੀ ਸੇਵਾ ਆ ਜਾਂ ਫਿਰ ਪੜਾਉਣ ਦੀ ਸੇਵਾ ਜਾਂ ਕੁਝ ਵੀ ਕਰਨਾ ਚਾਹੁੰਦੇ, ਜਾਂ ਜਿਵੇਂ ਅਸੀਂ ਚਾਰਟ ਬਣਾਏ ਹੋਏ ਆ ਸਾਰੇ, ਤੁਸੀਂ ਆ ਕੇ ਇੱਥੇ ਸਾਡੇ ਤੋਂ ਰੰਗ ਲੈ ਲਓ, ਚਾਰਟ ਲੈ ਲਓ, ਬਣਾਓ, ਚਾਹੇ ਆਪਦੇ ਟੈਂਟਾਂ 'ਚ ਜਾ ਕੇ ਲਾ ਲਓ। ਤਾਂ ਮਤਲਬ ਇਹ ਹੈ ਕਿ ਆਪਣਾ ਇਕੱਠੇ ਬਹਿਣਾ ਬਹੁਤ ਜ਼ਰੂਰੀ ਆ, ਆਪਸ ਦੇ ਵਿੱਚ ਵਾਰਤਾਲਾਪ ਕਰਨੀ ਬਹੁਤ ਜ਼ਰੂਰੀ ਆ। ਅੰਦਰ ਪੜੀਏ। ਹੋਰ ਕਿਸੇ ਨੇ ਜੇ ਕੁਝ ਸ਼ਬਦ ਤੁਸੀਂ ਕਹਿਣਾ ਕੁਝ ਅੰਕਲ? ਭਾਰਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਕਿਸਾਨ ਭਰਾ ਤੇ ਮਜ਼ਦੂਰ ਬੀਬੀਓ ਭੈਣੋ, ਅੱਜ ਦੇ ਆਪਾਂ ਇਸ ਇਤਿਹਾਸਕ ਦਿਹਾੜੇ ਦੇ ਉੱਤੇ ਸਭ ਤੋਂ ਪਹਿਲਾਂ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭੈਣੋ ਤੇ ਭਰਾਓ, ਆਪਾਂ ਇੱਥੇ 26 ਨਵੰਬਰ ਦੇ ਆਏ ਆ। ਮੈਂ ਇੱਥੇ 1 ਦਸੰਬਰ ਦਾ ਆਇਆ ਤੇ ਆਪਾਂ ਵੇਖ ਲਓ ਵੀ ਸਭ ਤੋਂ ਪਹਿਲਾਂ ਦਿਹਾੜਾ ਲੋਹੜੀ ਦਾ ਆਇਆ, ਉਹ ਵੀ ਆਪਾਂ ਇੱਥੇ ਮਨਾਇਆ। ਵਿਸਾਖੀ ਆਈ, ਉਹ ਵੀ ਆਪਾਂ ਇੱਥੇ ਮਨਾਣੀ ਆ ਤੇ ਮਨਾਈ ਬੜੀ ਖੁਸ਼ੀ ਨਾਲ ਆ। ਭਾਵੇਂ ਆਪਾਂ ਆਏ ਮੋਰਚੇ ਤੇ ਆ, ਕਾਨੂੰਨ ਆਪਣੇ ਜਿਹੜੇ ਗੁਲਾਮੀ ਦੇ ਆਪਾਂ ਨੂੰ ਦਿਖਣ ਡਿਆ ਵੀ ਸਾਡੀ ਇਹ ਆਉਣ ਵਾਲੀ ਅਸਲ ਤੇ ਨਸਲ ਦੇ ਉੱਤੇ ਬੜਾ ਫਰਕ ਪੈਣਾ ਵਾ। ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਆਇਆ, ਪਰ ਆਪਾਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਦਿਹਾੜੇ ਮਨਾਏ ਇੱਥੇ। ਤੇ ਮੇਰੇ ਭਰਾਓ, ਜਿਹੜਾ ਅੱਜ ਦਾ ਦਿਨ ਹੈ ਵੀ ਇੱਕ ਇਤਿਹਾਸਕ ਦਿਹਾੜਾ ਵਾ। 1 ਮਈ ਜਿਹੜੀ ਆ ਇਹ ਹਰ ਸਾਲ ਮਜ਼ਦੂਰ ਦਿਵਸ ਵਜੋਂ ਮਨਾਈ ਜਾਂਦੀ ਆ। ਇਹ ਵੀ ਇੱਕ ਬਹੁਤ ਆਪਣੇ ਲਈ ਇਤਿਹਾਸਕ ਦਿਹਾੜਾ ਵੀ। ਇਹ ਵੀ ਆਪਾਂ ਦਿੱਲੀ ਦੇ ਬਾਰਡਰ ਦੇ ਉੱਤੇ ਇਹ ਮੋਦੀ ਦੇ ਬਿਠਾਏ ਹੋਏ ਆਪਾਂ ਇੱਥੇ ਬੈਠੇ ਆ ਤੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਜਿਹੜਾ ਦਿਹਾੜਾ ਮਨਾ ਰਹੇ ਆ। ਇਸ ਗੱਲ ਵਾਸਤੇ ਵੀ ਆਪਾਂ ਨੂੰ ਬੜੀ ਖੁਸ਼ੀ ਯਾਰ ਕਰਨੀ ਚਾਹੀਦੀ ਆ ਕਿ ਇਹ ਦਿਹਾੜੇ ਤੇ ਮਨਾਏ ਜਾਂਦੇ ਆ, ਪਰ ਆਪਾਂ ਜਿੰਨੇ ਮਨਾ ਰਹੇ ਆਪਾਂ ਚੜ੍ਹਦੀ ਕਲਾ 'ਚ ਮਨਾ ਰਹੇ ਆ। ਮੈਂ ਇੱਥੇ ਲੋਹੜੀ ਮਨਾਈ ਤੇ ਲੋਹੜੀ ਦੇ ਉੱਤੇ ਮੈਂ ਆਪਣੇ ਪੋਤਰੇ ਦੀ ਲੋਹੜੀ ਇੱਥੇ ਮਨਾਈ ਆ। ਤੇ ਮਨਾਈ ਵੀ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਮਨਾਉਂਦੇ ਆ ਆਪਾਂ। ਮਾਹ ਉੱਥੇ ਪਿੰਡ ਆਪਣੇ ਘਰਦਿਆਂ ਨੇ ਮਨਾਉਣੀ ਆ ਤੇ ਆਪਾਂ ਇੱਥੇ ਬਾਰਡਰ ਤੇ ਬੈਠੇ ਆ ਤੇ ਆਪਾਂ ਇੱਥੇ ਪਿੰਡਾਂ ਜਿਸ ਤਰ੍ਹਾਂ ਲੋਹੜੀ ਮਨਾਉਂਦੇ ਆ ਨਾ, ਬੜੀ ਖੁਸ਼ੀ ਦੇ ਨਾਲ ਮਨਾਈ ਆ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਆਪਾਂ ਖੁਸ਼ੀ ਕਰਦੇ ਆ, ਮੀਟ ਸ਼ਰਾਬ ਉਤਾਰ ਕੇ ਆਪਣਾ ਉਤਾਈ ਇੱਥੇ, ਚਾਹੇ ਉਹਨੂੰ ਕੋਈ ਚੰਗਾ ਕਹਿ ਲੈ ਮਾੜਾ ਕਹਿ ਲੈ, ਪਰ ਆਪਾਂ ਆਖਿਆ ਵੀ ਨਹੀਂ ਜੇ ਪਿੰਡ ਹੁੰਦੇ ਤੇ ਵੀ ਉੱਥੇ ਵੀ ਕੰਮ ਕਰਨਾ ਸੀ ਤੇ ਇੱਥੇ ਵੀ ਆਪਾਂ ਕਰਦੇ। ਤੇ ਇਹ ਜਿੰਨੇ ਵੀ ਆਪਾਂ ਦਿਹਾੜੇ ਮਨਾਏ ਆ ਚੜ੍ਹਦੀ ਕਲਾ ਨਾਲ ਮਨਾਏ ਆ। ਤੇ ਅੱਜ ਦਾ ਜਿਹੜਾ ਦਿਹਾੜਾ ਵਾ ਇਹ ਵੀ ਆਪਣੇ ਵਾਸਤੇ ਬੜਾ ਇਤਿਹਾਸਕ ਦਿਹਾੜਾ ਵਾ। ਆਪਾਂ ਨੂੰ ਇਹ ਵੀ ਸਾਰੀ ਜ਼ਿੰਦਗੀ ਚੇਤੇ ਰਹੂਗਾ ਜਿੰਨਾ ਚਿਰ ਜੀਂਦੇ ਰਵਾਂਗੇ। ਆਪਣੇ ਬੱਚਿਆਂ ਨੂੰ ਵੀ ਦੱਸਾਂਗੇ ਵੀ ਅਸੀਂ 1 ਮਈ ਨੂੰ ਜਿਹੜਾ ਮਜ਼ਦੂਰ ਦਿਹਾੜਾ ਸੀਗਾ 2021 ਨੂੰ, ਉਹ ਵੀ ਅਸੀਂ ਇਹ ਦਿੱਲੀ ਦੇ ਬਾਰਡਰ ਦੇ ਉੱਤੇ ਵਿਕੇ ਮਨਾਇਆ ਸੀਗਾ। ਇਹ ਵੀ ਇੱਕ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ, ਕਿਉਂਕਿ ਲਿਖਣ ਵਾਲੇ ਜਿਹੜੇ ਲਿਖੀ ਜਾਂਦੇ ਆ ਕਿ ਕਿਹੜੇ ਦਿਹਾੜੇ ਤੇ ਕਿਸ ਤਰ੍ਹਾਂ ਇਹਨਾਂ ਨੇ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਮਨਾਏ ਨੇ। ਇਸ ਵਾਸਤੇ ਮੇਰੀ ਇੱਕ ਹੋਰ ਬੇਨਤੀ ਆ ਕਿ ਪਿੰਡਾਂ ਦੇ ਵਿੱਚੋਂ ਆਪਾਂ ਆਉਣੇ ਆ ਤੇ ਆਪਾਂ ਨੂੰ ਇੱਥੇ ਮੋਰਚੇ ਜਿਹੜੇ ਬੰਨ੍ਹ ਕੇ ਰੱਖਣੇ ਪੈਣੇ ਆ ਜਿੰਨਾ ਚਿਰ ਆਪਣੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਤੇ ਜਿਹੜੇ ਵੀ ਇੱਥੇ ਭਰਾ ਆਉਂਦੇ ਆ ਨਾ, ਉਹ ਆਪਦੇ ਆਪ ਨੂੰ ਸਮਝਣ ਵੀ ਅਸੀਂ ਮੋਰਚੇ ਦੇ ਸਿਪਾਹੀ ਆ, ਅਸੀਂ ਮੋਰਚੇ ਦੇ ਉੱਤੇ ਸ਼ੋਲਡੀਅਰ ਆ, ਅਸੀਂ ਸਿਪਾਹੀ ਆ। ਕਿਉਂਕਿ ਇੱਥੇ ਆਪਾਂ ਨੂੰ ਹਰ ਕੰਮ ਵੇਖੋ ਜੀ, ਸਫਾਈ ਦਾ ਜਾਂ ਲੀੜੇ ਧੋਣ ਦਾ ਜੋ ਵੀ ਆਪਾਂ ਨੂੰ ਆਪ ਕਰਨਾ ਪੈਂਦਾ। ਆਪਣੇ ਆਪ ਨੂੰ ਸਿਪਾਹੀ ਸਮਝਣ। ਮਜ਼ਦੂਰ ਜਿੰਨੇ ਭਰਾ ਕਿਸਾਨ ਮਜ਼ਦੂਰ ਆਉਂਦੇ ਆਪਣੇ ਸਮਝ ਸਿਪਾਹੀ ਆ। ਇਹ ਨਾ ਸਮਝ ਕੇ 5 ਦਿਨ ਆਏ ਜਾਂ 7 ਦਿਨ ਆਏ ਜਾਂ 10 ਦਿਨ ਕੱਟ ਕੇ ਚੱਲ ਜਾਣਾ, ਨਹੀਂ। ਜਿੰਨੇ ਦਿਨ ਬੈਠੇ ਆਪਣੇ ਆਪ ਨੂੰ ਸਿਪਾਹੀ ਸਮਝੋ ਕਿ ਅਸੀਂ ਮੋਰਚੇ ਦੇ ਸਿਪਾਹੀ ਆ। ਤੇ ਆਪਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਕਿਸੇ ਕਿਸਮ ਦਾ ਕੋਈ ਡਰ ਭੌ ਜੋ ਇਹ ਮਰਜ਼ੀ ਕਰੋਨਾ ਆ ਗਈ ਆ ਜੀ, ਅਸੀਂ ਕਲੀਨ ਆਪਰੇਸ਼ਨ ਕਰ ਦਿਆਂਗੇ, ਉਹ ਕਰ ਦਿਆਂਗੇ, ਕੁਛ ਨਹੀਂ ਹੁੰਦਾ। ਜੋ ਹੋਣਾ ਰੱਬ ਦਾ ਲਿਖਿਆ ਕੁਦਰਤੀ ਹੋਣਾ ਵਾ। ਇਸ ਵਾਸਤੇ ਡਰ ਕੇ ਆਪਾਂ ਨੂੰ ਕਿਤੇ ਨਾ ਸਰਕਾਰਾਂ ਕੋਲ ਡਰਨ ਦੀ ਲੋੜ ਆ। ਸਰਕਾਰਾਂ ਆਪਣੇ ਕੋਲ ਡਰਨਗੀਆਂ, ਆਪਾਂ ਡਟੇ ਰਹੇ ਤੇ ਸਰਕਾਰ ਡਰੂਗੀ ਆਪਣੇ ਕੋਲ। ਮੋਦੀ ਡਰੂਗਾ ਵੀ ਇਹ ਬੈਠੇ ਆ ਤੇ ਮੈਂ ਹੁਣ ਇਹਨਾਂ ਦੇ ਨਾਲ ਗੱਲਬਾਤ ਕਰਾਂ ਤੇ ਇਹਨਾਂ ਨੂੰ ਕਾਨੂੰਨ ਰੱਦ ਕਰਕੇ ਤੇ ਤੋਰਾਂ। ਜਿੰਨੀ ਛੇਤੀ ਤੋੜ ਦੂਗਾ ਇਹਦੇ ਹੱਥ ਚੰਗੀ ਗੱਲ ਆ।
ਤੇ ਕਿ ਆਪਾਂ ਦੇ ਡਟ ਕੇ ਬੈਠੇ ਆ। ਸਾਡੇ ਨੌਜਵਾਨ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਦੇ ਨਾਲ, ਉਹ ਸਾਡੇ ਨਾਲ ਆ। ਅਸੀਂ ਲੜਨ ਕਾਹਦੀ ਖਾਤਰ, ਉਹਨਾਂ ਦੀ ਖਾਤਰ ਰਹੇ, ਉਹਨਾਂ ਦੀ ਖਾਤਰ ਲੜ ਰਹੇ, ਜ਼ਮੀਨਾਂ ਆਪਣੇ ਬੱਚਿਆਂ ਦੀ ਖਾਤਰ ਬਚਾਉਣ ਰਹੇ ਆ। ਨਹੀਂ ਕਿ ਆਪਣਾ ਕੀ 10 ਸਾਲ 15 ਸਾਲ ਹੋਰ ਜੀ ਲਾਂਗੇ ਤੇ ਸਾਨੂੰ ਕਿਹੜਾ ਅੰਬ ਲੱਗਣੇ 17 72 ਨੂੰ। ਅਸੀਂ ਤੇ ਪਹਿਲਾਂ ਤਰਨ ਤਿਆਰ ਆ ਵੀ ਆ ਜਾਓ, ਸਾਡਾ ਜੋ ਮਰਜ਼ੀ ਕਰ ਲਓ। ਸਰਕਾਰ ਨੂੰ ਪਹਿਲਾਂ ਡਟ ਕੇ ਖਲੋਤੇ ਸੀ ਜੀ, ਭੱਜਣ ਵਾਲੇ ਅਸੀਂ ਹੈ ਨਹੀਂਗੇ। ਇਹ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਜਾਂਦੇ ਨਹੀਂਗੇ, ਭਾਵੇਂ ਜੋ ਇਹ ਬੁੱਢੇ ਆ ਤੇ ਭਾਵੇਂ ਜਵਾਨ ਹੈ, ਜਾਂਦੇ ਨਹੀਂਗੇ, ਕਿਸੇ ਬਨੇ ਲਾ ਕੇ ਗੱਲ ਜਾਣਗੇ। ਇਸ ਵਾਸਤੇ ਜੇ ਜਵਾਨ ਨੇ ਇਹ ਵੀ ਸਾਡੇ ਨਾਲ ਨੇ ਤੇ ਜੇ ਅਸੀਂ ਬੱਚੇ ਬੁੱਢੇ ਆ ਨਾ ਤੇ ਅਸੀਂ ਜਵਾਨਾਂ ਦੇ ਨਾਲ, ਜਵਾਨ ਸਾਡੇ ਨਾਲ ਨੇ। ਉਹ ਕਿਸੇ ਬਨੇ ਭੱਜੇ ਨਹੀਂ ਤੇ ਨਾ ਹੀ ਉਹਨਾਂ ਤੋਂ ਭੱਜੇ ਆ। ਇਸ ਵਾਸਤੇ ਜਿੰਨੇ ਵੀ ਮੇਰੇ ਭਰਾ ਇੱਥੇ ਭੈਣਾਂ ਆਈਆਂ ਨੇ, ਇਸ ਵਾਸਤੇ ਪਿੰਡਾਂ 'ਚ ਤੁਸੀਂ ਸੁਣਾ ਕਰੋ ਵੀ ਜਿੰਨੇ ਵੀ ਇੱਥੇ ਆਉਂਦੇ ਜੇ, ਭਾਵੇਂ 10 ਦਿਨ ਰਹੋ 15 ਦਿਨ ਰਹੋ, ਆਪਣੇ ਆਪ ਨੂੰ ਸਿਪਾਹੀ ਸਮਝੋ ਵੀ ਅਸੀਂ ਮੋਰਚੇ ਦੇ ਸਿਪਾਹੀ ਆ। ਇੱਥੇ ਡਟ ਕੇ ਖਲੋਤੇ ਆ। ਇਹ ਮੋਰਚਾ ਜਿਵੇਂ ਕਿਹੜਾ ਫਤਿਹ ਕਰਨਾ, ਇਸ ਤਰ੍ਹਾਂ ਆਪਣਾ ਮੋਰਚਾ ਜਿਹੜਾ ਫਤਿਹ ਕਰਨਾ ਵਾ, 3 ਕਾਲੇ ਕਾਨੂੰਨ ਰੱਦ ਕਰਾਉਣੇ ਆ, ਸਰਕਾਰ ਨੂੰ ਹਰਾਉਣਾ ਵਾ ਤੇ ਆਪਾਂ ਜਿੱਤਣਾ ਵਾ। ਇਸ ਵਾਸਤੇ ਇੱਥੇ ਡਰਨ ਦੀ ਲੋੜ ਕੋਈ ਨਹੀਂ। ਧੜਕ ਹੋ ਕੇ ਆਓ, ਬਿਲਕੁਲ ਡਟ ਕੇ ਆਓ। ਤੇ ਅੱਜ ਦਾ ਜਿਹੜਾ ਦਿਹਾੜਾ ਵਾ, ਮੈਂ ਇਹ ਇੰਦਰ ਸਿੰਘ ਹੋਣਾ ਨੂੰ ਬੜੀ ਇਹ ਗੱਲ ਦੀ ਵਧਾਈ ਦੇਣਾ ਕਿ ਇਹਨਾਂ ਨੇ ਵੀ ਚੜ੍ਹਦੀ ਕਲਾ 'ਚ ਮਨਾਇਆ। ਤੇ ਇਹ ਵੀ ਇਤਿਹਾਸਕ ਦਿਹਾੜਾ ਜਿਹੜਾ ਵਾ, ਇਹ ਵੀ ਇਤਿਹਾਸ ਵਾਂਗੂ ਲਿਖਿਆ ਜਾਊਗਾ ਵੀ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਨੇ ਇਸ ਬਾਰਡਰ ਦੇ ਉੱਤੇ ਬਹਿ ਕੇ 1 ਮਈ 2021 ਨੂੰ ਮਨਾਇਆ ਗਿਆ। ਇਹ ਦਿਹਾੜਾ ਮਨਾਉਣ ਦੇ ਉੱਤੇ ਮੈਂ ਇੰਦਰ ਸਿੰਘ ਹੋਣਾ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ, ਤੇ ਦੂਜੇ ਆਪਣੇ ਭਰਾਵਾਂ ਦਾ ਵੀ ਜਿਨ੍ਹਾਂ ਨੇ ਇਕੱਠੇ ਹੋ ਕੇ ਤੇ ਆਪਾਂ ਇਹਨਾਂ ਦਾ ਸਾਥ ਦਿੱਤਾ। ਤੇ ਆਪਾਂ 4 ਭਰਾ ਇਕੱਠੇ ਹੋ ਕੇ, ਇਹ ਕਿਉਂ ਇਕੱਠ ਦੇ ਨਾਲ ਹੀ ਸਭ ਕੁਝ ਹੁੰਦਾ ਵਾ। ਜਿੱਥੇ ਕਾਠਾ ਸਿਆਣਾ ਕਾਠਾ ਦੇ ਲੋਹੇ ਦੀ ਲਾਠਾ। ਇਸ ਵਾਸਤੇ ਆਪਾਂ ਇਕੱਠੇ ਰਵਾਂਗੇ ਤੇ ਲੋਹੇ ਲਾਠਾਂ ਨੂੰ ਆਪਾਂ ਮੋਦੀ ਦੇ ਸਿਰ 'ਚ ਵੱਜਾਂਗੇ ਤੇ ਮੋਦੀ ਹਰੂਗਾ। ਇਹ ਜਿਹੜਾ ਦਿਹਾੜਾ ਵਾ, ਇਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਵਾ ਇੱਥੇ। ਇਸ ਵਾਸਤੇ ਕਿਉਂਕਿ ਆਪਣਾ ਅੱਜ 400 ਸਾਡਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਆਪਣਾ ਜਨਮ ਦਿਹਾੜਾ ਜਿਹੜਾ ਵੀ ਅੱਜ ਵਾ, ਇਸ ਵਾਸਤੇ ਇਹਨਾਂ ਦਾ ਜਿਹੜਾ ਹੈ ਸਾਰਾ ਕੁਝ ਬੜੀ ਸ਼ਰਧਾ ਤੋਂ ਨਾਲ ਮਨਾਇਆ ਗਿਆ। ਤੇ ਸੋ ਬਹੁਤੀਆਂ ਗੱਲਾਂ ਨਾ ਕਰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਤੁਸੀਂ ਬੋਲੋ, ਨਾਮ ਕੀ ਹੈ ਤੁਹਾਡਾ? ਬਹਾਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਇਹ ਜਿਹੜਾ ਸਮਾਂ ਹੈ ਇਹ ਬੜਾ ਭਿਆਨਕ ਹੈ ਆਪਣੇ ਵਾਸਤੇ, ਬੜਾ ਜਣੀ ਬੜਾ ਉਸਦਾ ਹੋਣ ਦਾ ਮਸਲਾ ਹੈ। ਜਿਵੇਂ ਮਹਾਭਾਰਤ ਚੱਲੀ ਜੀ, ਕ੍ਰਿਸ਼ਨ ਨੇ ਕਿਹਾ ਸੀ ਲੋਜਨ ਸੀ ਇਹ ਉੱਡੇ ਵੱਡੇ ਜ਼ਾਲਮ ਜਿਹੜੇ ਪਹਿਲਾਂ ਵਾਲੇ ਜ਼ਾਲਮ ਹੋਏ। ਉਹਨੇ ਅਖੀਰ ਨੂੰ ਫਿਰ ਕਿਹਾ ਸੀ ਵੀ ਇਹਨਾਂ ਨੂੰ 5 ਪਿੰਡ ਦੇ ਦੇ ਵੀ ਹੁਣ ਜੇ ਚੱਲ 5 ਪਿੰਡਾਂ ਦੇ ਟਾਈਮ ਪਾਸ ਕਰ ਲੈਣਗੇ। ਫਿਰ ਉਹਨੇ 5 ਪਿੰਡਾਂ ਨੂੰ ਵੀ ਜਵਾਬ ਦੇਤਾ ਸੀ ਵੀ ਇਹਨਾਂ ਨੂੰ ਮੈਂ ਸੂਈ ਦੇ ਨੱਕੇ 'ਚ ਨਾ ਥੰਮ ਨਹੀਂ ਦਿੰਦਾ ਵੀ 5 ਪਿੰਡ ਦਾ ਕਿੱਥੇ ਭਾਲ ਦੇ। ਤਰਲੋਚਨ ਨੇ ਜਵਾਬ ਦਿੱਤਾ। ਉਹੀ ਕੰਮ ਮੋਦੀ ਨੇ ਆਪਣੇ ਨਾਲ ਕਰਿਆ। ਇਹਨੂੰ 6-7 ਸਾਲ ਹੋ ਗਏ ਜਿੱਤੇ ਨੂੰ। ਪਹਿਲਾਂ GST ਲਾਈ, ਫਿਰ ਨੋਟਬੰਦੀ ਕਰੀ, ਫਿਰ ਕਦੇ ਕੁਛ ਕਰਦਾ ਹੈ, ਕਦੇ ਕੁਛ ਕਰਦਾ ਹੈ। ਇਹ ਅਸਲ ਵਿੱਚ ਤਾਂ ਆਪਣੀਆਂ ਜ਼ਮੀਨਾਂ ਖੋਹਣ ਦਾ ਟੈਕਸ ਲਾਈ ਜਾਂਦਾ ਹੈ। ਜਿਹੜੀ ਇਹਨਾਂ ਦੀ 100 ਰੁਪਏ ਦੀ ਚੀਜ਼ ਆ ਉਹ 1000 ਦੀ ਕਰ ਦਿੰਦਾ ਹੈ। ਜਿਹੜੀ ਆਪਣੀ 100 ਰੁਪਏ ਦੀ ਚੀਜ਼ ਆ ਉਹ 50 ਦੀ ਕਰ ਦਿੰਦਾ। ਬਸ ਆਹੀ ਗੱਲਾਂ, ਟੈਕਸ ਲਾਉਂਦਾ ਕਰਨਾ ਕੁਛ ਵੀ ਨਹੀਂ। ਉਹਦੇ ਨਾਲ ਬੰਦਾ ਅਮੀਰ ਹੋ ਜਾਂਦਾ। ਇਸ ਤਰ੍ਹਾਂ ਕਰਕੇ ਵੀਰੋ ਆਪਣੇ ਵਾਸਤੇ ਤਾਂ ਇਹ ਸਾਰੀ ਬਾਤ ਪੈ ਗਈ। ਸਾਰੇ ਕਿਵੇਂ ਬਾਤ, ਆਪਣੇ ਗਾਉਣ ਵਾਲੇ ਵੀ ਬਾਤ ਪਏ ਨੇ। ਗਾਉਣ ਵਾਲੇ ਕਿਵੇਂ ਖਿੱਚੀਆਂ ਦੁਗੀਤਾਂ ਦੀਆਂ ਬੋਲਟ ਬਾਹਰ ਜਾਂਦੇ ਆ, ਘੁੰਮਣ ਘੁਮਾਉਣ ਨੂੰ ਤਾਂ ਕਾਰ ਰੱਖੀ ਆ, ਬੋਲਟ ਪੜਾ ਕੇ ਥੋੜਾ ਗਾਉਣ ਵਾਲੇ ਨੂੰ ਸ਼ਰਮ ਤੇ ਹੁਣ ਗਾਉਣ ਵਾਲਾ ਕੁਲਦੀਪ ਮਾਨਕ ਦੀ ਜਿਵੇਂ ਮਾਂ ਹੁੰਦੀ ਹੈ ਮਾਂ, ਗਾਉਣ ਵਾਲਾ ਵੀ ਇੱਕ ਸਦੀਕ ਨੇ ਇੱਕ ਗੰਦਾ ਗਾਣਾ ਪਹਿਲਾਂ ਗਾਇਆ ਸੀ। ਚਲੋ ਆਪਾਂ ਵਿਆਹ ਦਾ ਗਾਣਾ ਪਹਿਲਾਂ ਕੋਈ ਜਵਾਕਾਂ ਦਾ ਗਾਣਾ ਨਹੀਂ ਹੁੰਦਾ ਸੀ, ਸਦੀਕ ਨੇ ਗਾਇਆ ਸੀ। ਉਹਨੂੰ ਹੋ ਗਏ ਹੁਣ 30 ਸਾਲ। ਆਪਣਾ ਗਾਉਣ ਵਾਲਿਆਂ ਨੇ ਸਾਰਾ ਇੱਕ ਚੁੰਬਰ ਕੱਟਤਾ। ਥੋੜਾ ਜਿਹਾ ਆਪਾਂ ਵੀ ਸਿਆਣੇ ਬਣੋ। ਮੈਂ ਤਾਂ ਕਹਿਣਾ ਕਿੰਨੀ ਗੱਲ ਆ, ਮੈਂ ਵੀ ਵਿਆਹ ਕਰੇ ਨੇ, ਚਲੋ ਬੱਚਿਆਂ ਮਗਰ ਲੱਗਣਾ ਲੈ ਗਏ ਲੋਕਾਂ ਦੀ। ਜਦੋਂ ਜਵਾਬ ਦੇਸੀ ਖਰਾਕਾਂ ਮੈਂ ਤਾਂ ਦੇਸੀ ਵਿਗਾ ਵੀ ਕਰ ਜੋ ਦੇਸੀ ਦਾਰੂਆਂ ਕੱਢ ਲੋ ਜੇ ਲੋੜ ਆ ਜਾਂ ਨਾ। ਅੱਛਾ, ਮੈਂ ਵੀ 15-20 ਸਾਲ ਦਾਰੂ ਕੱਢੀ ਹੈ ਪਰ ਸਰੀਰ ਨੂੰ ਕੋਈ ਰੋਗ ਨਹੀਂ ਲਾਇਆ। ਟੀਮ ਵੀ ਬਣਾਈ ਹੈ ਫਤਿਹਗੜ੍ਹ ਛੰਨਾ ਦੀ, ਇੱਕ ਰੋਗ ਲਾਇਆ ਬਾਬੇ ਨਾਨਕਾ, ਕਹਿੰਦਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੈਨੂੰ ਉਹੀ ਨਸ਼ਾ ਰਹਿੰਦਾ ਚੰਗੇ ਕੰਮ। ਅੱਛਾ, ਆਪਾਂ ਉਹ ਨਸ਼ਾ ਲਾਓ ਆਪਣੇ ਜਵਾਕਾਂ ਦਾ, ਪੈਸੇ ਦਾ ਨਸ਼ਾ ਜਿਹਨੂੰ ਲੱਗ ਰਿਹਾ ਸਾਰਿਆਂ ਨਾਲੋਂ ਵਧੀਆ। ਠੱਗੀ ਦਾ ਪੈਸਾ ਮਾੜਾ ਹੈ। ਜਦੋਂ ਹੱਕ ਦੀ ਮਿਹਨਤ ਕਰਦੇ ਆ ਬਾਬੇ ਨਾਨਕ ਵਾਲੀ, ਉਹ ਸਾਰਿਆਂ ਨਾਲੋਂ ਵਧੀਆ। ਮਿਹਨਤ ਕਰਿਆ ਕਰੋ। ਜਦੋਂ ਮੈਂ ਖੇਤ ਜਾਣਾ ਮੈਨੂੰ ਕੰਮ ਕਰਿਆ ਹੋ, ਮੇਰਾ ਦਿਲ ਆਪਦੇ ਆਪ ਆ ਜਾਂਦਾ। ਜਦੋਂ ਮੇਰਾ ਕੰਮ ਕਰਿਆ ਹੋ ਫਿਰ ਮੈਨੂੰ ਐ ਹੁੰਦਾ ਵੀ ਕਿਉਂ ਨਾ ਕਰਿਆ। ਅੱਛਾ, ਨਾ ਮੇਰਾ ਕੋਈ ਹੱਡ ਦੁਖੇ, ਪਰਮਾਤਮਾ ਦੀ ਕਿਰਪਾ ਹੈ। ਕਲੀਆਂ ਕੁਲੀਆਂ ਵੀ ਲਾ ਲੈਂਦੇ ਆ।
ਅੱਛਾ ਇਸ ਤਰ੍ਹਾਂ ਦੇ ਇਹ ਗੱਲ ਇਸ ਤਰ੍ਹਾਂ ਦੇ ਲੱਗ ਰਹੀ। ਅੱਛਾ ਇੱਕ ਵਾਰ ਮੈਂ ਛੋਟਾ ਜਿਹਾ ਡੰਗਰ ਚਾਰਦਾ ਹੁੰਦਾ, ਮੈਂ ਫਿਰ ਉਹ ਕਲੀਆਂ ਲਾ ਰਿਹਾ ਸੀ, ਉਹ ਭੈਣਾਂ ਕੋਲ ਨਰਮਾ ਗੁੱਡ ਰਹੀਆਂ ਸੀ। ਅੱਛਾ ਫੜ ਲਓ ਬਾਈ, ਉਹ ਜਦ ਨਰਮਾ ਗੁੱਡ ਰਹੀਆਂ ਸੀਆਂ ਉਹ ਮੈਂ ਕਲੀਆਂ ਲਾਉਣਾ ਬੰਦ ਹੋ ਗਿਆ। ਮੈਂ ਕਿਹਾ ਬੈਂਕ ਬਹੁਤ ਵੱਡਾ, ਥੋੜਾ ਗਰੀਬੀ ਨੇ ਰੱਬ ਲਿਆ, ਘਰ ਦੀ ਗਰੀਬੀ ਦੀ ਹਲ ਪਾਇਆ, ਬਹੁਤ ਮਿਹਨਤ ਬਹੁਤ ਕਰੀ ਹੈ। ਚੱਲ ਹੁਣ ਤਾਂ ਮਾਲਕ ਦੇ ਰੰਗ ਲੱਗੇ ਹੋਏ। ਚੱਲ ਉਹ ਫਿਰ ਮੈਨੂੰ 2 ਜਣੇ ਤੇ ਉਹ 10 ਬਣ ਜਾਂਦੀਆਂ ਨਰਮਾ ਗੁੱਡੀਆਂ ਜਦੋਂ ਫਿਰ ਮੈਂ ਕਲੀਆਂ ਲਾ ਰਿਹਾ ਸੀ। ਓ ਮੈਂ ਹੁੰਦੀ ਏ ਮਾਵੇ ਦੁਨੀਆ ਵਾਲਿਓ, ਓ ਮਾਏ ਠੰਡੜੀ ਛਾਵੇ ਦੁਨੀਆ ਵਾਲਿਓ, ਓ ਮਾਂ ਬਿਨਾ ਕੋਈ ਨਾ ਲਾਲ ਲੜਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਓ ਖੋਲਦਾ ਹੁਟੁਕ ਕਾਵੇ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਵੇ ਦੁਨੀਆ ਵਾਲਿਓ, ਓ ਬੱਚਿਆਂ ਦਾ ਦੁੱਖ ਮਾਨਾ ਸਹਿੰਦੀ, ਓ ਗਿੱਲੀ ਥਾਂ ਤੇ ਆਪ ਪੈਂਦੀ, ਓ ਪਾਉਂਦੀ ਸੁੱਕੀ ਥਾਵੇਂ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਓ ਰੱਬਾਂ ਦੇ ਕਰੇ ਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ, ਓ ਸਿਰ ਤੋਂ ਉੱਠਦੀ ਨਾਵੇਂ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਓ ਮਾਂ ਦੀ ਪੂਜਾ ਰੱਬ ਦੀ ਪੂਜਾ, ਓ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਓ ਮਾਂ ਹੈ ਰੱਬ ਦਾ ਨਾਮ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਓ ਮਾਂ ਏ ਠੰਡੜੀ ਛਾਂ ਓ ਦੁਨੀਆ ਵਾਲਿਓ। ਜਿੱਦੇ ਇਹ ਗਾਣਾ ਕੁਲਦੀਪ ਮਾਰਕ ਨੇ ਕੈਨੇਡਾ ਚ ਲਾਇਆ ਸੀ, ਇੱਕ ਬੁੱਢੀ ਮਾਤਾ ਨੇ 8 ਤੋਲਿਆਂ ਦੀ ਜੰਜੀਰੀ ਆਪਦੇ ਗਲ ਚੋਂ ਕੱਢ ਕੇ ਕੁਲਦੀਪ ਮਾਰਕ ਦੇ ਗਲ ਚ ਪਾ ਦਿੱਤੀ। ਇਹ ਜਿਹਾ ਚਲੋ ਜਦੋਂ ਕਲੀਆਂ ਦੇ ਵਿੱਚੋਂ ਬੁੱਢੀ ਮਾਂ ਨੂੰ ਆਨੰਦ ਆਇਆ, ਉਹ ਗਾਉਣ ਵਾਲੇ ਫਿੱਟ ਤੇ ਮੈਨੂੰ 30 ਸਾਲ ਆ ਜਮਾਨਾ ਪਹਿਲਾਂ ਬਹੁਤ ਵਧੀਆ ਲੱਗਦਾ ਸੀ। ਇਹ ਜਵਾਕਾਂ ਨੂੰ ਗਵਰਨਮੈਂਟ ਨਸ਼ਿਆਂ ਤੇ ਲਾ ਕੇ ਜਾਂ ਹੋਰ ਮੈਨੂੰ ਕੋਈ ਨਸ਼ਾ ਨਹੀਂ ਮਿਲਦਾ। ਮੈਂ ਕਹਿੰਦਾ 24 ਇੰਚੀ ਸਾਈਕਲ ਹੁੰਦਾ, ਉਤਰੀ 24 ਇੰਚੀ ਬੰਦੇ ਤੋਂ ਕੋਈ ਚੀਜ਼ ਨਹੀਂ ਸੀ ਚੱਕਦੀ। 24 ਇੰਚ ਦੇ 20 ਸਾਲ ਤੋਂ 35 ਸਾਲ ਤੱਕ 15 ਸਾਲ ਟੱਪਦਾ ਰਿਹਾ, ਸਾਲ ਮਾਰ ਕੇ ਦੂਏ ਪਾਸੇ ਜਾ ਆ ਗੋਡਾ ਕੋਈ ਕੋਈ ਤੁਸੀਂ ਦੁਗਣਾ ਜਿਹਾ ਮਿੱਟੀਆਂ ਮਾਰ ਕੇ ਇਸ ਤਰ੍ਹਾਂ ਦਾ ਸਰੀਰ ਹੈ, ਜਿਹਾ ਜਿਹਾ ਬਣਾ ਲਾਂਗੇ ਉਹੀ ਬਣ ਜਾਂਦਾ। ਕੋਈ ਕਰੋਨਾ ਨਹੀਂ, ਕੋਈ ਕੁਛ ਨਹੀਂ, ਥੋੜਾ ਖਾਣਾ ਪੀਣਾ ਸੈੱਟ ਖਾਇਆ ਕਰੋ। ਇਹ ਆਪਦਾ ਕਰੀਆਂ ਹੋਈਆਂ ਚੀਜ਼ਾਂ ਨਾ, ਸਾਡਾ ਹੁਣ ਤੱਕ 7 ਮਹੀਨੇ ਹੋ ਗਏ ਕੋਈ ਕੰਮ ਸਿਆਣ ਤੋਂ ਬਿਨਾਂ ਨਹੀਂ ਬਣਦਾ। ਅੱਛਾ ਸਾਡਾ 4 ਲੱਖ ਰੁਪਇਆ ਲੱਗਿਆ ਵਿੱਚ ਸੰਗਰੂਰ ਜਾਂਦੇ ਹੁੰਦੇ ਤੇ ਵਿੱਚ ਇੱਥੇ 8-8 ਲੱਖ ਲਾ ਕੇ ਭੱਜ ਕੇ ਪਕੌੜੇ ਦਾ। ਆਪਾਂ ਇਮਾਨਦਾਰੀ ਨਾਲ ਕੰਮ ਕਰਾਂਗੇ ਵੀਰੇ। ਪਹਿਲਾਂ ਮੈਂ ਆਪਣੀ ਘਰ ਦੀ ਗਰੀਬੀ ਚੱਕੀ, ਫਿਰ ਮੈਂ ਛੰਨਾ ਦੀ ਟੀਮ ਬਣਾਈ, ਫਿਰ ਮੈਂ ਸੋਸਾਇਟੀ ਚਲਾਈ ਖੜੀ ਹੋਈ। ਹੁਣ ਆਹ ਲੋਕਾਂ ਦੀ ਜਿਹੜੀ ਉਮਰ ਰਹਿੰਦੀ ਹੈ ਸਾਰੀ ਉਮਰ ਲੋਕਾਂ ਦੀ ਸੇਵਾ ਕਰੂ, ਕਿਸਾਨਾਂ ਦੀ ਮੈਨੂੰ ਇਹ ਸਾਧ ਲੱਗਦੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਨਾ ਤੂੰ ਸਾਡੇ ਕੋਲ ਜੰਜੀਰੀ ਤਾਂ ਨਹੀਂ ਆ ਲੈ ਜੋ ਕੋਈ ਨਾ ਉਤਰੀ ਨਹੀਂ ਪਲੀਜ਼ ਲਓ। ਨਹੀਂ ਤੁਸੀਂ ਬੇਟਾ ਨਹੀਂ ਤੁਸੀਂ ਨਿਸ਼ਾਨ ਤੇ ਸਨਮਾਨ ਹੀ ਆ, ਪਿਆਰ ਹੈ ਸਾਡਾ। ਨਹੀਂ ਕੋਈ ਨਹੀਂ ਲੱਗੇ, ਕੋਈ ਨਹੀਂ ਹੋਰ ਬਣਾ ਲਾਂਗੇ, ਆਪੇ ਬਣਾਈ ਹੈ ਇਹ। ਲੰਗਰ ਚਲਾ ਦੀ ਉੱਥੇ ਲਾਇਓ ਨਾ, ਕਿਉਂ ਵੀ ਮੈਨੂੰ ਗੌੜ ਕਰਕੇ ਮਿਲਿਆ। ਤੁਸੀਂ ਤਾਂ ਬੜਾ ਰੋਜ਼ ਆ ਜਾ ਕਰੋ। ਇੱਕ ਹੋਰ ਲਾ ਇਹ ਨਹੀਂ ਚੱਲਦਾ ਕੰਮ। ਗਾ ਦੋ ਲਾ ਵੀ ਲਾ ਗਾ ਚੱਲਦੇ ਫੱਟੇ ਥੋੜੇ ਹੋ ਗਏ, ਤੁਹਾਨੂੰ ਪਤਾ ਹੈ 57 ਸਾਲ ਦੀ ਉਮਰ ਹੈ ਮੇਰੀ। ਪਹਿਲਾਂ ਤਾਂ ਅਸਲ ਉਹ ਮਾਈਆਂ ਨੇ ਮੈਨੂੰ ਇਹ ਕਿਹਾ ਜਦੋਂ ਮੈਂ ਕਲੀਆਂ ਲਾ ਰਿਹਾ ਸੀ, ਤੂੰ ਵੀ ਲੈਣਾ ਕੱਲ ਨੂੰ, ਜਦੋਂ ਮੈਂ ਹਟ ਗਿਆ ਗਾਉਣੋਂ ਤੂੰ ਵੀ ਲਵਾਂਗੇ। ਉਹ ਜਦੋਂ ਗਾਉਣੋਂ ਹਟ ਗਿਆ ਉਹ ਖੜੀਆਂ ਹੋ ਗਈਆਂ। ਮੈਂ ਕਿਹਾ ਵੀ ਆ ਉਸ ਮੈਂ ਸੂਏ ਦੇ ਕੋਈ ਪਾਸੇ ਤੂੰ ਵੀ ਨਾਲ ਗਾਉਣਾ ਸੀ। ਮੈਨੂੰ ਸ਼ਰਮ ਆਈ ਵੀ ਮਾਈਆਂ ਦੇ ਵੀ ਅਲੱਗ ਬਣ ਜਾਣ ਕੇ। ਉਹ ਕਹਿੰਦੇ ਨਾ ਸਾਨੂੰ ਬੜਾ ਨੰਦ ਆ ਰਿਹਾ ਸੀ ਵੀ ਤੂੰ ਗਾਣੇ ਹੋਊਗਾ। ਹੁਣ ਮੈਂ ਚੱਲ ਕੋਈ ਨਹੀਂ। ਅੱਛਾ ਜੇ ਬਾਪੂ ਤੋਂ ਇਲਾਵਾ ਜੇ ਹੋਰ ਕਿਸੇ ਨੂੰ ਵੀ ਗਾਉਣਾ ਆਉਂਦਾ ਫਿਰ ਪਲੀਜ਼ ਦੱਸ ਦਿਓ। ਉਹ ਕਿਤੋਂ ਆ ਜਵਾਬ ਲਾਵੇ, ਉਹ ਦੁਖੜ ਸੁਣ ਲੈ ਤੀਜੇ ਆ ਕੇ ਪਹਿਲਾਂ ਤੋਂ ਕੱਢਤੀ ਵੇ, ਉਹ ਕੌਲਾ ਝੂਠੀ ਤੁਮਤ ਲਾ ਕੇ ਕਿਤੋਂ ਆ ਜਵਾਬ ਲਾਵੇ, ਦੁਖੜ ਸੁਣ ਲੈ ਤੀਜੇ ਆ ਕੇ
ਹਿੰਮਤ ਮੰਦੀ ਪੱਠੀ ਲਈ ਬਾਲਣ ਵੇ ਐਵੇਂ ਗਵਾਉਂਦੀ ਮੇਰੀ ਚੰਦੀ ਇੱਕ ਰੋਟੀ ਖਾਤਰ ਵੇ ਦਿਨ ਹੈ ਕਰਦੀ ਗਾਲਾਂ ਖਾ ਕੇ ਕਿ ਤੂੰ ਆ ਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ ਹੋ ਮੈਨੂੰ ਨਜ਼ਰ ਨਾ ਆਉਂਦਾ ਵੇ ਬਾਬਲਾ ਆਪਣਾ ਵਿੱਚ ਦਮਾਨੇ ਅੱਜ ਰੰਨਾ ਸ਼ਹਿਰ ਦੀਆਂ ਵੇ ਮੈਨੂੰ ਮਾਰ ਮੇਣੇ ਤਾਨੇ ਜੋ ਦੇਵ ਤਰੀਕਿਆਂ ਦਾ ਉਹ ਬੈਰੀ ਬਣ ਗਿਆ ਪਿਆਰ ਭੁਲਾ ਕੇ ਕਿ ਤੂੰ ਆ ਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ ਹੋਰ ਵੀ ਲਾ ਦੇ ਕੱਦੀ ਹੋਰ ਵੀ ਲਾ ਦੇ ਬਹੁਤ ਕੰਨਿਆ ਗੱਲ ਦੱਸੀ ਕੱਲ ਦੱਸੀ ਆਪਨੇ ਤੁਸੀਂ ਗਾਣਾ ਗਾਣਾ ਪਲੀਜ਼ ਗਾਓ ਨਾਮ ਜਾਣਦਾ ਹੈ ਨਹੀਂ ਤਾਂ ਖੈਰ ਹੈਲੋ ਹੈਲੋ ਨਾਮ ਤਾਂ ਕਾਨੂੰ ਹੁਣ ਬੁੜੇ ਹੋ ਗਏ ਤੇ ਹੁਣ ਪਗੜਾ ਰੋਜ਼ ਗਾਉਂਦੇ ਨਮਸਕਾਰ ਮੇਰੀ ਸਭ ਕੋ ਜਿਸ ਵੇਲੇ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ ਔਰ ਉਹਦੇ ਘਰ ਵਾਲੀ ਨੂੰ ਉਹ ਮੰਗੀ ਸੀ ਉਸ ਵੇਲੇ ਭਗਤ ਸਿੰਘ ਮੰਗਿਆ ਸੀ ਤੇ ਉਹਦੇ ਘਰ ਵਾਲੀ ਨੂੰ ਕਿਸੇ ਨੇ ਜਾ ਕੇ ਦੱਸ ਦਿੱਤਾ ਕਿ ਭਗਤ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਉਸ ਵੇਲੇ ਦੀ ਗੱਲ ਜਦੋਂ ਵੀਰ ਭਗਤ ਸਿੰਘ ਸਾਹਿਬ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਉਹਦਾ ਤੁਰ ਪੀ ਖਾਤਰ ਪ੍ਰੇਮ ਦੀ ਕਹਿੰਦੀ ਰੱਬਾ ਮੇਲ ਕਰਾ ਜਾ ਪਹੁੰਚੀ ਵਿੱਚ ਲਾਹੌਰ ਦੇ ਮਿਲੀ ਜੇਲ ਦਰੋਗੇ ਨੂੰ ਜਾ ਉਤੋਂ ਹੁਕਮ ਹੋਇਆ ਸਰਕਾਰ ਦਾ ਦਿਓ ਮੁਲਾਕਾਤ ਕਰਾ ਸਿੱਖਾਂ ਵਿੱਚੋਂ ਜਾ ਤੱਕਿਆ ਸ਼ੇਰ ਨੇ ਇਹ ਤਾਂ ਸੁੰਦਰੀ ਖੜੀ ਕੋਈ ਆ ਉਹਦੇ ਹੰਝੂ ਤੱਕ ਕੇ ਬੋਲਿਆ ਨੀ ਤੇਰੀ ਕੌਣ ਤੂੰ ਮੈਨੂੰ ਸਮਝਾ ਵੇ ਤੇਰੀ ਹੋਵਣ ਵਾਲੀ ਨਾਰਸਾ ਮੇਰੇ ਦਿਲ ਦੇ ਸ਼ਹਿਨਸ਼ਾਹ ਮੇਰੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਮੇਰੇ ਮਨੋਂ ਨੀ ਲੱਥਿਆ ਚਾ ਅੱਗੋਂ ਭਗਤ ਸਿੰਘ ਬੋਲਿਆ ਨੀ ਤੇਰੀ ਕਿਸੇ ਦਿੱਤਾ ਹੀ ਭਲੇਖਾ ਪਾ ਨੀ ਅਜੇ ਕੱਲ ਹੋਈ ਮੇਰੀ ਮੰਗਣੀ ਨੀ ਅੱਜ ਪੂਰੇ ਹੋ ਗਏ ਚਾ ਜੰਗ ਚੜੂਗੀ ਕੱਲ ਦੁਪਹਿਰ ਨੂੰ ਸਿਰੇ ਬੰਨਣਗੇ ਵੀਰ ਪੰਜਾਬ ਦੇ ਨੀ ਮੈਨੂੰ ਕੋੜੀ ਦੇਣਗੇ ਚੁੜਾ ਬਹੁਤ ਵਧੀਆ ਦੇਖੋ ਇਹ ਕਿੰਨੀ ਉਮਰ ਨਾਲ ਆਵਾਜ਼ ਹਲੇ ਵੀ ਕਿੰਨੀ ਗੜਕ ਆ ਹਨਾ ਤੇ ਹੁਣ ਅੱਜ ਦੇ ਆਖਰੀ ਪੇਸ਼ਕਸ਼ ਆ ਕਿ ਅਸੀਂ ਨਾਟਕ ਪੜਾਂਗੇ ਜਿਹੜਾ ਕਿ ਭਗਤ ਸਿੰਘ ਹੋਰਾਂ ਨਾਲ ਹੀ ਰਿਲੇਟਡ ਆ ਸੋ ਜਦੋਂ ਭਗਤ ਸਿੰਘ ਹੋਰੀ ਜੇਲ੍ਹ ਸੀਗੇ ਤੇ ਉਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਹੈ ਉਹ ਸੁਣਾਈ ਜਾ ਚੁੱਕੀ ਸੀਗੀ ਤੇ ਉਹਨਾਂ ਦਿਨਾਂ 'ਚੋਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਸੀ ਤੇ ਕਿਹਾ ਜਾਂਦਾ ਕਿ ਜਿਹੜਾ ਉਹਨਾਂ ਦਾ ਟੱਟੀ ਪਿਸ਼ਾਬ ਚੱਕਣ ਵਾਲਾ ਬੰਦਾ ਹੁੰਦਾ ਸੀ ਨਾ ਬੋਗਾ ਸੀ ਉਹਦਾ ਨਾਮ ਤੇ ਭਗਤ ਸਿੰਘ ਹੋਰੀ ਉਹਨੂੰ ਬੇਬੇ ਕਹਿੰਦੇ ਹੁੰਦੇ ਸੀ ਤੇ ਜਿਹੜੀ ਉਹਨਾਂ ਦੇ ਦੋਹਾਂ ਜਣਿਆਂ ਦੀ ਗੱਲਬਾਤ ਆ ਬੋਗੇ ਦੀ ਤੇ ਭਗਤ ਸਿੰਘ ਦੀ ਉਹ ਅਸੀਂ ਪੜਾਂਗੇ ਮੈਂ ਬੋਗੇ ਵਾਲੇ ਪੜੂੰਗੀ ਇੰਦਰ ਭਗਤ ਸਿੰਘ ਦੇ ਡਾਇਲੋਗ ਪੜੂਗਾ ਕਿਉਂ ਉਹਨੂੰ ਬੇਬੇ ਕਹਿੰਦਾ ਸੀ ਜਾਂ ਉਹਦਾ ਕਿਹੋ ਜਿਹਾ ਲਗਾਵ ਸੀਗਾ ਭਗਤ ਸਿੰਘ ਦਾ ਬੋਗੇ ਨਾਲ ਕੀ ਉਹਨਾਂ ਦੀ ਸਮਝ ਸੀ ਤੇ
ਮੋਗੇ ਦੇ ਰਾਹੀਂ ਉਹ ਕੀ ਕਹਿਣਾ ਚਾਹੁੰਦਾ ਸੀ ਸਮਾਜ ਨੂੰ, ਮਜ਼ਦੂਰ ਕਲਾਸ ਨੂੰ ਕੀ ਕਹਿਣਾ ਚਾਹੁੰਦਾ ਸੀ, ਉਹ ਸਾਰਾ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਵੱਧ ਤੋਂ ਵੱਧ 10 ਮਿੰਟ ਦਾ ਬਸ ਹੈਗਾ ਹੈ ਤੇ ਸਾਰੇ ਜਾਣੇ ਪਲੀਜ਼ ਸ਼ਾਂਤੀ ਨਾਲ ਸੁਣਿਓ। ਇਹਦੇ ਚ ਬਹੁਤ ਕੁਝ ਸਿੱਖਣ ਨੂੰ ਆ। ਥੋੜਾ ਔਖਾ ਹੈਗਾ ਕਿਉਂਕਿ ਬਹੁਤ ਵੱਡੀਆਂ ਕਿਤਾਬਾਂ ਵਾਲੀਆਂ ਗੱਲਾਂ ਵੀ ਹੈ ਵਿੱਚ ਜਦੋਂ ਜਿਹੜੀਆਂ ਭਗਤ ਸਿੰਘ ਕਰਦਾ, ਪਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਨਾਲ ਸ਼ਾਂਤੀ ਨਾਲ ਸੁਣਨਾ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਇਹ ਨਾਟਕ ਜਿਹੜਾ ਬਹੁਤ ਵਾਰ ਹੋ ਚੁੱਕਿਆ ਪਹਿਲਾਂ ਸਟੇਜਾਂ ਤੇ, ਪਰ ਮੇਰੇ ਉਸਤਾਦ ਜੀ ਨੇ ਥੋੜਾ ਜਿਹਾ ਪਹਿਲਾਂ ਮੈਨੂੰ ਦਿੱਤਾ ਤੇ ਮੈਂ ਭਗਤ ਸਿੰਘ ਬਾਰੇ ਇਸ ਤੋਂ ਪਹਿਲਾਂ ਪੜ੍ਹਿਆ ਕੁਝ ਨਹੀਂ ਸੀਗਾ, ਪਰ ਇੰਨਾ ਸੀਗਾ ਕਿ ਜਿੱਦਣ ਇੱਥੇ ਪਿੰਡਾ ਮੁੰਡਾ ਮੇਰੇ ਤੋਂ ਛੋਟਾ ਨਾਲ ਚਾਹ ਦਾ ਲੰਗਰ ਬਣਾਉਂਦੇ ਤੇ ਸਾਡੀ ਗੱਲ ਹੋਣ ਲੱਗੀ ਤੇ ਭਗਤ ਸਿੰਘ ਦੀ ਜਿਹੜੀ ਹਾਲੇ ਵੀ ਤਸਵੀਰ ਪਈ ਆ ਉਹ ਪਿਸਤੌਲ ਨਾਲ ਕਰੇ ਤੇ ਮੈਂ ਕਿਹਾ ਯਾਰ ਜਾਣਦੇ ਨਹੀਂਗੇ ਭਗਤ ਸਿੰਘ ਨੂੰ, ਪਹਿਚਾਣਦੇ ਤਾਂ ਹੈਗੇ ਆਪਾਂ ਵੀ ਕਿਵੇਂ ਜਿਹਦਾ ਸੀਗਾ। ਪਹਿਲਾਂ ਪੱਗ ਬੰਨੀ ਹੁੰਦੀ ਸੀ, ਫਿਰ ਮੁੱਛਾਂ ਤੇ ਟੋਪੀ ਸੀ, ਉਹਨਾਂ ਦਾ ਗੈਟਅਪ ਕਰਕੇ ਸਕੂਟਰ ਤੇ ਗੇੜੇ ਵੀ ਲਾਏ ਆ, ਮੇਲਿਆਂ 'ਚ ਵੀ ਗਏ ਆ, ਕਿਤੇ ਜਾਣਿਆ ਨਹੀਂ। ਮੈਂ ਕਿਹਾ ਯਾਰ ਮੈਂ ਵਾਅਦਾ ਕਰਦਾ ਮੈਂ 23 ਤਰੀਕ ਤੋਂ ਪਹਿਲਾਂ ਇੱਕ ਕਿਤਾਬ ਤਾਂ ਉਹਦੀ ਜ਼ਰੂਰ ਪੜ੍ਹੂੰਗਾ। ਤੇ ਮੈਨੂੰ ਉਸਤਾਦ ਜੀ ਨੇ ਦਿੱਤੀ ਸੀ ਛਿਪਣ ਤੋਂ ਪਹਿਲਾਂ ਕਿ ਨਾਟਕ ਬਹੁਤ ਮਕਬੂਲ ਸੀਗਾ ਤੇ ਬਹੁਤ ਵਾਰ ਹੋਇਆ ਸੀ। ਜਦੋਂ ਮੈਂ ਪੜ੍ਹਿਆ ਤੇ ਦਵਿੰਦਰ ਦਮਨ ਜੀ ਦਾ ਲਿਖਿਆ ਹੋਇਆ ਜਦੋਂ ਪੜ੍ਹਿਆ ਤੇ ਇੱਕ ਵਾਰੀ ਮੈਂ ਅੰਦਰੋਂ ਹਲੂਣਿਆ ਜਾ ਗਿਆ। ਮੈਂ ਕਿਹਾ ਯਾਰ ਭਗਤ ਸਿੰਘ ਪਿਸਤੌਲ ਦੀ ਤਾਂ ਗੱਲ ਹੀ ਨਹੀਂ ਕਰਦਾ, ਤਾਂ ਕਿਤਾਬ ਦੀ ਗੱਲ ਕਰਦਾ, ਰੋਹ ਦੀ ਤਾਂ ਗੱਲ ਹੀ ਨਹੀਂ ਕਰਦਾ, ਹਲੀਮੀ ਦੀ ਗੱਲ ਕਰਦਾ। ਕਿ ਭਗਤ ਸਿੰਘ ਜਿਹਨੂੰ ਮੈਂ ਜਾਣਦਾ ਸੀ ਜਾਂ ਮੈਂ ਜਾਣਨ ਦਾ ਦਾਅਵਾ ਕਰਦਾ ਸੀ, ਉਹ ਤਾਂ ਕੋਈ ਹੋਰ ਹੀ ਸੀ। ਜਦੋਂ ਉਹਦੀ ਹੱਥ ਲਿਖਤ ਪੜ੍ਹਦੇ ਆ ਕਿ ਕਿਹੋ ਜਿਹਾ ਸੀਗਾ ਤੇ ਕੋਈ ਹਲੂਣਾ ਜਿਹਾ ਆਉਂਦਾ। ਸੋ ਅੱਜ ਵਿੱਚ ਮੈਂ ਭਾਵੁਕ ਵੀ ਹੋ ਜਾਣਾ ਨਾ ਉਹਨੂੰ ਪੜ੍ਹਦੇ ਤੇ ਵਿੱਚ ਕਈ ਵਾਰ ਫੰਬਲ ਵੀ ਵੱਜੂਗਾ, ਜਿੱਥੋਂ ਨਾ ਸਮਝ ਲੱਗੇ ਉੱਥੋਂ ਮੈਨੂੰ ਕਹਿ ਦਿਓ, ਦੁਬਾਰਾ ਵੀ ਪੜ੍ਹ ਦੂੰਗਾ। ਕਿ ਇਹਦੀ ਤਿਆਰੀ ਕਰ ਰਹੇ ਹਾਂ ਕਿ ਅੱਗੇ ਨਾਟਕ ਖੇਡਿਆ ਜਾਵੇ। ਤੇ ਮੈਨੂੰ ਲੱਗਦਾ ਕਿ ਅੱਜ ਦੇ ਦੌਰ ਦੀ ਗੱਲ ਕਰਦਾ, ਉਹ ਚਾਹੇ ਗੱਲ 47 ਤੋਂ ਪਹਿਲਾਂ ਦੀ ਆ, ਉਹਨਾਂ ਦੀ ਲੜਾਈ ਸੀਗੀ ਨਾ ਕਿ ਕਾਲੇ ਅੰਗਰੇਜ਼ਾਂ ਖਿਲਾਫ, ਗੋਰੇ ਅੰਗਰੇਜ਼ਾਂ ਖਿਲਾਫ ਨਹੀਂ, ਕਾਲੇ ਅੰਗਰੇਜ਼ਾਂ ਖਿਲਾਫ ਵੀ ਸੀ। ਕਿ ਉਹਨਾਂ ਦੀ ਲੜਾਈ ਉਦੋਂ ਵੀ ਪੂੰਜੀਪਤੀਆਂ ਖਿਲਾਫ ਸੀ। ਜਦੋਂ ਇਸ ਨਾਟਕ ਨੂੰ ਪੜ੍ਹਦੇ ਆ ਤਾਂ ਇਦਾਂ ਲੱਗਦਾ ਕਿ ਅੱਜ ਦੇ ਸੰਦਰਭ ਲਈ ਲਿਖਿਆ ਹੋਇਆ। ਸੋ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਜਿਹੜੀ ਕੋਠੜੀ ਆ ਉਹਦੇ ਵਿੱਚ ਅੰਤਰ ਧਿਆਨ ਹੋ ਕੇ ਕਿਤਾਬ ਪੜ੍ਹ ਰਿਹਾ ਤੇ ਬੋਗਾ ਭੰਗੀ ਉਹ ਸਫਾਈ ਕਰਨ ਲਈ ਉਹਦੀ ਕੋਠੜੀ ਚਾਹੁੰਦਾ। ਕਹਿੰਦਾ ਸਰਦਾਰ ਜੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਸਰਦਾਰਾ ਸਫਾਈ ਕਰਨੀ ਹੈ। ਤੇ ਇਸ ਤਰ੍ਹਾਂ ਮਜ਼ਦੂਰ ਜਮਾਤ ਸਰਮਾਏਦਾਰੀ ਤੇ ਵਾਰ ਕਰੇਗੀ ਤੇ ਉਸ ਦਾ ਮਲਿਆ ਮੇਟ ਕਰ ਦੋਗੀ। ਮੈਂ ਕੀ ਕਸੂਰ ਕੀਤਾ ਯਾਰ, ਮੈਂ ਤਾਂ ਸਫਾਈ ਕਰਨਾ ਹੈ। ਕੀ ਗੱਲ ਕੰਮ ਕਿਉਂ ਰਿਹਾ? ਦਾਦਾ ਤੂੰ ਮਲਿਆ ਮੇਟ ਕਰਦੀਆਂ ਧਮਕੀਆਂ ਜੋ ਦੇ ਰਿਹਾ। ਧਮਕੀਆਂ? ਓਏ ਤੂੰ ਸਫਾਈ ਕਰਨਾ ਆ? ਹਾਂ ਪਰ ਵੇਖੀ ਸਰਦਾਰਾ ਐਵੇਂ ਮੇਰਾ ਕੰਗਾ ਜਿਹਾ ਨਾ ਕਰਦੀ। ਉਹ ਬੈਠ ਜਾ। ਲੈ ਬੈਠ ਗਿਆ। ਆਰਾਮ ਨਾਲ ਬੈਠ। ਬਸ ਤੂੰ ਮੇਰੇ ਤੇ ਮਿਹਰਬਾਨੀ ਕਰ। ਤੂੰ ਡਰਦਾ ਕਿਉਂ? ਸਰਦਾਰਾ ਤੇਰੇ ਤੋਂ ਸਾਰਾ ਜਹਾਨ ਹੀ ਡਰਦਾ। ਤੂੰ ਸਾਹ ਬਹਾਦਰ ਦਾ ਇਲਾਜ ਨਹੀਂ ਕੀਤਾ, ਠਾ ਗੋਲੀ ਕੱਢ ਮਾਰੀ। ਫਿਰ ਮੈਂ ਕਿਹੜੇ ਬਾਗ ਦੀ ਗੋਲੀ ਆ? ਸਰਦਾਰਾ ਤੂੰ ਹੱਸ ਵੀ ਲੈਣਾ। ਕਿਉਂ? ਮੈਨੂੰ ਹੱਸਣਾ ਨਹੀਂ ਆਉਂਦਾ? ਮੈਂ ਤਾਂ ਸੁਣਿਆ ਤੂੰ ਬਹੁਤ ਖੂੰਖਾਰ ਹੈ। ਪਰ ਤੇਰੇ ਲਈ ਨਹੀਂ। ਮੇਰੇ ਲਈ ਨਹੀਂ। ਚਲ ਐਂ ਕਰ ਮੈਨੂੰ ਜਾਣ ਦੇ। ਕੀ ਗੱਲ ਸਫਾਈ ਨਹੀਂ ਕਰਨੀ? ਨਾ ਕੀ ਕਰਾਂ? ਸਰਦਾਰਾ ਨਾ ਤਾਂ ਮੇਰਾ ਹੈਗਾ ਮੌਕਾ, ਪਰ ਤੇਰੇ ਫਾਇਦੇ ਦੀ ਗੱਲ ਦੱਸਾਂ, ਆ ਮੇਰੇ ਮੁੰਡੇ ਤੋਂ ਹੱਥ ਚੱਕ। ਕਿਉਂ? ਕੀ ਗੱਲ? ਤੂੰ ਪਿੱਟਿਆ ਜਾਵੇਂਗਾ। ਦੱਸ ਪਿੱਟਿਆ ਜਾਵਾਂਗਾ ਕਿਉਂ? ਅਸੀਂ ਨੀਵੀਂ ਜਾਤ ਦੇ ਲੋਕ ਜੋ ਹੋਏ। ਨੀਵੀਂ ਜਾਤੀ ਕੀ ਹੁੰਦੀ ਹੈ? ਮੈਂ ਸਮਝਿਆ ਨਹੀਂ। ਸਰਦਾਰਾ ਅਸੀਂ ਲੋਕਾਂ ਦਾ ਗੰਦ ਚੱਕ ਕੇ ਗੁਜ਼ਾਰਾ ਕਰਦੇ ਹਾਂ। ਪਰ ਗੰਦ ਚੁੱਕਣ ਨਾਲ ਕੋਈ ਨੀਵਾਂ ਕਿਵੇਂ ਹੋ ਸਕਦਾ? ਸਗੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਨੂੰ ਉਸ ਬੰਦੇ ਦਾ। ਮਾਂ ਵੀ ਤਾਂ ਸਾਡਾ ਬਚਪਨ 'ਚ ਗੰਦ ਚੁੱਕਦੀ ਆ।
ਕਿ ਉਹ ਨੀਵੀਂ ਜਾਤੀ ਦੀ ਹੋ ਜਾਂਦੀ ਹੈ? ਕੀ ਗੱਲ ਹੋ ਗਈ, ਚੁੱਪ ਕਿਉਂ ਹੋ ਗਏ? ਹੋਰ ਕੀ ਕਰਾਂ ਸਰਦਾਰਾ, ਤੇਰਾ ਵੀ ਕੁਝ ਪਤਾ ਨਹੀਂ ਲੱਗਦਾ, ਨਾਲੇ ਘੂਰਦਾ ਨਾਲੇ ਪੁਚਕਾਰਦਾ। ਫਿਰ ਅਗਲਾ ਸੀਨ ਹੈ ਕਿ ਭਗਤ ਸਿੰਘ ਤੇ ਬੋਗਾ, ਹੁਣ ਅਗਲਾ ਦਿਨ ਆ, ਦੋਨੋਂ ਜਾਣੇ ਬੈਠੇ ਆ ਤੇ ਭਗਤ ਸਿੰਘ ਨੂੰ ਕੁਝ ਸਮਝਾ ਰਹੇ ਆ। ਦੇਸ਼ ਦੀ ਆਜ਼ਾਦੀ ਦੀ ਲੜਾਈ ਬਹੁਤ ਹੀ ਮੱਧ ਸ਼੍ਰੇਣੀ ਦੇ ਸਿਰ ਤੇ ਲੜੀ ਜਾ ਰਹੀ ਹੈ, ਜਿਸ ਦਾ ਉਦੇਸ਼ ਸੀਮਤ ਆ। ਸਰਦਾਰਾ ਇਦਾਂ ਮੇਰੇ ਪੱਲੇ ਕੁਛ ਨਹੀਂ ਪੈਣਾ, ਜੇ ਮੈਨੂੰ ਗੱਲ ਸਮਝਾਉਣੀ ਤੇ ਮੋਟੀ ਮੋਟੀ ਗੱਲ ਕਰ। ਮੇਰੇ ਕਹਿਣ ਦਾ ਮਤਲਬ ਆ ਕਿ ਸਾਡੇ ਲੀਡਰ ਦੁਕਾਨਦਾਰਾਂ ਅਤੇ ਪੂੰਜੀਪਤੀਆਂ ਰਾਹੀਂ ਇੰਗਲੈਂਡ ਉੱਪਰ ਦਬਾਅ ਬਣਾ ਕੇ ਆਪਣੇ ਲਈ ਕੁਝ ਰਾਇਤਾਂ ਲੈਣਾ ਚਾਹੁੰਦੇ ਆ, ਪਰ ਜਿੱਥੇ ਕਰੋੜਾਂ ਮਜ਼ਦੂਰਾਂ ਅਤੇ ਕਿਸਾਨਾਂ ਦਾ ਸੰਬੰਧ ਹੈ, ਜਿਸ ਵਿੱਚ ਤੂੰ ਵੀ ਸ਼ਾਮਲ ਹੈ, ਉਹਨਾਂ ਦੀ ਮੁਕਤੀ ਇਸ ਤਰ੍ਹਾਂ ਨਹੀਂ ਹੋ ਸਕਦੀ। ਜੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਨੀ ਆ ਤਾਂ ਮਜ਼ਦੂਰਾਂ, ਕਿਸਾਨਾਂ ਤੇ ਆਮ ਜਨਤਾ ਨੂੰ ਸਾਹਮਣੇ ਲਿਆਉਣਾ ਪਊਗਾ। ਇਹਨਾਂ ਕਿਸਾਨਾਂ ਨੇ ਵਿਦੇਸ਼ੀ ਹਕੂਮਤ ਨਾਲ ਦੇਸੀ ਜੰਗੀਰਦਾਰਾਂ ਤੋਂ ਵੀ ਛੁਟਕਾਰਾ ਪਾਉਣਾ, ਪਰ ਸਾਡੇ ਲੀਡਰਾਂ ਦਾ ਉਦੇਸ਼ ਇਹ ਨਹੀਂ ਆ। ਇਸੇ ਲਈ ਮੈਂ ਤੈਨੂੰ ਸਮਝਾਉਣ ਦਾ ਯਤਨ ਕਰ ਰਿਹਾ ਕਿ ਸਾਡੇ ਲੀਡਰ ਪੂਰਾ ਇਨਕਲਾਬ ਨਹੀਂ ਚਾਹੁੰਦੇ। ਮੈਂ ਸਰਦਾਰਾ, ਨਾਲੇ ਮੈਂ ਤੂੰ ਲੀਡਰਾਂ ਦੇ ਖਿਲਾਫ ਬੋਲੀ ਜਾਣਾ, ਨਾਲੇ ਤੂੰ ਲਾਲਾ ਲਾਜਪਤ ਰਾਏ ਦੇ ਗੋਲੀ ਮਾਰਨ ਵਾਲੇ ਦੇ ਕਰਕੇ ਕੋਠੀ ਲੱਗਿਆ ਬੈਠਾ, ਤੇ ਲਾਲਾ ਜੀ ਵੀ ਤਾਂ ਇਹਨਾਂ ਲੀਡਰਾਂ ਚੋਂ ਇੱਕ ਸੀ ਨਾ, ਤੇ ਮੈਨੂੰ ਬਈ ਤੇਰੀ ਆਹ ਗੱਲ ਸਮਝ ਨਹੀਂ ਲੱਗੀ। ਫਰਕ ਤਾਂ ਪਿਓ ਪੁੱਤ ਚ ਵੀ ਹੁੰਦਾ, ਕਿਉਂ ਹੁੰਦਾ ਕਿ ਨਹੀਂ ਬੇਟੇ? ਠੀਕ ਹੈ ਵੀ ਲਾਲਾ ਜੀ ਨਾਲ ਸਾਡੇ ਮਤਭੇਦ ਸੀ, ਪਰ ਉਹ ਸਾਡੇ ਬਾਪੂ ਵਰਗੇ ਸੀ। ਜਵਾਨ ਪੁੱਤਰਾਂ ਦੀ ਮੌਜੂਦਗੀ 'ਚ ਬੁੱਢੇ ਬਾਪ ਤੇ ਕੋਈ ਵਾਰ ਕਰੇ ਤੇ ਉਸ ਵਾਰ ਨਾਲ ਬਾਪ ਮਾਰਿਆ ਜਾਵੇ, ਤੇ ਪੁੱਤਾਂ ਦਾ ਫੇਰ ਵੀ ਖੂਨ ਨਾ ਖੋਲੇ ਤੇ ਬਾਪ ਦੀ ਮੌਤ ਦਾ ਬਦਲਾ ਨਾ ਲੈਣ। ਹੜਦੂ ਲਾਨਤ ਇਹਨਾਂ ਦੇ ਪੁੱਤਾਂ। ਆਹ ਗੱਲ ਤਾਂ ਠੀਕ ਕਹੀ ਸਰਦਾਰਾ। ਤੇ ਫਿਰ ਤੁਸੀਂ ਤੇ ਦੂਜੇ ਲੀਡਰ ਇਕੱਠੇ ਹੋ ਕੇ ਸਾਰੇ ਆਜ਼ਾਦੀ ਦੀ ਲੜਾਈ ਕਿਉਂ ਨਹੀਂ ਲੜ ਲੈਂਦੇ? ਇਸ ਵਿੱਚ ਬੜਾ ਫਰਕ ਆਵੇ ਤੇ ਸਰਦਾਰਾ, ਤੈਨੂੰ ਕਿੰਨੀ ਵਾਰੀ ਆਖਿਆ ਵੀ ਮੈਨੂੰ ਬੇਬੇ ਨਾ ਆਖਿਆ ਕਰ, ਮੈਂ ਇੰਨਾ ਨੀਚ, ਆਖਰ ਤੂੰ ਮੈਨੂੰ ਬੇਬੇ ਕਿਉਂ ਸਾਦਾ? ਉਹ ਕਿਹਾ ਜੀਵਨ 'ਚ ਮੇਰਾ ਦੋ ਜਣਿਆਂ ਨੇ ਗੰਦ ਚੱਕਿਆ। ਬਚਪਨ 'ਚ ਮੇਰੀ ਮਾਂ ਨੇ ਤੇ ਜਵਾਨੀ 'ਚ ਤੂੰ। ਤੇ ਬਚਪਨ ਵਾਲੀ ਮਾਂ ਨੂੰ ਮੈਂ ਬੇਬੇ ਆਉਂਦਾ ਸੀ, ਤੇ ਤੂੰ ਹੋਈ ਨਾ ਮੇਰੀ ਬੇਬੇ। ਹਾਂ, ਤੇ ਮੈਂ ਕਹਿ ਕੀ ਰਿਹਾ ਸੀ ਕਿ ਸਾਡੇ ਲੀਡਰ ਸਿਰਫ ਅੰਗਰੇਜ਼ਾਂ ਤੋਂ ਛੁਟਕਾਰਾ ਚਾਹੁੰਦੇ ਆ, ਪਰ ਅਸੀਂ ਹਰ ਲੁਟੇਰੇ ਤੋਂ ਮੁਕਤੀ ਚਾਹੁੰਦੇ ਹਾਂ, ਭਾਵੇਂ ਉਹ ਵਿਦੇਸ਼ੀ ਹੋਵੇ ਭਾਵੇਂ ਦੇਸੀ। ਅਸੀਂ ਉਹ ਰਾਜ ਸਥਾਪਿਤ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਬੰਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ ਤੇ ਬੰਦੇ ਹੱਥੋਂ ਬੰਦੇ ਦਾ ਨਾਸ਼ ਨਾ ਹੋਵੇ। ਜੇ ਸਾਨੂੰ ਆਪਣੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਅਸੀਂ ਕਿਸੇ ਕੋਲ ਨਿੱਜੀ ਜਾਇਦਾਦ ਨਹੀਂ ਹੋਵੇਗੀ, ਦੇਸ਼ ਦਾ ਸਾਰਾ ਧਨ, ਜ਼ਮੀਨ ਲੋਕਾਂ ਦੀ ਸਾਂਝੀ ਮਲਕੀਅਤ ਹੋਊਗੀ। ਅੱਛਾ, ਤੇ ਮੈਂ ਸੁਣਿਆ ਤੁਸੀਂ ਸਾਰੇ ਨਾਸਤਿਕ ਨਾ, ਫਿਰ ਤੁਹਾਡੇ ਰਾਜ ਦੇ ਵਿੱਚ ਰੱਬ ਨੂੰ ਮੰਨਣ ਵਾਲਿਆਂ ਦਾ ਕੀ ਬਣੂ? ਵੀ ਉਹਨਾਂ ਨੂੰ ਤੁਸੀਂ ਸਜ਼ਾ ਦਿਆ ਕਰੋਗੇ? ਤੂੰ ਰੱਬ ਨੂੰ ਮੰਨਦਾ ਨਾ? ਤੇਰੇ ਰੱਬ ਨੇ ਤੇਰੇ ਲਈ ਕੀ ਕੀਤਾ? ਤੈਨੂੰ ਕੀ ਦਿੱਤਾ? ਇਹੋ ਕਿ ਰੋਟੀ ਖਾਤਰ ਬੰਦਾ ਬੰਦੇ ਦਾ ਗੰਦ ਚੱਕੇ? ਤੂੰ ਕੁਛ ਵੀ ਆਖ ਸਕਦਾ, ਰੱਬ ਆਸਰਾ ਹੁੰਦਾ ਬੰਦੇ ਦਾ। ਇਹ ਬੰਦੇ ਦੀ ਪੁਰਾਣੀ ਸੋਚ ਆ, ਜਿਵੇਂ ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲੀ। ਇਹ ਰੱਬ ਦੇ ਠੇਕੇਦਾਰ ਹਮੇਸ਼ਾ ਜ਼ਾਲਮ ਦਾ ਸਾਥ ਦਿੰਦੇ ਆ, ਜ਼ਾਲਮ ਦਾ। ਇਹ ਧਰਮੀ ਤੇ ਹਾਕਮ ਦੋਵੇਂ ਰਲ ਕੇ ਲੋਕਾਂ ਨੂੰ ਲੁੱਟ ਰਹੇ ਆ ਤੇ ਲੁੱਟਦੇ ਸੀ। ਇਹ ਤਾਂ ਸੱਚ ਹੈ। ਰੱਬ ਬਾਰੇ ਜੋ ਸਿਰਫ ਮੈਂ ਤੇਰੇ ਨਾਲ, ਯਾਨੀ ਕਿ ਆਪਣੀ ਬੇਬੇ ਨਾਲ ਸਾਂਝਾ ਕਰ ਸਕਦਾ। ਜਿੱਥੋਂ ਤੱਕ ਇਸ ਗੱਲ ਦਾ ਸੰਬੰਧ ਹੈ, ਸਾਡੇ ਰਾਜ ਵਿੱਚ ਧਰਮ ਦੀ ਕੀ ਨੀਤੀ ਹੋਊਗੀ? ਸਾਡੇ ਰਾਜ ਵਿੱਚ ਧਰਮ ਹਰ ਮਨੁੱਖ ਦਾ ਨਿੱਜੀ ਵਿਸ਼ਵਾਸ ਦੀ ਚੀਜ਼ ਹੋਊਗੀ, ਪਰ ਅਸੀਂ ਇਹ ਗੱਲ ਖੁੱਲ ਕੇ ਕਦੀ ਨਹੀਂ ਕਰਨ ਦੇਵਾਂਗੇ ਕਿ ਧਰਮ ਦੇ ਨਾਂ ਤੇ ਬੰਦਾ ਬੰਦੇ ਨੂੰ ਲੁੱਟੇ, ਬੰਦਾ ਬੰਦੇ ਦਾ ਲਹੂ ਵਹਾਵੇ। ਸਰਦਾਰਾ ਗੁੱਸਾ ਨਾ ਕਰੀ, ਪਰ ਮੈਨੂੰ ਤੇਰੀ ਗੱਲ ਬੜੀ ਫੋਕੀ ਜਿਹੀ ਲੱਗੀ। ਤੂੰ ਤਾਂ ਗੋਲੀ ਚਲਾਉਣ ਲੱਗਾ, ਬੰਬ ਸੁੱਟਣ ਲੱਗਾ, 1 ਮਿੰਟ ਨਹੀਂ ਲਾਉਂਦਾ,
ਤੇ ਤੂੰ ਸੀ ਆਪਦੇ ਰਾਜ ਦੇ ਵਿੱਚ ਜ਼ੁਲਮ ਨੂੰ ਕਿਵੇਂ ਰੋਕੂਗੇ, ਖੂਨ ਖਰਾਬਾ ਕਿਵੇਂ ਰੋਕ ਲੇਗਾ? ਇਹ ਗੱਲ ਸੱਚ ਆ ਕਿ ਮੈਂ ਅੱਤਵਾਦੀਆਂ ਵਾਲੇ ਕੰਮ ਕਰਦਾ ਰਿਹਾ। ਕੀ ਕਹਿ ਰਹੇ ਸਰਦਾਰਾ? ਮੈਂ ਤੈਨੂੰ ਇੰਨੇ ਵਾਰੀ ਕਿਹਾ ਵੀ ਮੈਨੂੰ ਤੇਰੀ ਇਹੋ ਜਿਹੀ ਬੋਲੀ ਸਮਝ ਨਹੀਂ ਆਉਂਦੀ, ਸੌਖੀ ਜੀ ਗੱਲ ਕਰਿਆ ਕਰ। ਹਾਂ, ਮਤਲਬ ਕਿ ਅਸੀਂ ਖੂਨ ਖਰਾਬਾ ਕਰਕੇ ਸਰਕਾਰ ਨੂੰ ਡਰਾਉਣ ਧਮਕਾਉਣ ਵਾਲਿਆਂ ਤੋਂ ਮੈਂ ਇੱਕ ਰਿਹਾ, ਪਰ ਮੈਂ ਅਜਿਹਾ ਹੈ ਨਾ। ਮੈਂ ਤਾਂ ਇੱਕ ਇਨਕਲਾਬੀ ਹਾਂ ਜਿਸ ਦੇ ਕੁਝ ਖਾਸ ਉਦੇਸ਼ ਤੇ ਵਿਚਾਰ ਹਨ ਤੇ ਖਾਸ ਆਦਰਸ਼ ਨੇ, ਜਿਸ ਕੋਲ ਇੱਕ ਲੰਬਾ ਪ੍ਰੋਗਰਾਮ। ਸਰਦਾਰਾ ਗੱਲ ਦੱਸਾਂ, ਫਾਂਸੀ ਦੀ ਕਾਲ ਕੋਠੜੀ ਜਾ ਕੇ ਨਾ ਸਾਰੇ ਹੀ ਇਉਂ ਕਹਿਣ ਲੱਗ ਜਾਂਦੇ ਆ ਵੀ ਅਸੀਂ ਖੂਨ ਖਰਾਬੇ ਦੀ ਹਮਾਇਤ ਨਹੀਂ ਕਰਦੇ। ਤੂੰ ਠੀਕ ਆਂਦੀ ਆ ਬੇਬੇ, ਪਰ ਭਗਤ ਸਿੰਘ ਤੇ ਇਹ ਗੱਲ ਨਹੀਂ ਟੁੱਟਦੀ। ਮੇਰੇ ਵਿਚਾਰ ਹੁਣ ਵੀ ਉਹੀ ਨੇ ਜੋ ਜੇਲੋਂ ਬਾਹਰ ਸਨ। ਮੇਰਾ ਉਦੇਸ਼ ਹੁਣ ਵੀ ਉਹੀ ਆ ਜੋ ਜੇਲੋਂ ਬਾਹਰ ਸੀ। ਮੇਰਾ ਇਹ ਵਿਸ਼ਵਾਸ ਪੱਕਾ ਕਿ ਕੇਵਲ ਬੰਬ ਤੇ ਪਿਸਤੌਲ ਨਾਲ ਕੋਈ ਲਾਭ ਨਹੀਂ ਹੋ ਸਕਦਾ ਕਿਸੇ ਵੀ ਚੀਜ਼ ਨੂੰ। ਬੰਬ ਸੁੱਟਣਾ ਕੇਵਲ ਵਿਅਰਥ ਹੀ ਨਹੀਂ, ਬਹੁਤੀ ਵਾਰ ਅਸਲ ਮਕਸਦ ਲਈ ਹਾਨੀਕਾਰਕ ਵੀ ਹੁੰਦਾ। ਸਾਡਾ ਮੁੱਖ ਉਦੇਸ਼ ਮਜ਼ਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰਨਾ। ਜੇ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ, ਮੰਨਿਆ 1-2 ਸਾਲ ਵਿੱਚ ਆਜ਼ਾਦੀ ਨਹੀਂ ਆਊਗੀ, ਪਰ ਭਾਰੀ ਕੁਰਬਾਨੀ ਦੇਣ ਨਾਲ, ਤਿਆਗ ਨਾਲ, ਔਖੇ ਇਮਤਿਹਾਨ ਦੇਣ ਨਾਲ ਉਹ ਵਿੱਚੋਂ ਦੀ ਜਦੋਂ ਲੰਘਣਗੇ ਨਾ ਇਮਤਿਹਾਨਾਂ ਦੇ, ਪਿੱਛੋਂ ਬਿਨਾਂ ਕਿਸੇ ਸ਼ੱਕ ਦੇ ਜੇਤੂ ਹੋਣਗੇ। ਸੋ ਅਗਲੇ ਦਿਨ ਫਿਰ ਜਦੋਂ ਗੋਗਾ ਆਉਂਦਾ ਤੇ ਭਗਤ ਸਿੰਘ ਫਿਰ ਬੈਠਾ ਕਿਤਾਬ ਪੜ੍ਹ ਰਿਹਾ। ਸੋ ਬੁੱਝਦੇ ਲੋਕ ਆਪਣੀ ਕੁਰਬਾਨੀ ਕੁਦਰਤੀ ਮੌਤ ਤੋਂ ਪਹਿਲਾਂ ਕਈ ਵਾਰ ਮਰਦੇ ਆ। ਬੁੱਝਦੇ ਲੋਕ ਆਪਣੀ ਕੁਦਰਤੀ ਮੌਤ ਤੋਂ ਪਹਿਲਾਂ ਕਈ ਵਾਰ ਮਰਦੇ ਆ, ਪਰ ਬਹਾਦਰ ਲੋਕ ਇੱਕ ਵਾਰ ਹੀ ਮੌਤ ਦਾ ਸਵਾਦ ਲੈਂਦੇ ਆ। ਮੈਨੂੰ ਸਭ ਤੋਂ ਪਹਿਲਾਂ ਇਸ ਗੱਲ ਦੀ ਹੈਰਾਨੀ ਹੁੰਦੀ ਆ ਕਿ ਬੰਦੇ ਮੌਤ ਤੋਂ ਡਰਦੇ ਨੇ, ਜਦੋਂ ਕਿ ਇੱਕ ਤੇ ਨਿਸ਼ਚਿਤ ਆ, ਇਹ ਨਿਸ਼ਚਿਤ ਆ, ਪਤਾ ਕਿ ਉਹ ਆਊਗੀ, ਜ਼ਰੂਰ ਆਊਗੀ। ਸਰਦਾਰਾ ਕਿਉਂ ਸਵੇਰੇ ਸਵੇਰੇ ਮੌਤ ਰਟਣ ਡਿਆ? ਕੋਈ ਚੰਗੇ ਬੋਲ। ਮੈਨੂੰ ਪਤਾ ਲੱਗਿਆ ਬਈ ਗਾਂਧੀ ਜੀ ਦਾ ਸਮਝੌਤਾ ਹੋ ਗਿਆ ਤੇ ਸਾਰੇ ਜੇਲ੍ਹ ਚ ਸਾਰੇ ਸੱਤਿਆਗ੍ਰਹੀ ਛੱਡੇ ਜਾ ਰਹੇ ਆ। ਕੀ ਪਤਾ ਤੁਹਾਡੀ ਫਾਂਸੀ ਵੀ ਟਲ ਜੇ। ਸਾਡੀ ਫਾਂਸੀ ਨਹੀਂ ਟਲੇਗੀ ਬੇਬੇ, ਨਾ ਹੀ ਚਾਹੁੰਦੇ ਆ ਕਿ ਟਲੇ। ਸਰਦਾਰਾ ਇਹਨਾਂ ਕੋਠੀਆਂ 'ਚ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਜਿਹੜਾ ਆਪਦੀ ਫਾਂਸੀ ਨੂੰ ਇੰਨੇ ਸ਼ਿੱਦਤ ਨਾਲ ਚਾਹੁੰਦਾ ਹੋਵੇ। ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਹੀ ਅਰਦਾਸਾਂ ਕਰਦੇ ਰਹਿੰਦੇ ਕਿ ਕਿਵੇਂ ਨਾ ਕਿਵੇਂ ਫਾਂਸੀ ਟਲ ਜੇ, ਤੇ ਇੱਕ ਤੁਸੀਂ ਸਾਰੇ ਇਹੋ ਜਿਹੇ ਆ ਜਿਹੜੇ ਫਾਂਸੀ ਦੀ ਬੇਸਬਰੀ ਨਾਲ ਉਡੀਕ ਕਰੀ ਜਾਂਦੇ। ਤੂੰ ਠੀਕ ਆ ਨਹੀਂ ਬੇਬੇ, ਅਸੀਂ ਖੁਸ਼ੀ ਨਾਲ ਫਾਂਸੀ ਦੇ ਤਖਤ ਤੇ ਉੱਤੇ ਲਟਕ ਕੇ ਦੁਨੀਆ ਨੂੰ ਵਿਖਾ ਦੇਵਾਂਗੇ ਕਿ ਇਨਕਲਾਬੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਕਿੰਨੀ ਬਹਾਦਰੀ ਨਾਲ ਮੌਤ ਨੂੰ ਗਲ ਲਾਉਂਦੇ ਆ। ਮੈਨੂੰ ਤਾਂ ਸਰਦਾਰਾ ਜਦੋਂ ਦਾ ਕੱਲ ਦਾ ਪਤਾ ਲੱਗਿਆ ਵੀ ਸ਼ਾਇਦ ਤੁਹਾਡੀ ਫਾਂਸੀ ਟਲ ਜੇ, ਤਾਂ ਮੈਂ ਆਪਦੇ ਟੱਬਰ 'ਚ ਗੱਲ ਕੀਤੀ। ਸੌਂ ਗੁਰੂ ਦੀ, ਮੇਰੀ ਤਾਂ ਜਵਾਕਾਂ ਦੀ ਮਾਂ ਦੇਗ ਸੁੱਖੀ ਫਿਰਦੀ ਆ। ਤੂੰ ਤਾਂ ਸਰਦਾਰਾ ਇੱਥੇ ਕੋਠੀ 'ਚ ਬੰਦ ਹੋਇਆ ਬੈਠਾ, ਤੈਨੂੰ ਕੀ ਪਤਾ ਬਾਹਰ ਕਿੰਨੇ ਲੋਕ ਤੇਰੀ ਸਲਾਮਤੀ ਲਈ ਅਰਦਾਸਾਂ ਕਰਦੇ ਆ, ਤੇ ਤੂੰ ਇੱਥੇ ਬੈਠਾ ਮੌਤ ਨੂੰ ਮੁਖੌਲਾ ਕਰਦਾ। ਹਾਂ ਹੋ ਗਿਆ। ਜਦੋਂ ਅਸੀਂ ਆਜ਼ਾਦੀ ਦੇ ਆਦਰਸ਼ ਨੂੰ ਅਪਣਾਇਆ, ਮੌਤ ਸਾਡੇ ਲਈ ਇੱਕ ਮਜ਼ਾਕ ਤੋਂ ਵੱਧ ਕੁਝ ਵੀ ਨਹੀਂ। ਲੈ ਸੁਣ ਲੈ, ਮੈਨੂੰ ਯਾਦ ਆ ਗਿਆ ਆਗਰੇ ਦੀ ਗੱਲ। ਅਸੀਂ ਇੱਕ ਮਕਾਨ 'ਚ ਲੁਕੇ ਬੈਠੇ ਸੀ, ਇੱਕ ਦੂਜੇ ਦੀਆਂ ਆਦਤਾਂ ਨੂੰ ਲੈ ਕੇ ਮਜ਼ਾਕ 'ਚ ਮਖੌਲ ਕਰ ਰਹੇ ਸੀ ਤੇ ਆਪਣੀਆਂ ਆਦਤਾਂ ਕਰਕੇ ਕੋਈ ਕਿਵੇਂ ਫੜਿਆ ਜਾਊ। ਰਾਜਗੁਰੂ ਨੂੰ ਨੀਂਦ ਬਹੁਤ ਆਉਂਦੀ ਹੈ ਜਨਾਬ, ਚੱਲਦੇ ਚੱਲਦੇ ਸੜਕ ਤੇ ਸੌ ਜਾਂਦੇ ਸੀ। ਰਾਜਗੁਰੂ ਕੌਣ? ਯਾਰ ਹੱਦ ਹੋ ਗਈ, ਫਿਰੋਜ਼ਪੁਰ ਦੀ ਕੋਠੀ ਸਾਫ਼ ਕਰਕੇ ਆਉਣਾ। ਉਹ ਅੱਛਾ, ਉਹ ਨਾਲ ਦੀ ਕੋਠੀ ਵਾਲਾ, ਸੱਜੇ ਦੀਆਂ 2 ਕੋਠੀਆਂ ਛੱਡ ਕੇ ਪਰਲੇ ਵਾਲਾ। ਉਹ ਹਰ ਵੇਲੇ ਸੁੱਤਾ ਹੀ ਰਹਿੰਦਾ, ਜਿਵੇਂ ਫਾਂਸੀ ਦਾ ਉਹਨੂੰ ਕੋਈ ਫਿਕਰ ਹੀ ਨਹੀਂ। ਤੇ ਜਦੋਂ ਜਾਗਦਾ ਹੁੰਦਾ ਪਤਾ ਕੀ ਕਹੂੰ, ਕੱਲ ਸਫਾਈ ਕੀਤੀ ਸੀ। ਹਾਂ, ਉਸ ਦੀ ਗੱਲ ਕਰ ਰਹੇ। ਦੱਤ ਨੇ ਮਖੌਲ ਕੀਤਾ ਕਿ ਮਹਾਸ਼ਾ ਤਾਂ ਘਰਾੜੀ ਮਾਰਦੇ ਹੀ ਫੜੇ ਜਾਣਗੇ। ਜਦੋਂ ਹਵਾਲਾਤ ਵਿੱਚ ਅੱਖ ਖੁੱਲੇਗੀ ਤਾਂ ਪਹਿਰੇਦਾਰ ਨੂੰ ਪੁੱਛੇਗਾ ਕਿ ਮੈਂ ਸੱਚਮੁੱਚ ਫੜਿਆ ਗਿਆ ਜਾਂ ਸੁਪਨਾ ਦੇਖ ਰਿਹਾ। ਅੱਗੋਂ ਰਾਜਗੁਰੂ ਨੇ ਝੱਟ ਉੱਤਰ ਦਿੱਤਾ, ਮੁਟਕੇਸ਼ਵਰ ਕੌਣ? ਮੁਟਕੇਸ਼ਵਰ ਦੱਤ, ਜਿਸ ਨੇ ਮੇਰੇ ਨਾਲ ਅਸੈਂਬਲੀ 'ਚ ਬੰਬ ਸੁੱਟਿਆ ਸੀ ਤੇ ਅਸੀਂ ਉੱਥੇ ਫੜੇ ਗਏ ਸੀ। ਹੁਣ ਇਹ ਨਾ ਪੁੱਛੀ ਕਿ ਭਗਤ ਸਿੰਘ ਕੌਣ। ਉਹ ਤਾਂ ਔਖਾ ਜਿਹਾ ਨਾਮ ਸੀ, ਤਾਂ ਸਮਝ ਨਹੀਂ ਆਇਆ। ਸੋ ਤੂੰ ਨਾ ਤੋਂ ਕੀ ਲੈਣਾ, ਤੂੰ ਗੱਲ ਸੁਣ। ਹੱਸਣਾ ਫਿਰ ਕੀ ਕਿਹਾ ਰਾਜਗੁਰੂ ਨੇ? ਰਾਜਗੁਰੂ ਕਿਹੜਾ ਘੱਟ ਸੀਗਾ,
ਕਹਿੰਦਾ ਬਟਕੇਸ਼ਵਰ ਤੂੰ ਤਾਂ ਅੱਧ ਚਾਨਣੀ ਰਾਤ ਦੀ ਸੁਹੱਪਣ ਮਾਰਨ ਦਾ ਹੀ ਪੁਲਿਸ ਦੇ ਕਾਬੂ ਆ ਜਾਣਾ ਤੇ ਆਖੇਗਾ ਕੋਈ ਗੱਲ ਨਹੀਂ, ਪਰ ਚੰਨ ਬਹੁਤ ਸੋਹਣਾ ਸੀ। ਦੱਤ ਨੂੰ ਕੁਦਰਤੀ ਨਜ਼ਾਰੇ ਬੜੇ ਪਿਆਰੇ ਸੀ। ਇੰਨੇ ਨੂੰ ਪੰਡਤ ਜੀ ਦੇ ਕਿਸੇ ਨੇ ਮਖੌਲ ਦਾਗ ਦਿੱਤਾ। ਪੰਡਤ ਜੀ ਕੌਣ? ਫਿਰ ਉਹੀ ਗੱਲ ਚੰਦਰ ਸ਼ੇਖਰ ਆਜ਼ਾਦ ਜੀ। ਅਸੀਂ ਉਹਨਾਂ ਨੂੰ ਪਿਆਰ ਨਾਲ ਪੰਡਤ ਜੀ ਕਹਿ ਕੇ ਬੁਲਾਉਂਦੇ ਸੀ। ਹਾਂ, ਪਤਾ ਨਹੀਂ ਕਿਸੇ ਨੇ ਕਿਹਾ ਕਿ ਪੰਡਤ ਜੀ ਦਾ ਬੁਧੇਲਖੰਡ ਦੀਆਂ ਪਹਾੜੀਆਂ 'ਚ ਸ਼ਿਕਾਰ ਖੇਡਦੇ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਤੇ ਕਿਸੇ ਦਿਨ ਹਸਪਤਾਲ 'ਚ ਲੱਭਣਗੇ। ਇਹਨਾਂ ਨੂੰ ਹੋਸ਼ ਆਉਣ ਲੱਗਾ ਤੇ ਪਤਾ ਲੱਗੇਗਾ ਕਿ ਗ੍ਰਿਫਤਾਰ ਹੋ ਗਏ। ਅੱਗੋਂ ਦੱਤ ਬੋਲਿਆ, ਦਫਾ 121 ਤਹਿਤ ਫਾਂਸੀ। ਇਹ ਮਖੌਲ ਨੇ ਸਰਦਾਰਾ, ਤੁਹਾਡੀਆਂ ਗੱਲਾਂ ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ। ਉਹ ਬੇਬੇ ਅੱਗੇ ਤਾਂ ਸੁਣ, ਮੇਰੇ ਮੂੰਹੋਂ ਨਿਕਲ ਗਿਆ ਕਿ ਪੰਡਤ ਜੀ ਨੂੰ ਫਾਂਸੀ ਦੇਣ ਲਈ 2 ਰੱਸਿਆਂ ਦੀ ਲੋੜ ਪਊ, ਇੱਕ ਇਹਨਾਂ ਦੇ ਗਲੇ ਵਾਸਤੇ, ਦੂਜਾ ਇਹਨਾਂ ਦੇ ਢਿੱਡ ਵਾਸਤੇ। ਪੰਡਤ ਜੀ ਤੁਰੰਤ ਖੁੰਦਾ ਖਾ ਕੇ ਬੋਲੇ, ਵੇਖੋ ਫਾਂਸੀ ਚੜ੍ਹਦਾ ਮੈਨੂੰ ਸ਼ੌਂਕ ਨਹੀਂ। ਫਾਂਸੀ ਤੈਨੂੰ ਮੁਬਾਰਕ ਹੋਵੇ, ਰੱਸਾ ਤੁਹਾਡੇ ਗਲਿਆਂ ਵਾਸਤੇ ਆ। ਜਿੰਨਾ ਚਿਰ ਇਹ ਪਿਸਤੌਲ ਮੇਰੇ ਹੱਥ 'ਚ ਆ ਨਾ, ਕਿਸੇ ਨੇ ਮਾਂ ਦਾ ਦੁੱਧ ਨਹੀਂ ਪੀਤਾ ਜਿਹੜਾ ਮੈਨੂੰ ਕੈਦ ਕਰ ਲਿਆ। ਤੇ ਉਹਨਾਂ ਦੇ ਬਚਨ ਸੱਚ ਨਿਕਲੇ। ਕਿਵੇਂ ਸਰਦਾਰਾ ਚੁੱਪ ਕਾਹਤੋਂ ਹੋ ਗਏ? ਕੁਝ ਨਹੀਂ ਪੰਡਤ ਜੀ ਯਾਦ ਆ ਗਏ। ਸੁਣਿਆ ਵੀ ਉਹ ਪੁਲਿਸ ਮੁਕਾਬਲੇ ਸ਼ਹੀਦ ਹੋ ਗਏ। ਤੇ ਸਰਦਾਰਾ ਤੈਨੂੰ ਕਦੇ ਕਿਸੇ ਨੇ ਮਖੌਲ ਨਾ ਕੀਤਾ? ਕਿਉਂ ਨਹੀਂ, ਮੈਂ ਕਿਹੜਾ ਨਵਾਬ ਸੀ ਜਿਹੜਾ ਮੈਨੂੰ ਬਖਸ਼ ਦਿੰਦੇ। ਸੁਖਦੇਵ ਨੇ ਇੱਕ ਦਿਨ ਖੁੰਡਕ ਕੱਢੀ, ਕਹਿੰਦਾ ਭਗਤ ਤੇ ਵਿਜੇ ਕੁਮਾਰ ਸਿਨਹਾ ਤਾਂ ਕਿਸੇ ਦਿਨ ਸਿਰਮੀ ਹਾਲ ਚੋਂ ਫੜੇ ਜਾਣੇ ਆ। ਜਦੋਂ ਫੜੇ ਗਏ ਤੇ ਇਹਨਾਂ ਨੇ ਕਹਿਣਾ ਪੁਲਿਸ ਵਾਲਿਆਂ ਨੂੰ, ਯਾਰ ਠੀਕ ਆ, ਫੜ ਲਿਆ ਤੇ ਠੀਕ ਆ, ਹੁਣ ਫਿਲਮ ਤਾਂ ਪੂਰੀ ਦੇਖ ਲੈਣ ਦਿਓ। ਕੀ ਗੱਲ ਬੇਬੇ, ਚੁਟਕਲੇ ਸੁਣ ਕੇ ਤਾਂ ਲੋਕ ਹੱਸਦੇ ਹੁੰਦੇ, ਤੂੰ ਤਾਂ ਰੋਣ ਲੱਗ ਪਈ। ਬਸ ਰਹਿਣਗੇ ਸਰਦਾਰਾ। ਬਾਪੂ ਜੀ ਇੱਕ ਮਿੰਟ, ਹੁਣ ਪੜਨ ਦਿਓ, ਚੁੱਪ ਕਰ ਜਾਓ, ਠੀਕ ਹੈ? ਪੜਿਆ ਮੌਤ ਤੇ ਵੀ ਹਾਸਾ। ਹੋ ਗਿਆ। ਜਦੋਂ ਬੰਦਾ ਮਾਨਵਤਾ ਨੂੰ ਸਮਰਪਿਤ ਹੋ ਜਾਂਦਾ ਨਾ, ਤਾਂ ਮੌਤ ਕੇਵਲ ਭੁਲਾਉਂਦਾ ਹੀ ਨਹੀਂ, ਉਹ ਮੌਤ ਨੂੰ ਨਵੇਂ ਅਰਥ ਦਿੰਦਾ। ਤੈਨੂੰ ਕਿੰਨੇ ਵਾਰੀ ਆਖਿਆ ਵੀ ਮੈਨੂੰ ਤੇਰੀ ਓਪਰੀ ਜੀ ਭਾਸ਼ਾ ਸਮਝ ਨਹੀਂ ਆਉਂਦੀ, ਤੂੰ ਮੈਨੂੰ ਤਾਂ ਸੌਖਾ ਜਿਹਾ ਕਰਕੇ ਦੱਸਿਆ। ਉਹ ਮਤਲਬ ਕਿ ਸਾਡੇ ਵਰਗੇ ਬੰਦਿਆਂ ਦੀ ਮੌਤ ਨਹੀਂ ਰਹਿੰਦੀ, ਜ਼ਿੰਦਗੀ ਦਾ ਨਵਾਂ ਰੂਪ ਧਾਰਨ ਕਰ ਲੈਂਦੀ ਹੈ। ਪਰ ਸਰਦਾਰਾ ਮੈਨੂੰ ਇਹ ਦੱਸ ਵੀ ਅਪੀਲ ਕਰਦਿਆਂ ਤੇਰਾ ਕੀ ਕਸ ਜੂ ਨਾ, ਤੂੰ ਜ਼ਿੰਦਗੀ ਤੋਂ ਇੰਨਾ ਨਿਰਮੋਹ ਕਾਹਤੋਂ ਹੋਇਆ ਬੈਠਾ? ਨਿਰਮੋਹ? ਸਾਡੇ ਤੋਂ ਵੱਧ ਜ਼ਿੰਦਗੀ ਨੂੰ ਪਿਆਰ ਕੌਣ ਕਰਦਾ ਹੋ ਗਿਆ? ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਨੂੰ ਖੂਬਸੂਰਤ ਬਣਾਇਆ ਜਾਣਾ ਚਾਹੀਦਾ ਤੇ ਅਸੀਂ ਇਸ ਨੂੰ ਹੋਰ ਸੋਹਣਾ ਬਣਾਵਾਂਗੇ। ਪਰ ਮਰ ਕੇ ਬਣਾ ਸਕਦਾ। ਅਸੀਂ ਜਵਾਨੀ ਅਤੇ ਜੀਵਨ ਦੀ ਖੂਬਸੂਰਤੀ ਨੂੰ ਪੂਰੀ ਤਰ੍ਹਾਂ ਵਾਕਫ ਹਾਂ, ਪਰ ਅੰਨ੍ਹਿਆਂ ਭਰੇ ਸਮਾਜ 'ਚ ਰਹਿਣ ਦੀ ਬਜਾਏ ਸਾਨੂੰ ਮੌਤ ਕਬੂਲ ਹੈ। ਬਸ ਇੱਛਾ ਇਹੀ ਆ ਕਿ ਸਾਡੀ ਮੌਤ ਜ਼ਿੰਦਗੀ ਦਾ ਕੁਝ ਸਵਾਲ ਕਰੇ। ਤੂੰ ਕਿਹੜਾ ਕਿਸੇ ਦੀ ਮੰਨਣੀ ਆ? ਉਹ ਸੱਚ ਮੈਂ ਤੇਰੇ ਨਾਲ ਗੱਲੀ ਲੱਗ ਕੇ ਭੁੱਲ ਗਿਆ ਵੀ ਆਹ ਕਾਗਜ਼ੀ ਫੜਾਈ ਆ ਕਿਸੇ ਨੇ। ਕੋਈ ਖੁਸ਼ੀ ਦੀ ਗੱਲ ਲਿਖੀ ਆ? ਕੁਝ ਨਹੀਂ। ਤੇਰਾ ਨਾਂ ਦੱਸ, ਤੇਰੀ ਮਰਜ਼ੀ ਆ, ਪਰ ਗੱਲ ਕੋਈ ਹੈ ਜ਼ਰੂਰ। ਉਹ ਲਿਖਦੇ ਨੇ ਕਿ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਛੁਡਾਇਆ ਜਾ ਸਕਦਾ। ਦੇਖਿਆ ਮੈਂ ਤੈਨੂੰ ਕੀ ਆਖਿਆ ਸੀ? ਸਾਰੇ ਤੇਰੀ ਜਨ ਦੀ ਸਲਾਮਤੀ ਚਾਹੁੰਦੇ ਆ ਤੇ ਤੂੰ ਇੱਧਰ ਜਨਤਲੀ ਧਰੀ ਬੈਠਾ। ਉਹਨਾਂ ਨੂੰ ਮੇਰਾ ਸੁਨੇਹਾ ਦੇ ਦਿਓ ਹੋ ਗਿਆ। ਆਖੀ ਸੁਨੇਹਾ ਦੇਣਾ ਬਹੁਤ ਮਹਿੰਗਾ ਪੈਂਦਾ ਸਰਦਾਰਾ। ਕੀ ਮਤਲਬ ਤੇਰਾ? ਤੈਨੂੰ ਪਤਾ ਹੀ ਆ ਮਤਲਬ ਦਾ। ਤੂੰ ਵੀ ਤਾਂ ਅਸੈਂਬਲੀ 'ਚ ਸੁਨੇਹਾ ਦੇਣੀ ਗਿਆ ਸੀ ਤੇ ਆ ਹੁਣ ਕੋਠੀ ਲੱਗਿਆ ਬੈਠਾ। ਪਰ ਅਸੀਂ ਤਾਂ ਬੰਬ ਸੁੱਟੇ ਸੀ, ਗੋਲੀ ਵੀ ਚਲਾਈ ਸੀ। ਲਿਆ ਫੜਾ ਬੰਬ, ਦੱਸ ਕਿੱਥੇ ਸੁੱਟਣਾ? ਪਰ ਸੁਨੇਹਾ ਦੇਣਾ। ਬੰਬ ਉੱਥੇ ਸੁੱਟਣ ਦੀ ਲੋੜ ਪੈਂਦੀ ਆ ਜਿੱਥੇ ਕੋਈ ਜਾਣ ਬੁੱਝ ਕੇ ਕੰਨ ਬੰਦ ਕਰਕੇ ਬੈਠਾ ਹੋਵੇ। ਬਹੁਤ ਗੱਲਾਂ ਆਉਣ ਲੱਗ ਪਈਆਂ, ਪਰ ਵੈਸੇ ਮੈਨੂੰ ਖੁਸ਼ੀ ਹੋਈ ਤੇਰੀਆਂ ਗੱਲਾਂ ਸੁਣ ਕੇ। ਸਰਦਾਰਾ ਤੇਰੇ ਨਾਲ ਤਾਂ ਕੋਈ ਦੋ ਘੜੀ ਗੂੰਗਾ ਵੀ ਵੇਜੇ, ਉਹ ਵੀ ਤੋਤੇ ਨੂੰ ਰਟਣ ਲੱਗ ਗਈ। ਮੈਂ ਤਾਂ ਫੇਰ ਰੋਜ਼ ਤੇਰੇ ਦਰਸ਼ਨ ਕਰਦਾ। ਹਾਂ ਦੱਸ ਕੀ ਸੁਨੇਹਾ ਦੇਣਾ? ਉਹਨਾਂ ਨੂੰ ਆਖੀ ਜਿਉਂਦੇ ਰਹਿਣ ਦੀ ਇੱਛਾ ਕੁਦਰਤੀ ਤੌਰ ਤੇ ਮੇਰੇ ਵਿੱਚ ਵੀ ਹੈ। ਮੈਂ ਇਸ ਗੱਲ ਨੂੰ ਛੁਪਾਉਣਾ ਨਹੀਂ ਚਾਹੁੰਦਾ, ਪਰ ਮੈਂ ਗੁਲਾਮ ਹੋ ਕੇ ਜਿਉਂਦੇ ਰਹਿਣ ਵਿੱਚ ਵੀ ਨਹੀਂ ਚਾਹੁੰਦਾ। ਮੇਰਾ ਨਾਮ ਹਿੰਦੁਸਤਾਨੀ ਇਨਕਲਾਬੀ ਪਾਰਟੀ ਦਾ ਨਿਸ਼ਾਨ ਬਣ ਚੁੱਕਾ। ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀ ਤੇ ਨੇ ਮੈਨੂੰ ਇੰਨਾ ਉੱਚਾ ਕਰ ਦਿੱਤਾ ਕਿ ਇੰਨਾ ਉੱਚਾ ਜਿਉਂਦੇ ਰਹਿਣ ਦੀ ਸੂਰਤ ਵਿੱਚ ਮੈਂ ਕਦੇ ਵੀ ਇਸ ਤੋਂ ਉੱਚਾ ਹੋਰ ਨਹੀਂ ਹੋ ਸਕਦਾ। ਪਰ ਮੇਰੀ ਬਹਾਦਰੀ ਨਾਲ ਹੱਸਦਿਆਂ ਫਾਂਸੀ ਤੇ ਝੂਲ ਜਾਣ ਲਈ ਦੀ ਸੂਰਤ ਵਿੱਚ ਹਿੰਦੁਸਤਾਨੀ ਮਾਵਾਂ ਚਾਹਣਗੀਆਂ ਕਿ ਸਾਡੇ ਬੱਚੇ
ਭਗਤ ਸਿੰਘ ਜਿਹਾ ਬਣ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜ ਦੀ ਸਾਰੀ ਸ਼ੈਤਾਨੀ ਤਾਕਤ ਦੇ ਵੱਸ ਦੀ ਗੱਲ ਹੀ ਰਹਿਣੀ। ਦੇਖ ਤੇਰੀ ਗੱਲ ਤਾਂ ਮੈਂ ਸਾਰੀ ਸਮਝ ਗਿਆ ਸਰਦਾਰਾ, ਪਰ ਤੇਰੇ ਨੂੰ ਮੈਨੂੰ ਤਾਂ ਦੱਸ ਨਹੀਂ ਹੋਣੀ। ਤੂੰ ਐਂ ਕਰ, ਕਾਗਜ਼ੀ ਤੇ ਲਿਖ ਦੇ ਤੇ ਮੈਂ ਜਾ ਕੇ ਦੇ ਤੇ ਨਾਲੇ ਉਹਨਾਂ ਚਿਰ ਮੈਂ ਸਫਾਈ ਕਰ ਲੈਣਾ। ਤੇ ਨਾਲੇ ਸਰਦਾਰਾ ਤੂੰ ਮੇਰੇ ਨਾਲ ਚੰਗੀ ਕੀਤੀ, ਕੱਲ ਸਾਹਿਬ ਬਹਾਦਰ ਨੂੰ ਸਾਰੀ ਗੱਲ ਦੱਸਤੀ। ਕਿਹੜੀ ਗੱਲ? ਉਹੀ ਬੇਬੇ ਵਾਲੀ। ਬੇਬੇ ਵਾਲੀ? ਆਹੋ ਬੇਬੇ ਵਾਲੀ। ਸਾਹਿਬ ਬਹਾਦਰਾਂ ਦਾ ਵੀ ਭਗਤ ਸਿੰਘ ਕਹਿੰਦਾ ਕਿ ਮੈਂ ਬੇਬੇ ਦੇ ਹੱਥ ਦੀਆਂ ਬਣੀਆਂ ਰੋਟੀਆਂ ਖਾਣੀਆਂ। ਸਰਦਾਰਾ ਮੇਰੇ ਹੱਥ ਇਹੋ ਜਿਹੇ ਨਹੀਂ ਜਿਨ੍ਹਾਂ ਦੇ ਹੱਥਾਂ ਦੀਆਂ ਰੋਟੀਆਂ, ਜਿਨ੍ਹਾਂ ਦੀਆਂ ਬਣੀਆਂ ਰੋਟੀਆਂ ਤੂੰ ਖਾ ਸਕੇ। ਕਿਉਂ ਤੇਰੇ ਹੱਥਾਂ ਨੂੰ ਕੀ ਹੋਇਆ? ਫਿਰ ਉਹੀ ਗੱਲ ਵਾਰੀ ਨਾਲੇ ਤੈਨੂੰ ਪਤਾ ਸਰਦਾਰਾ, ਜਦੋਂ ਤੇਰਾ ਰਾਜ ਆ ਜਾਊ ਫਿਰ ਹੋ ਸਕਦਾ ਇਹ ਹੱਥ ਵੀ ਇਸ ਕਾਬਿਲ ਹੋ ਜਾਣ। ਜਦੋਂ ਤੀਕ ਇਹ ਹੱਥ ਇਹਨਾਂ ਹੱਥਾਂ ਨਾਲ ਨਹੀਂ ਮਿਲਦੇ ਨਾ, ਰਾਜ ਕਿਵੇਂ ਆਊਗਾ? ਰਾਜ ਕਿਵੇਂ ਆਊਗਾ? ਕੀ ਗੱਲ ਬੇਬੇ, ਨਾ ਦੁਆ ਨਾ ਸਲਾਮ, ਉਹਨੇ ਘਟਾ ਡਾਉਣ ਲੱਗ ਪਿਆ। ਰਹਿਣ ਦੇ ਸਰਦਾਰਾ, ਮੇਰੇ ਨਾਲ ਗੱਲ ਨਾ ਕਰ। ਕੀ ਗੱਲ ਹੋ ਗਈ? ਤੂੰ ਤਾਂ ਜਵਾਕਾਂ ਨੂੰ ਰੁੱਸ ਗਿਆ। ਆਹੋ ਰੁੱਸ ਗਿਆ। ਪਰ ਗੱਲ ਤਾਂ ਦੱਸ। ਬਸ ਤੂੰ ਮੈਨੂੰ ਬੁਲਾ ਨਾ। ਯਾਰ ਜੇ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਮਾਫੀ ਮੰਗ ਰਹੀ। ਗਲਤੀ ਤਾਂ ਮੇਰੇ ਕੋਲੋਂ ਹੋ ਗਈ, ਬਸ ਤੂੰ ਮੈਨੂੰ ਮਾਫ ਹੀ ਕਰ। ਬੇਬੇ ਅੱਜ ਬੁਝਾਰਤਾਂ ਨਹੀਂ ਕੀ ਪਈ ਜਾਂਦੀ। ਗੱਲਾਂ ਤਾਂ ਤੂੰ ਐ ਕਰਦਾ ਜਿਵੇਂ ਖੁਦ ਨੂੰ ਪਤਾ ਹੀ ਨਹੀਂ ਕੁਝ। ਕਿਸੇ ਗੱਲ ਦਾ ਪਤਾ ਤਾਂ ਲੱਗੇ। ਬਸ ਮੈਂ ਜੋ ਆਖਿਆ ਵੀ ਮੇਰੇ ਨਾਲ ਗੱਲ ਨਾ ਕਰ। ਅੱਗੇ ਤੂੰ ਮੈਨੂੰ ਮਾਰਤਾ। ਜੋ ਤੂੰ ਮੇਰੇ ਨਾਲ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰਦਾ, ਸੌ ਗੁਰੂ ਦੀ ਸਰਦਾਰਾ ਮੈਂ ਕਾਸੇ ਜੋਗਾ ਨਹੀਂ ਰਹਿਣਾ। ਲਓ ਜੀ, ਪੱਟਿਆ ਪਹਾੜ ਤੇ ਨਿਕਲਿਆ ਚੂਹਾ। ਇਹ ਵੀ ਕੋਈ ਗੱਲ ਹੋਈ? ਆਹੋ ਤੇਰੇ ਲਈ ਤਾਂ ਕੋਈ ਗੱਲ ਨਹੀਂ ਹੋਈ, ਸਾਰਾ ਕਸੂਰ ਮੇਰਾ ਹੀ ਹੈ। 100 ਵਾਰੀ ਆ ਕੇ ਆਪ ਨੂੰ ਸਮਝਾਇਆ ਵੀ ਹੋ ਗਿਆ, ਅੱਜ ਨਹੀਂ ਸਰਦਾਰ ਨਾਲ ਗੱਲ ਕਰ, ਬੁਲਾਵੇ ਨਾ ਤਾਂ ਨਹੀਂ ਬੋਲਣਾ। ਪਰ ਜਿਉਂ ਹੀ ਉੱਲੂ ਦਾ ਪੱਠਾ ਬੋਗਾ ਤੇਰੇ ਸਾਹਮਣੇ ਆਇਆ, ਫਸ ਕੇ ਵਹਿ ਤੁਰਿਆ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ। ਨਾ ਮੈਂ ਤੈਨੂੰ ਕਿਤੇ ਮਾੜੀ ਗੱਲ ਆਖੀ ਆ? ਇਹੋ ਤਾਂ ਦੁੱਖ ਆ, ਜੇ ਮਾੜੀ ਆਖਦਾ ਤਾਂ ਸਿਆਪਾ ਹੀ ਮੁੱਕ ਜਾਂਦਾ। ਇੰਨਾ ਮੋਹ ਤਾਂ ਭਗਤ ਸਿੰਘ ਮੈਂ ਕਦੇ ਆਪਦੇ ਸਕੇ ਨਾਲ ਨਹੀਂ ਕੀਤਾ। ਸਵੇਰੇ ਜਦੋਂ ਤੂੰ ਮੈਨੂੰ ਇਸ ਕੋਠੀ ਵਿੱਚ ਨਾ ਮਿਲਿਆ ਤਾਂ ਤੈਨੂੰ ਪਤਾ ਮੇਰੇ ਤੇ ਕੀ ਬੀਤੂਗੀ। ਇੰਨਾ ਉਦਾਸ ਨਾ ਹੋ ਗਿਆ, ਜਾਣ ਵਾਲਿਆਂ ਨਾਲ ਇਹਨਾਂ ਮੂੰਹ ਨਹੀਂ ਕਰੀਦਾ। ਇਹ ਵੀ ਕਿਸੇ ਦੇ ਵੱਸ ਦੀ ਗੱਲ ਆ। ਪਰ ਸਰਦਾਰਾ ਤੇਰੇ ਜਿਹਾ ਨਿਰਮੋਹ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ। ਮੈਨੂੰ ਤਾਂ ਲੱਗਦਾ ਨਾ ਤੇਰਾ ਕੋਈ ਪਰਿਵਾਰ ਆ, ਨਾ ਤੇਰਾ ਕੋਈ ਰਿਸ਼ਤੇਦਾਰ ਆ। ਰਿਸ਼ਤੇਦਾਰ ਕਿਉਂ ਨਹੀਂ ਬੇਟੇ? ਮੇਰਾ ਖੂਨ ਦਾ ਰਿਸ਼ਤਾ ਸ਼ਹੀਦਾਂ ਨਾਲ, ਜਿਵੇਂ ਖੁਦੀਰਾਮ ਬੋਸ, ਕਰਤਾਰ ਸਿੰਘ ਸਰਾਭਾ, ਅਸੀਂ ਇੱਕੋ ਖੂਨ ਦੇ। ਸਾਡਾ ਇੱਕੋ ਖੂਨ ਇੱਕੋ ਥਾਂ ਆਇਆ, ਇੱਕੇ ਥਾਂ ਜਾ ਰਿਹਾ। ਦੂਸਰਾ ਰਿਸ਼ਤਾ ਉਹਨਾਂ ਬਜ਼ੁਰਗਾਂ, ਗਦਰੀਆਂ ਅਤੇ ਦੇਸ਼ ਭਗਤਾਂ ਨਾਲ, ਜਿਨ੍ਹਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਅਤੇ ਜਿਨ੍ਹਾਂ ਨਾਲ ਰਲ ਕੇ ਅਸੀਂ ਕਾਲ ਕੋਠੜੀਆਂ ਵਿੱਚ ਆਪਣਾ ਖੂਨ ਪਸੀਨਾ ਵਹਾਇਆ। ਤੀਸਰੇ ਰਿਸ਼ਤੇਦਾਰ ਉਹ ਹੋਣਗੇ ਜੋ ਇਸ ਖੂਨ ਪਸੀਨੇ ਨਾਲ ਸਿੰਜੀ ਤਿਆਰ ਕੀਤੀ ਜ਼ਮੀਨ ਵਿੱਚੋਂ ਨਵੀਂ ਪੀੜ੍ਹੀ ਦੇ ਰੂਪ ਵਿੱਚ ਪੈਦਾ ਹੋਣਗੇ ਤੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ। ਇਹਨਾਂ ਤੋਂ ਬਿਨਾਂ ਹੋਰ ਕੋਈ ਮੇਰਾ ਰਿਸ਼ਤੇਦਾਰ ਨਹੀਂ। ਬਸ ਤੇਰੀਆਂ ਆਹੀ ਮਿੱਠੀਆਂ ਮਿੱਠੀਆਂ ਗੱਲਾਂ ਬੰਦੇ ਨੂੰ ਮੋਹ ਦੀਆਂ ਤੰਦਾਂ ਜਕੜ ਲੈਂਦੀਆਂ। ਚੰਗਾ ਵੀ ਸਰਦਾਰਾ, ਜੋ ਕੁਦਰਤ ਨੂੰ ਮਨਜ਼ੂਰ ਸੀ ਉਹ ਹੋ ਗਿਆ। ਮੇਰੇ ਧੰਨ ਭਾਗ ਜਿਹੜਾ ਰੋਜ਼ ਤੇਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ। ਬੰਦਾ ਤਾਂ ਮੈਂ ਗਰੀਬੜਾ ਜਿਹਾ, ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸੀ ਜ਼ਰੂਰ। ਸੇਵਾ ਤਾਂ ਹੈ ਬੇਬੇ, ਜੇ ਮੰਨੇ। ਤੂੰ ਮੋਹ ਤਾਂ ਫੁੱਟ ਮੇਰੇ ਕਰਨ ਦੀ ਹੋਈ ਤਾਂ ਮੈਂ ਜ਼ਰੂਰ ਕਰੂੰ। ਹੈ ਤਾਂ ਤੇਰੀ ਵੱਸ ਜੀ, ਪਰ ਗੱਲ ਤਾਂ ਬਣਦੀ ਆ ਜੇ ਪਹਿਲੀ ਵਾਰੀ ਕਰਦੇ ਆ। ਬੋਲ ਤਾਂ ਸਹੀ। ਆਪਣੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਵਾ ਦੇ ਬੇਬੇ। ਅੱਜ ਸ਼ਾਮੀ ਜਦੋਂ ਕੰਮ ਤੇ ਆਉਂਗਾ ਤਾਂ ਪਕਾ ਕੇ ਲਿਆਉਂਗਾ। ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਫਾਂਸੀ ਦੀ ਤਰੀਕ ਜਿਹੜੀ ਆ ਉਹ ਇੱਕ ਦਿਨ ਬਾਅਦ ਸੀ ਤੇ ਉਹਨਾਂ ਨੂੰ ਉਸ ਰਾਤ ਨੂੰ ਪਹਿਲੇ ਫਾਂਸੀ ਦੇਤੀ ਸੀਗੀ। ਸੋ ਜਦੋਂ ਅਗਲੇ ਦਿਨ ਬੋਗਾ ਆਪਦੇ ਹੱਥਾਂ ਨਾਲ ਰੋਟੀਆਂ ਪਕਾ ਕੇ ਲੈ ਕੇ ਆਉਂਦਾ ਤੇ ਕੋਠੜੀ ਖਾਲੀ ਹੁੰਦੀ ਹੈ ਤੇ ਉਹ ਪੁੱਛਦਾ ਆ ਜੇਲਰ ਨੂੰ ਕਿ ਭਗਤ ਸਿੰਘ ਹੋਰੀ ਕਿੱਥੇ ਆ। ਤੇ ਜਦੋਂ ਉਹਨੂੰ ਕਹਿੰਦਾ ਵੀ ਤੈਨੂੰ ਨਾਰੇ ਨਹੀਂ ਸੁਣ ਰਹੇ ਤੇ ਪਿੱਛੇ ਨਾਰੇ ਵੱਜ ਰਹੇ ਹੁੰਦੇ। ਇਨਕਲਾਬ ਜਿੰਦਾਬਾਦ, 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 ਇਨਕਲਾਬ ਜਿੰਦਾਬਾਦ।
ਭਗਤ ਸਿੰਘ ਵਾਲੇ ਪੜ੍ਹੇ। ਬਾਕੀ ਭਗਤ ਸਿੰਘ ਤੇ ਉਹਨਾਂ ਦੀ ਮਾਂ ਨਾਲ ਵੀ ਸੀਨ ਆ, ਜੇਲਰ ਨਾਲ ਵੀ ਆ, ਬਹੁਤ ਜ਼ਿਆਦਾ ਭਾਵੁਕ ਕਰਨ ਵਾਲਾ ਨਾਟਕ ਆ। ਆਪਾਂ ਕੋਸ਼ਿਸ਼ ਕਰਾਂਗੇ ਕਿ ਹੌਲੀ ਹੌਲੀ ਇਦਾਂ ਹੀ ਆਪਾਂ ਤਿਆਰ ਕਰਕੇ ਇੱਥੇ ਤੁਹਾਡੇ ਵਿੱਚੋਂ ਹੀ ਸ਼ਾਇਦ ਬਹੁਤ ਜਣੇ ਦਾ ਹਿੱਸਾ ਬਣ ਜਾਣ ਤੇ ਫਿਰ ਆਪਾਂ ਨਾਟਕ ਤਿਆਰ ਕਰਕੇ ਖੇਡਿਆ ਕਰਾਂਗੇ ਪੂਰਾ। ਧੰਨਵਾਦ ਜੀ ਸਾਰਿਆਂ ਦਾ ਸੁਣਨ ਲਈ ਤੇ ਬਹੁਤ ਜਲਦੀ ਦੁਬਾਰਾ ਮਿਲਦੇ ਹਾਂ। ਨਮਸਕਾਰ ਜੀ ਸਾਰਿਆਂ ਦਾ ਧੰਨਵਾਦ। ਜੇ ਕਿਸੇ ਨੇ ਪੜ੍ਹਨ ਲਈ ਆਉਣਾ ਹੋਵੇ ਆਇਆ ਕਰੋ। ਜੇ ਵੀ ਗੱਲ ਦੀ ਉਹ ਸਾਨੂੰ ਹਾਂਜੀ। ਦੇ ਦੀ ਨਾਟਕ ਬੜੀਆਂ ਭੇਜਿਓ। ਠੀਕ ਹੈ ਜੀ ਧੰਨਵਾਦ। ਚੱਲੀਏ ਉਹ ਕਿਤਾਬ ਜੋ ਪੜਾਉਂਦੇ ਨੇ ਇੱਥੇ ਬਹਿ ਕੇ ਕਿਤਾਬ ਪੜ੍ਹਨੀ ਹੁੰਦੀ ਆ। ਹਾਂ ਇੱਥੇ ਬਹਿ ਕੇ ਕਿਤਾਬਾਂ ਉਹਦੇ ਪਈਆਂ ਇੱਥੇ ਬਹਿ ਕੇ ਇਹ ਪੜ੍ਹਾਉਂਦੀ ਨੇ ਦਿਨ ਚ ਦਿਨੇ ਦਿਨ ਨੂੰ ਆਮ ਵੀ ਬੱਬਾ ਜੀ ਹੈ ਅੱਛਾ ਠੀਕ ਆ ਵਧੀਆ ਲੱਗਾ ਆਪਾਂ ਸ਼ਿਮਲੇ ਅੱਛਾ ਇੱਥੋਂ ਆਪਣੇ ਗਏ ਹੋਏ ਮੱਜਮੇ ਦੇ ਬੱਜਮਾਂ ਦੇ ਉਹ ਬਾਹਮਣੀਆਂ ਸ਼ਾਹਪੁਰ ਲੱਗੇ ਮਾਤਾ ਤੇ ਦੇ ਓਏ ਆ ਜਾ ਹੁਣ ਚਲੋ ਬੱਚੇ ਆਰੇ ਲਾਈਦਾ ਬੰਦੇ ਸੌਂਦੇ ਗਾਂ ਉਹਨਾਂ ਦਾ ਜਿੰਨਾ ਦੱਸਣਾ ਚਾਹੀਦਾ ਜਿੱਦਾਂ ਜਿਹਨੇ ਤੁਹਾਡੇ ਨਾਲ ਕਨੈਕਟ ਉਦੋਂ ਮਿਲਿਆ ਨਹੀਂ ਸੀ